कि 24 ਦੀਆਂ ਇਲੈਕਸ਼ਨ ਜਿਹੜੀਆਂ ਹੈਗੀਆਂ ਪਾਰਲੀਮੈਂਟ ਦੀ ਇਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਨਜ਼ਦੀਕ ਹੈ ਕਿ ਉਸ ਤੋਂ ਪਹਿਲਾਂ ਵਿਰੋਧੀ ਧਿਰਾਂ ਨੂੰ ਸੁਨੇਹਾ ਜਾਂ ਵਾਕਈ ਭ੍ਰਿਸ਼ਟਾਚਾਰ ਮੁਕਤ ਭਾਰਤ ਬਣਾਉਣ ਦਾ ਇੱਕ ਵੱਡਾ ਫੈਸਲਾ ਐਲਾਨ CBI ਦੇ ਰਾਹੀਂ ਕੀਤਾ ਜਾ ਰਿਹਾ ਹੈ। ਜੇ ਵਾਕਈ ਜ਼ੀਰੋ ਟੋਲਰੈਂਸ ਫॉर ਕਰਪਸ਼ਨ ਹੁੰਦੀ ਤਾਂ ਬੀਜੇਪੀ ਹੁਣ ਤੱਕ ਅਡਾਨੀ ਇਸ਼ੂ ਤੇ JPC ਪ੍ਰੋਬ ਆਰਡਰ ਕਰ ਦਿੰਦੀ, ਕਿਉਂਕਿ ਅਡਾਨੀ ਸਾਹਿਬ ਦੁਨੀਆ ਦੇ ਵਿੱਚ ਸੈਕੰਡ ਰਿਚੈਸਟ ਪਰਸਨ ਸੀਗੇ ਤੇ ਦੇਸ਼ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਟੌਪ 10 ਟੈਕਸ ਪੇਅਰਾਂ ਚ ਨਾਮ ਨਹੀਂ ਸੀਗਾ। ਕਾਂਗਰਸ ਨੂੰ ਇੰਨਾ ਕਿ ਜ਼ਿਆਦਾ ਤਜਰਬਾ ਕਰਪਸ਼ਨ ਦਾ, ਇੰਨਾ ਕਿ ਜ਼ਿਆਦਾ ਕਰਪਸ਼ਨ ਕਰਨ ਦਾ ਤਜਰਬਾ ਵਾ, ਉਹਦਾ ਨਤੀਜਾ ਕਾਂਗਰਸ ਨੇ ਵੇਖ ਲਿਆ। ਇਹ ਜੀ ਸਰਕਾਰ ਹੈ ਕਿ ਤੁਸੀਂ ਉਹਨਾਂ ਨੂੰ ਕਿਸੇ ਅਡਾਨੀ ਵਾਲੇ ਮਾਮਲੇ 'ਚ ਕੋਈ ਜਵਾਬਦੇਹੀ ਨਹੀਂ ਕਰ ਸਕਦੇ ਤੁਸੀਂ ਕਿ ਜਿਹੜੇ ਲੋਕੀ ਬਰੀ ਹੋ ਜਾਂਦੇ ਆ ਉਦੋਂ ਬਾਅਦ ਉਹ ਡੈਫਾਮੇਸ਼ਨ ਦੀ ਪ੍ਰੋਸੀਡਿੰਗ 'ਚ ਜਾਂਦੇ ਆ ਕਿਉਂਕਿ ਉਹ ਪਬਲਿਕ ਲਾਈਫ ਜਿਉ ਰਹੇ ਹੁੰਦੇ ਆ, ਕਿਤੇ ਨਾ ਕਿਤੇ ਇੱਕ ਵੱਡਾ ਡੈਂਟ ਉਹਨਾਂ ਦੀ ਪਬਲਿਕ ਲਾਈਫ ਦੇ ਵਿੱਚ ਪੈਂਦਾ, ਪਰ ਕੋਈ ਨਹੀਂ ਜਾਂਦਾ। ਕੋਈ ਵੀ ਕੇਸ ਇਹੋ ਜਿਹਾ ਨਹੀਂ ਸਾਹਮਣੇ ਆਇਆ ਉਹ ਜਿਹੜੇ ਵਰੀ ਹੋਏ ਆ ਉਹਨਾਂ ਨੇ ਕਿਹਾ ਹੋਵੇ ਸਾਡੇ ਤੇ ਝੂਠਾ ਕਰਤਾ ਸੀ, ਹਾਲਾਂਕਿ ਉਹ ਆਪਣੇ ਖੰਭ ਨਿਚੋੜ ਕੇ ਖੁੱਡੇ ਦੇ ਵਿੱਚ ਵਾਪਸ ਲੁੱਕ ਕੇ ਬਹਿ ਜਾਂਦੇ ਆ। ED ਤੇ CBI ਦੇ ਜਿੰਨੇ ਕੇਸ ਦਰਜ ਹੁੰਦੇ ਆ ਸਿੱਧੂ ਸਾਹਿਬ, ਉਹ 95% ਆਪੋਜੀਸ਼ਨ ਪਾਰਟੀਆਂ ਦੇ ਖਿਲਾਫ ਡਰਾਵਾ ਦਿੱਤਾ ਜਾ ਰਿਹਾ। ਇਸ ਤਰ੍ਹਾਂ ਡਰਾਵਾ ਦੇ ਕੇ ਪੰਜਾਬ ਦੇ ਵਿੱਚੋਂ ਦੀ ਕਾਂਗਰਸ ਦੇ ਕਈ ਦਿਗਜ ਜਿਹੜੇ ਸੀਗੇ ਜਿਨ੍ਹਾਂ ਦੇ ਉੱਤੇ ਕਰਪਸ਼ਨ ਦੇ ਚਾਰਜ ਲਾ ਕੇ ਤੇ ਇਹਨਾਂ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਹੋਰ ਜਿਹੜੇ ਸੀਗੇ ਕੁੱਤੇ ਪੜਾਉਂਦੇ ਫਿਰਦੇ ਸੀਗੇ ਉਦੋਂ CM ਦੇ ਘਰ ਦੇ ਬਾਹਰ ਜਾ ਕੇ, ਤੇ ਅੱਜ ਉਹਨਾਂ ਨਾਲ ਜੱਫੀਆਂ ਪਾਉਂਦੇ ਨੇ, ਉਹ ਸਟੇਜ ਤੇ ਬਹਿੰਦੇ ਆ ਤੇ ਇਹਨਾਂ ਦੀ ਲੀਡਰਸ਼ਿਪ ਜਿਹੜੀ ਆ ਥੱਲੇ ਬਹਿੰਦੀ ਜਿਹੜੀ ਪੁਰਾਣੀ ਸੀ। ਮਮਤਾ ਬੈਨਰਜੀ ਦੇ ਨੈਫਿਓ ਅਭਿਸ਼ੇਕ ਬੈਨਰਜੀ, MK ਸਟਾਲਿਨ ਸਾਹਿਬ ਦੀ ਬੇਟੀ, शरद पवार साहब, चरणजीत चन्नी साहब, अरविंद केजरीवाल साहब, ऐसी कोई ऑपोजिशन पार्टी देश नहीं है जिहदे खिलाफ भारतीय जनता पार्टी ने एजेंसीज का दुरुपयोग नहीं किया। IT, ED, CBI, SEBI का ਕਿ ਤੁਹਾਡੀ ਵਿਰਾਸਤੀ ਪਾਰਟੀ ਆ, ਇੱਕੋ ਪਰਿਵਾਰ ਨੇ ਚਲਾਉਣਾ ਵਾ, ਇੱਕੋ ਪਰਿਵਾਰ ਦਾ ਜੋ ਤੁਹਾਨੂੰ ਉੱਤੋਂ ਹੁਕਮ ਆਉਣਾ ਵਾ ਤੁਸੀਂ ਉਦਾਂ ਦੇ ਸਵਾਲ ਕਰ ਦੇਣੇ। ED ਸਾਡੇ ਵਾਲੇ 112 ਰੇਡ ਕੀਤੇ ਸੀਗੇ ਸਾਡੇ ਰਜੀਮ ਦੇ ਵਿੱਚ ਤੇ BJP ਦੇ ਰਜੀਮ ਦੇ ਵਿੱਚ 3000 ਪਲੱਸ, ਤੇ ਜੇ ਕਹਿਣਾ ਐਕਸ਼ਨ ਲੈ ਰਹੇ ਆ ਤੇ ਜੇ ਐਕਸ਼ਨ ਲੈ ਰਹੇ ਹੋ ਰੇਡ ਕਰੇ ਤਾਂ ਸਜ਼ਾ ਕਿਉਂ ਨਹੀਂ ਹੋ ਪਾ ਰਹੀ? ਤੁਹਾਨੂੰ 10 ਸਾਲ ਮਿਲ ਗਏ, ਤੁਸੀਂ ਸਜ਼ਾ ਕਿਹਨੂੰ ਦਵਾਈ? ਪੈਸਾ ਕਿਹੜਾ ਰਿਕਵਰ ਕੀਤਾ? ਫਿਰ ਕੁਰਕੀ ਕਿਹੜੀ ਕੀਤੀ? ਤੇ ਪੈਸਾ ਤਾਂ ਵੀ ਲੈ ਕੇ ਨਹੀਂ ਆ ਸਕੇ, ਕੋਈ ਬੰਦਾ ਬਾਹਰੋਂ ਵਾਪਸ ਨਹੀਂ ਲੈ ਕੇ ਆ ਸਕੇ। ਅੱਜ ਤੱਕ ਬਫਰ ਦੇ ਹੋਰ ਜਿੰਨੇ ਵੀ ਤੁਸੀਂ ਦਾਅਵੇ ਕਰਦੇ ਸੀ, ਇੱਕ ਸਿੰਗਲ ਬੰਦੇ ਨੂੰ ਤੁਸੀਂ ਸਜ਼ਾ ਨਹੀਂ ਦਵਾ ਸਕੇ। ਇਹਨਾਂ ਦੇ ਐਫੀਡੇਵਿਟ ਦੇਖ ਲਓ ਪੋਲੀਟੀਕਲ ਪਾਰਟੀਆਂ ਦੇ ਲੀਡਰ ਦੇ, ਉੱਥੇ ਕੁਝ ਹੋਰ ਲਿਖਿਆ ਹੁੰਦਾ ਤੇ ਐਕਚੁਅਲ ਦੇ ਵਿੱਚ ਕੁਝ ਹੋਰ ਹੁੰਦਾ ਵਾ। ਜਿਹੜੀ ਉਹ ਪ੍ਰਾਪਰਟੀ ਇਕੱਠੀ ਹੋਈ ਹੁੰਦੀ ਆ ਉਹ ਇੱਕ ਭ੍ਰਿਸ਼ਟਾਚਾਰ ਮਾਧਿਅਮ ਦੇ ਰਾਹੀਂ ਹੀ ਇਕੱਠੀ ਹੋਈ ਹੁੰਦੀ ਆ। ਪੈਸਾ ਟੈਕਸ ਪੇਅਰ ਦਾ ਕਿ BJP ਪਾਰਟੀ ਦਾ? ਕਿਉਂਕਿ ਇੱਕ ਸਮਾਂ ਇਹ ਸੀ, ਤੁਸੀਂ ਤਾਂ ਉਹ ਸਮਾਂ ਵੀ ਦੇਖਿਆ ਜਦੋਂ ਪੋਲੀਟੀਕਲ ਜੇਬ ਹੋਰ ਹੁੰਦੀ ਸੀਗੀ ਤੇ ਇੱਕ ਪਰਿਵਾਰਿਕ ਜੇਬ ਹੋਰ ਹੁੰਦੀ ਸੀਗੀ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ CBI ਦੀ ਡਾਇਮੰਡ ਜੁਬਲੀ ਤੇ ਸੰਬੋਧਨ ਕਰਦਿਆਂ ਉਹਨਾਂ ਨੇ ਇੱਕ ਵੱਡੀ ਗੱਲ ਕਹੀ ਹੈ ਕਿ ਭ੍ਰਿਸ਼ਟਾਚਾਰ ਮੁਕਤ ਭਾਰਤ ਬਣਾਉਣ ਦੇ ਲਈ CBI ਦਲੇਰਾਨਾ ਕਾਰਵਾਈ ਕਰੇ। ਜੋ ਵੀ ਭ੍ਰਿਸ਼ਟਾਚਾਰ 'ਚ ਲਿਪਤਾ ਪਾਏ ਜਾਂਦੇ ਆ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ, ਚਾਹੇ ਕਿੰਨਾ ਵੀ ਕੋਈ ਵੱਡਾ ਕਿਉਂ ਨਾ ਹੋਵੇ। ਇਹਨਾਂ ਮੁੱਦਿਆਂ ਤੇ ਜਿੱਥੋਂ ਤੱਕ ਸਵਾਲ ਹੈ ਵਿਰੋਧੀ ਧਿਰਾਂ ਦਾ, ਵਿਰੋਧੀ ਧਿਰਾਂ ਵੱਖਰੇ ਤੌਰ 'ਤੇ ਇਸ ਨਜ਼ਰੀਏ ਤੋਂ ਦੇਖਦੀਆਂ ਕਿ ਕੇਂਦਰ ਦੀਆਂ ਏਜੰਸੀਆਂ CBI ਹੋਵੇ ਜਾਂ ED ਹੋਵੇ, ਵਿਰੋਧੀਆਂ 'ਤੇ ਕਿਸ ਕਦਰ ਕਾਰਵਾਈ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਦਾ ਬਿਆਨ CBI ਨੂੰ ਜਿਹੜਾ ਥਾਪੜਾ ਦਿੱਤਾ ਗਿਆ ਉਸ ਵੇਲੇ ਹੋਰ ਵੀ ਇਸ ਰਾਜਸੀ ਨਜ਼ਰੀਏ ਨਾਲ ਵੇਖਿਆ ਜਾ ਰਿਹਾ ਕਿ 24 ਦੀਆਂ ਇਲੈਕਸ਼ਨ ਜਿਹੜੀਆਂ ਹੈਗੀਆਂ ਪਾਰਲੀਮੈਂਟ ਦੀ ਇਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਨਜ਼ਦੀਕ ਹੈ ਕਿ ਉਸ ਤੋਂ ਪਹਿਲਾਂ ਵਿਰੋਧੀ ਧਿਰਾਂ ਨੂੰ ਸੁਨੇਹਾ ਜਾਂ ਵਾਕਈ ਭ੍ਰਿਸ਼ਟਾਚਾਰ ਮੁਕਤ ਭਾਰਤ ਬਣਾਉਣ ਦਾ ਇੱਕ ਵੱਡਾ ਫੈਸਲਾ ਐਲਾਨ CBI ਦੇ ਰਾਹੀਂ ਕੀਤਾ ਜਾ ਰਿਹਾ। ਇਹਨਾਂ ਮੁੱਦਿਆਂ 'ਤੇ ਮੇਰੇ ਨਾਲ ਪੈਨਲ ਚਰਚਾ ਜਿਹੜੇ ਮਹਿਮਾਨ ਮੇਰੀ ਬੇਨਤੀ ਪ੍ਰਵਾਨ ਕਰਕੇ ਜੁੜੇ ਹੈ, ਸਾਡੇ ਸਾਰੇ ਸਤਿਕਾਰਤ ਮਹਿਮਾਨ ਜਿਹੜੇ ਸਾਡੀ ਬੇਨਤੀ ਪ੍ਰਵਾਨ ਕਰਕੇ ਚੈਨਲ ਸਟੂਡੀਓ 'ਚ ਆਏ ਹੈ, ਮੈਂ ਉਹਨਾਂ ਨਾਲ ਜਾਣ ਪਛਾਣ ਕਰਾ ਕੇ ਆਪਾਂ ਇਹਨਾਂ ਮੁੱਦਿਆਂ 'ਤੇ ਗੱਲ ਕਰਦੇ ਹਾਂ। ਚੇਤਨ ਜੋਸ਼ੀ ਜੀ ਨੇ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ, ਇਸੇ ਤਰੀਕੇ ਦੇ ਨਾਲ ਬੂਟਾ ਸਿੰਘ ਬਰਾਗੀ ਜੀ ਰਾਜਸੀ ਵਿਸ਼ਲੇਸ਼ਕ ਨੇ, ਇੰਝ ਹੀ ਜਿਹੜਾ ਹੈਗਾ ਹਰਜੀਤ ਸਿੰਘ ਭੁੱਲਰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ,
ਕਾਂਗਰਸ ਪਾਰਟੀ ਵੱਲੋਂ ਅਰਸ਼ਪ੍ਰੀਤ ਖੜਿਆਲ ਸਾਡੇ ਸਾਰੇ ਹੀ ਕੱਦਾਵਾਰ ਸੀਨੀਅਰ ਬੁਲਾਰੇ ਹੈ, ਉਹਨਾਂ ਸਾਰਿਆਂ ਨੂੰ ਤੁਹਾਡੇ ਵੱਲੋਂ ਆਉਣ ਦੇ ਲਈ ਤਹਿ ਦਿਲ ਤੋਂ ਜੀ ਆਖਦਾ, ਵੈਲਕਮ ਕਰਦਾ ਹਾਂ। ਇਸ ਮੁੱਦੇ ਤੇ ਆਪਾਂ ਗੱਲ ਕਰ ਰਹੇ। ਚੇਤਨ ਜੋਸ਼ੀ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ, ਬਣਦਾ ਵੀ ਤੁਹਾਡੇ ਕੋਲੋਂ ਹੀ ਹੈ। ਨਰਿੰਦਰ ਮੋਦੀ ਨੇ ਜੋ ਬਿਆਨ ਦਿੱਤਾ ਭ੍ਰਿਸ਼ਟਾਚਾਰ ਮੁਕਤ ਬਿਆਨ ਭਾਰਤ ਨੂੰ ਕਰਨ ਦਾ, ਉਹ ਤੇ ਹੈ ਹੀ ਹੈ, ਪਰ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਚੇਚੇ ਤੌਰ ਤੇ ਸੰਬੋਧਨ ਦੇ ਵਿੱਚ ਕਿ ਅਜੇ ਵੀ ਕੁਝ ਰਾਜਾਂ ਦੇ ਵਿੱਚ ਅਜਿਹੀਆਂ ਧਿਰਾਂ, ਅਜਿਹੀਆਂ ਸਰਕਾਰਾਂ ਹੈਗੀਆਂ ਜਿਹੜੀਆਂ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰ ਰਹੀਆਂ। ਕੀ ਇਹ ਵਿਰੋਧੀ ਧਿਰਾਂ ਨੂੰ ਜਿਹੜਾ ਨਿਸ਼ਾਨੇ ਤੇ ਲਿਆ ਗਿਆ ਜਾਂ ਵਾਕਈ ਭ੍ਰਿਸ਼ਟਾਚਾਰ ਵਿਰੁੱਧ ਜਿਹੜੀ ਲੜਾਈ ਦਾ ਐਲਾਨ ਕੀਤਾ ਗਿਆ ਪ੍ਰਧਾਨ ਮੰਤਰੀ ਵੱਲੋਂ? ਚੇਤਨ ਜੋਸ਼ੀ ਜੀ। ਜੀ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਨੇ ਅੱਜ ਜੋ ਗੱਲਬਾਤ ਕੀਤੀ, ਉਹ ਜਿਹੜੀਆਂ ਗੱਲਾਂ ਕੀਤੀਆਂ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਆ। ਉਹਨਾਂ ਨੇ ਪੁਰਾਣੀਆਂ ਵੀ ਕੁਝ ਗੱਲਾਂ ਦੁਹਰਾਈਆਂ ਔਰ ਉਹਨਾਂ ਅਫਸਰਾਂ ਨੂੰ ਸੰਬੋਧਨ ਵੀ ਕੀਤਾ ਕਿ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਵੀ ਜੋ ਕਾਰਗੁਜ਼ਾਰੀਆਂ ਕੀਤੀਆਂ, ਕਿਉਂਕਿ 60 ਸਾਲ ਦੇ ਲਾਗੇ ਤਕਰੀਬਨ CBI ਦਾ ਕਾਰਜਕਾਲ ਹੁਣ ਤੱਕ ਚੱਲਦਾ ਆ ਰਿਹਾ ਔਰ ਇਹਨਾਂ 60 ਸਾਲਾਂ ਦੇ ਵਿੱਚ ਜਿਹੜੇ ਚੈਲੰਜਸ, ਕਿਉਂਕਿ ਮਲਟੀ ਡਾਇਮੈਂਸ਼ਨਲ ਸਿਸਟਮ ਦੇ ਵਿੱਚ CBI ਨੇ ਕੰਮ ਕੀਤਾ ਔਰ ਇਸ ਦੌਰਾਨ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ, ਜਿੱਥੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ, ਉੱਥੇ ਇੱਕ ਮੋਰਲ ਸਪੋਰਟ ਵੀ ਕੀਤੀ ਕਿ ਕਈ ਤਰ੍ਹਾਂ ਦੇ ਲੋਕ ਉਹਨਾਂ ਦੀ ਜ਼ਿੰਦਗੀ 'ਚ ਆਏ, ਕਈ ਤਰ੍ਹਾਂ ਦੇ ਸ਼ਾਸਕ ਉਹਨਾਂ ਦੀ ਜ਼ਿੰਦਗੀ 'ਚ ਆਏ, ਵੱਖ-ਵੱਖ ਤਰ੍ਹਾਂ ਦੀਆਂ ਚੁਣੌਤੀਆਂ ਸੀਗੀਆਂ ਔਰ ਅਸੀਂ ਉਸ ਚੁਣੌਤੀਆਂ ਨੂੰ ਲੈ ਕੇ ਅੱਗੇ ਵੱਧ ਕੇ ਵਿਕਾਸ ਵੱਲ ਜਦੋਂ ਤੁਰਦੇ ਹਾਂ ਤੇ ਭ੍ਰਿਸ਼ਟਾਚਾਰ ਦੀ ਗੱਲ ਜਦੋਂ ਆਉਂਦੀ ਹੈ ਸਾਹਮਣੇ, ਤੇ ਭ੍ਰਿਸ਼ਟਾਚਾਰ ਬਾਰੇ ਉਹਨਾਂ ਨੇ ਬੜੀ ਖੁੱਲ੍ਹ ਕੇ ਗੱਲ ਕੀਤੀ ਹੈ, ਕਿਉਂਕਿ ਜ਼ੀਰੋ ਟੋਲਰੈਂਸ ਆ ਭ੍ਰਿਸ਼ਟਾਚਾਰ ਦੇ ਉੱਤੇ। ਪਾਰਟੀ ਕੋਈ ਵੀ ਹੋਵੇ ਕਹਿੰਦੀ ਜ਼ਰੂਰ ਹੈ, ਲੇਕਿਨ ਕਰਕੇ ਕੋਈ ਵਿਖਾਉਂਦੀ ਹੈ। ਅਸੀਂ ਜੇ ਬਾਕੀ ਪਾਰਟੀਆਂ ਦੇ ਇਤਿਹਾਸ ਵੱਲ ਵੇਖੀਏ ਤਾਂ ਕਿਤੇ ਨਾ ਕਿਤੇ ਅਸੀਂ ਜੇ ਗੱਲਬਾਤ ਕਰਦੇ ਹਾਂ CBI ਦੇ ਕਾਰਜਕਾਲ, CBI ਦੇ ਸਿਸਟਮ ਵੱਲੋਂ, ਕਿਉਂਕਿ CBI ਜਿਹੜੀ ਵੀ ਸਰਕਾਰ ਹੁੰਦੀ ਆ, ਉਹ ਸਰਕਾਰ ਦੇ ਦੌਰਾਨ ਜਦੋਂ ਕੋਈ CBI ਕੰਮ ਕਰਦੀ ਆ ਤੇ ਹਮੇਸ਼ਾ CBI ਨੂੰ ਇਹ ਕਿਹਾ ਜਾਂਦਾ ਵਾ ਕਿ ਉਹ ਮਤਲਬ ਜੋ ਹੁਣ ਕਿਹਾ ਜਾ ਰਿਹਾ ਜ਼ਿਆਦਾਤਰ ਕਿ CBI ਜੋ ਕੰਮ ਕਰਦੀ ਪਈ ਆ ਸਰਕਾਰ ਦੇ ਦਬਾਅ ਦੇ ਹੇਠਾਂ ਕਰਦੀ, ਇਦਾਂ ਦੀ ਕੋਈ ਗੱਲ ਨਹੀਂ। ਸੌਰੀ ਮੈਂ ਤੁਹਾਨੂੰ ਵਿੱਚ ਟੋਕਣ ਲੱਗਿਆ, ਜੋ ਤੁਸੀਂ ਕਮੈਂਟ ਕਰ ਰਹੇ ਹੋ, ਤੁਸੀਂ ਖੁਦ ਵੀ ਕਹਿ ਰਹੇ ਹੋ ਕਿ ਸਰਕਾਰ ਦੇ ਦਬਾਅ ਹੇਠਾਂ ਇਦਾਂ ਦਾ ਮਾਹੌਲ, ਕੱਲਾ ਸਰਕਾਰ ਦੇ ਦਬਾਅ ਹੇਠਾਂ ਮਾਹੌਲ ਦੀ ਗੱਲ ਨਹੀਂ। ਜੋ ਪ੍ਰਧਾਨ ਮੰਤਰੀ ਵੱਲੋਂ ਕਿਹਾ ਗਿਆ, ਜੇ ਪਿਛਲੇ ਦਿਨਾਂ 'ਚ ਵੀ ਆਪਾਂ ਉਹਨਾਂ ਦੇ ਬਿਆਨ ਦੇਖੀਏ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀਆਂ ਕਰਪਟ ਧਿਰਾਂ ਉਹ ਸਾਰੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਰਹੀਆਂ। ਇਹ ਹੁਣ ਉਸ ਤੋਂ ਅਗਲਾ ਸਟੈਪ ਹੈ। CBI ਨੂੰ ਕਿਹਾ ਗਿਆ ਕਿ ਭ੍ਰਿਸ਼ਟਾਚਾਰ ਮੁਕਤ ਭਾਰਤ ਬਣਾਇਆ ਜਾਏ, ਕਿਉਂਕਿ ਤੁਸੀਂ ਦੇਖੋ ਨਾ ਹੁਣ ਤੱਕ ਦੇ ਕਿੰਨੇ ਇਤਿਹਾਸ ਦੇ ਵਿੱਚ, ਚਲੋ ਅਸੀਂ ਮੇਨ ਕਾਂਗਰਸ ਸਰਕਾਰ ਦੀ ਗੱਲ ਕਰਦੇ ਹਾਂ, ਕਿੰਨੇ ਘੁਟਾਲੇ ਨਿਕਲੇ ਨੇ। 1950 ਦੇ ਜੀਪ ਘੁਟਾਲਿਆਂ ਤੋਂ ਇੱਕ ਸਿਲਸਿਲਾ ਚੱਲ ਪੈਂਦਾ ਔਰ ਸਿਲਸਿਲਾ ਦਰਬਦਰ ਇੰਨਾ ਲੰਬਾ ਚੱਲਦਾ ਪਿਆ। ਅੱਜ ਹਿੰਦੁਸਤਾਨ ਦੇ ਜੇ ਘੁਟਾਲਿਆਂ ਨੂੰ ਗਣਾਈਏ ਤੇ ਤਕਰੀਬਨ ਕਾਂਗਰਸ ਦੇ ਰਾਜ ਦੇ ਵਿੱਚ ਉਹ ਘੁਟਾਲੇ ਹੋਏ ਨੇ ਸਾਰੇ। ਔਰ ਉਹਨਾਂ ਘੁਟਾਲਿਆਂ ਦੇ ਵਿੱਚ ਜੇ ਅਸੀਂ ਗੱਲ ਕਰਦੇ ਹਾਂ ਤੇ ਹੁਣ ਘੁਟਾਲਿਆਂ ਦਾ ਮਤਲਬ ਕਰਪਸ਼ਨ ਹੀ ਆ, ਉਹ ਕੀ ਆ, ਕੋਈ ਉਹ ਚੰਗੀ ਗੱਲ ਤੇ ਹੈ ਨਹੀਂ ਹੈ। ਕਿਉਂਕਿ ਜਦੋਂ ਤੁਸੀਂ ਇੱਕ ਸਿਸਟਮ ਨੂੰ ਖਰਾਬ ਕਰਦੇ ਹੋ, ਪ੍ਰਧਾਨ ਮੰਤਰੀ ਜੀ ਨੇ ਸਿੱਧੀ ਗੱਲ ਉਹਦੇ 'ਚ ਕੀਤੀ ਆ ਕਿ ਨੌਜਵਾਨਾਂ ਦਾ ਹੱਕ ਮਾਰਿਆ ਜਾਂਦਾ ਉਹਦੇ ਵਿੱਚ। ਜਦੋਂ ਤੁਸੀਂ ਕਿਸੇ ਦੀ ਜਿਹੜੇ ਪੈਸਿਆਂ ਨੂੰ ਤੁਸੀਂ ਭ੍ਰਿਸ਼ਟਾਚਾਰ ਦੇ ਰੂਪ 'ਚ ਆਪਣੀ ਜੇਬ 'ਚ ਪਾਉਣ ਦੀ ਕੋਸ਼ਿਸ਼ ਕਰਦੇ ਜੇ, ਬਜਾਏ ਕਿ ਪਬਲਿਕ ਤੇ ਲਾਉਣ ਦੇ, ਕੋਈ ਜਨਤਾ ਦਾ ਪੈਸਾ ਹੁੰਦਾ। ਤਾਂ ਉਹਨਾਂ ਨੇ ਇਹ ਸਾਰੀਆਂ ਗੱਲਾਂ ਬੜੀਆਂ ਖੁੱਲ੍ਹ ਕੇ ਕੀਤੀਆਂ ਨੇ ਔਰ ਪਾਰਟੀ ਦਾ, ਭਾਰਤੀ ਜਨਤਾ ਪਾਰਟੀ ਦਾ, ਕਿਉਂਕਿ ਵਿਰੋਧੀਆਂ ਦਾ ਵੀ ਜੇ ਹੱਕ ਵਾ ਸਾਨੂੰ ਕ੍ਰਿਟੀਸਾਈਜ਼ ਕਰਨ ਦਾ, ਅਸੀਂ ਉਹਨਾਂ ਦੇ ਹੱਕ ਦੀ, ਉਹਨਾਂ ਦੇ ਅਧਿਕਾਰ ਦਾ ਸਵਾਗਤ ਕਰਦੇ ਹਾਂ। ਲੇਕਿਨ ਜਿਹੜੀ ਸੱਚਾਈ ਗੱਲ ਆ, ਸੱਚਾਈ ਤੇ ਇਹੋ ਹੀ ਹੈਗੀ ਹੈ ਨਾ ਕਿ ਹੁਣ ਤੱਕ ਜਿੰਨੇ ਵੀ ਘੁਟਾਲੇ ਨਿਕਲੇ ਨੇ, ਮੈਂ ਕਿਹੜਾ ਨਾਂ ਲਵਾਂ? ਜੀ ਜੋਸ਼ੀ, ਬਿਲਕੁਲ ਮੇਰੀ ਜ਼ੁਬਾਨ ਦੇ ਵਿੱਚ ਮੈਂ ਟਾਈਮ ਨਹੀਂ ਵੇਸਟ ਕਰਨਾ ਚਾਹੁੰਦਾ, ਕਿਉਂਕਿ ਉਹ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ ਹੈ। ਛੋਟੇ ਜਦੋਂ ਘੁਟਾਲੇ ਬੜੇ ਵੱਡੇ ਰੂਪ ਲੈ ਗਏ ਇਹਨਾਂ ਦੇ, ਤੇ ਅੱਜ ਜੋ ਸਿਚੁਏਸ਼ਨ ਪੈਦਾ ਹੋਈ ਆ, ਅੱਜ ਸਰਕਾਰ ਜੇ ਉਹਨਾਂ ਦੇ ਉੱਤੇ ਕੰਮ ਕਰਦੀ ਪਈ ਆ ਜਾਂ ਕਾਰਵਾਈ ਕਰਦੀ ਪਈ ਆ, ਤੇ ਵਿਰੋਧੀ ਧਿਰਾਂ ਨੇ ਇਕੱਠੇ ਹੋਣਾ, ਕਿਉਂਕਿ ਕਰਪਸ਼ਨ ਉਹਨਾਂ ਨਾਲ ਜੁੜੀ ਹੈ ਨਾ। ਯੈਸ, ਆਪਾਂ ਫਿਰ ਆਨੇ ਇਸ ਮੁੱਦੇ ਤੇ। ਅਹਿਮ ਮੁੱਦਾ ਹੈਗਾ, ਬਾਕੀ ਮਹਿਮਾਨਾਂ ਦੀ ਆਪਾਂ ਰਾਏ ਲੈ ਲਈਏ। ਖੜਿਆਲ ਜੀ, ਸਿੱਧੇ ਤੌਰ ਤੇ ਜਦੋਂ ਗੱਲ ਕੀਤੀ ਜਾਂਦੀ ਹੈ, ਜਿੱਦਾਂ ਚੇਤਨ ਜੋਸ਼ੀ ਉਹਨਾਂ ਨੇ ਵੀ ਕਿਹਾ, ਕਾਂਗਰਸ ਨੂੰ ਨਿਸ਼ਾਨੇ ਤੇ ਤਾਂ ਲਿਆ ਹੀ ਜਾ ਰਿਹਾ, ਪਰ ਵਿਰੋਧੀ ਧਿਰਾਂ ਦੀ ਗੱਲ ਵੀ ਕੀਤੀ ਜਾ ਰਹੀ ਹੈ ਕਿ ਕਾਂਗਰਸ ਨੂੰ ਭ੍ਰਿਸ਼ਟਾਚਾਰ, ਕਰਪਸ਼ਨ ਨਾਲ ਜੋੜ ਕੇ ਜਿਹੜਾ ਲੱਗਦਾ ਹੈ ਕਿ ਬਗੈਰ ਨਾਂ ਲਿਆ ਪ੍ਰਧਾਨ ਮੰਤਰੀ ਨੇ ਟਾਰਗੇਟ ਕੀਤਾ ਹੈ। ਪਹਿਲੀ ਗੱਲ ਤਾਂ ਸਿੱਧੂ ਸਾਹਿਬ ਇਹ ਹੈ ਕਿ ਇਹਨਾਂ ਨੇ ਗੱਲ ਕੀਤੀ ਵੀ ਕਾਂਗਰਸ ਪਾਰਟੀ ਦੇ ਖਿਲਾਫ ਕੇਸ ਪੈਂਡਿੰਗ ਨੇ, ਆ ਹੋਇਆ ਉਹ ਹੋਇਆ। ਮੈਨੂੰ ਲੱਗਦਾ ਜੋਸ਼ੀ ਸਾਹਿਬ ਨੇ ਫੈਕਟਸ ਆਪਦੇ ਚੰਗੀ ਤਰ੍ਹਾਂ ਕੰਸੀਡਰ ਨਹੀਂ ਕੀਤੇ, ਪੜ੍ਹੇ ਨਹੀਂ, ਕਿਉਂਕਿ ਬਹੁਤ ਸਾਰੇ ਕੇਸਿਸ ਦੇ ਵਿੱਚ ਕਾਂਗਰਸ ਲੀਡਰਸ ਐਕਵਿਟ ਹੋ ਗਏ ਸੀਗੇ। ਪਤਾ ਇਹ ਲੱਗਿਆ ਵੀ ਉਹ ਕੇਸ ਗਲਤ ਸੀ, ਬੇਬੁਨਿਆਦ ਸੀ, ਫਾਲਸ ਇੰਪਲੀਕੇਸ਼ਨ ਸੀਗੀਆਂ। ਦੂਜੀ ਗੱਲ, ਜੇ ਵਾਕਈ ਜ਼ੀਰੋ ਟੋਲਰੈਂਸ ਫॉर ਕਰਪਸ਼ਨ ਹੁੰਦੀ ਤਾਂ ਬੀਜੇਪੀ ਹੁਣ ਤੱਕ ਅਡਾਨੀ ਇਸ਼ੂ ਤੇ JPC ਪ੍ਰੋਬ ਆਰਡਰ ਕਰ ਦਿੰਦੀ, ਕਿਉਂਕਿ ਅਡਾਨੀ ਸਾਹਿਬ ਦੁਨੀਆ ਦੇ ਵਿੱਚ ਸੈਕੰਡ ਰਿਚੈਸਟ ਪਰਸਨ ਸੀਗੇ ਤੇ ਦੇਸ਼ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਟੌਪ 10 ਟੈਕਸ ਪੇਅਰਾਂ 'ਚ ਨਾਮ ਨਹੀਂ ਸੀਗਾ। ਹੋਰ ਬਹੁਤ ਸਵਾਲ ਨੇ। ਪ੍ਰੋਬ ਤੋਂ ਬੀਜੇਪੀ ਕਿਉਂ ਭੱਜ ਰਹੀ ਹੈ ਜੋਸ਼ੀ ਸਾਹਿਬ? ਪਹਿਲਾ ਸਵਾਲ ਤੁਹਾਨੂੰ ਇਹ ਹੈ
ਕਿ ਕਿਉਂ ਬੀਜੇਪੀ ਪ੍ਰੋਬ ਕਰਨਾ ਨਹੀਂ ਚਾਹੁੰਦੀ। ਜੇ ਇਨੋਸੈਂਟ ਹੋਣਗੇ ਪਾਏ ਜਾਣਗੇ, ਗਲਤੀ ਹੋਣਗੇ ਤਾਂ ਉਹ ਪਾਏ ਜਾਣਗੇ। ਦੂਜੀ ਗੱਲ, ਇਹ ਟੈਕਨੀਕ ਹੈ ਡਾਇਵਰਟ ਕਰਨ ਦੀ ਅਟੈਂਸ਼ਨ ਨੂੰ ਅਡਾਨੀ ਇਸ਼ੂ ਤੋਂ ਤੇ ਕਰਨਾਟਕਾ ਦੇ ਸਟੇਟ ਲੀਡਰਸ ਤੋਂ, ਜਿਨ੍ਹਾਂ ਤੇ ਕਰਪਸ਼ਨ ਦੇ ਐਲੀਗੇਸ਼ਨ ਵੀ ਲੱਗੇ ਤੇ ਕੇਸ ਵੀ ਬਹੁਤ ਸਾਰੇ ਤੇ ਹੋਏ ਹੈ। ਸੋ ਦੇਅਰਫੋਰ ਆ ਚੀਜ਼ ਕੀਤੀ। ਹੁਣ ਦੂਜੀ ਗੱਲ, ਮੈਂ ਇਹਨਾਂ ਨੂੰ ਕਹਿਣਾ, ਜੇ ਜ਼ੀਰੋ ਟੋਲਰੈਂਸ ਵਾਕਈ ਕਹਿੰਦੇ ਹੋ ਤਾਂ ਪ੍ਰੋਬ ਆਰਡਰ ਕਰੋ ਅਡਾਨੀ ਇਸ਼ੂ ਤੇ, ਮਿਸਟਰ ਪੋਖਰੀਵਾਲ ਦੇ ਖਿਲਾਫ, ਚੌਹਾਨ ਸਾਹਿਬ ਦੇ ਖਿਲਾਫ, ਰਾਣੇ ਸਾਹਿਬ ਦੇ ਖਿਲਾਫ, ਰॉय साहब के खिलाफ, येदुरप्पा साहब के खिलाफ, बिस्वा शर्मा साहब के खिलाफ, रेड्डी ब्रदर्स के खिलाफ, जे वाकई कहने हो जीरो टॉलरेंस है। दूजी गल, जोशी साहब मेरा दूजा सवाल लिख लो तो ਇਹਦਾ जवाब जरूर ਦਿਓ ਵੀ ਜਿਹੜਾ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਸੀਗਾ ਮੇਹੁਲ ਚੌਕਸੀ ਨੂੰ, ਉਹ ਤੁਸੀਂ ਵਿਡਰਾ ਕਿਉਂ ਕਰਵਾਤਾ? ਇਹਦਾ ਕੀ ਜਵਾਬ ਹੈ? ਤੀਜਾ, ਈਡੀ ਤੇ ਸੀਬੀਆਈ ਦੇ ਜਿੰਨੇ ਕੇਸ ਦਰਜ ਹੁੰਦੇ ਆ ਸਿੱਧੂ ਸਾਹਿਬ, ਉਹ 95% ਆਪੋਜੀਸ਼ਨ ਪਾਰਟੀਆਂ ਦੇ ਖਿਲਾਫ। ਦੂਜੀ ਗੱਲ, ਈਡੀ ਦਾ ਕਨਵਿਕਸ਼ਨ ਰੇਟ ਅਲੈਜਡਲੀ 0.05% ਕਿਉਂ ਹੈ? ਈਡੀ ਸਾਡੇ ਵਾਲੇ 112 ਰੇਡ ਕੀਤੇ ਸੀਗੇ ਸਾਡੇ ਰਜੀਮ ਦੇ ਵਿੱਚ, ਤੇ ਬੀਜੇਪੀ ਦੇ ਰਜੀਮ ਦੇ ਵਿੱਚ 3000 ਪਲੱਸ। ਤੇ ਜੇ ਕਹਿਣਾ ਐਕਸ਼ਨ ਲੈ ਰਹੇ ਹੈ, ਤੇ ਜੇ ਐਕਸ਼ਨ ਲੈ ਰਹੇ ਹੋ, ਰੇਡ ਕਰੇ ਤਾਂ ਸਜ਼ਾ ਕਿਉਂ ਨਹੀਂ ਹੋ ਪਾ ਰਹੀ? ਅਗਲੀ ਗੱਲ, ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਵਿੱਚ ਇਹਨਾਂ ਨੇ 1700 ਰੇਡਸ ਕੀਤੇ ਸਿੱਧੂ ਸਾਹਿਬ, ਸਿਰਫ ਔਰ ਸਿਰਫ 9 ਖਤਮ ਹੋਈਆਂ, 9 ਨੂੰ ਸਜ਼ਾ ਮਿਲੀ 1700 ਚੋਂ। ਦੂਜਾ, ਈਡੀ ਨੇ 2014 ਤੋਂ ਲੈ ਕੇ 2023 ਤੱਕ ਸਿਰਫ 25 ਕੇਸਿਸ ਕਲੋਜ਼ ਕੀਤੇ ਆ, 25 ਕੇਸ ਸਿਰਫ। ਸੋ ਇਤੋਂ ਕੀ ਪਤਾ ਲੱਗ ਰਿਹਾ ਹੈ? ਦੁਰਉਪਯੋਗ, ਅਬਿਊਜ਼ ਆਫ ਪਾਵਰ। ਤੀਜੀ ਗੱਲ, ਜੋਸ਼ੀ ਸਾਹਿਬ ਮੈਨੂੰ ਇਹ ਦੱਸੋ, ਕਿਹੜੀ ਵਾਸ਼ਿੰਗ ਮਸ਼ੀਨ ਹੈ ਬੀਜੇਪੀ ਕੋਲੇ? ਕਿਹੜਾ ਡਿਟਰਜੈਂਟ ਪਾਊਡਰ ਹੈ? ਵੀ ਦੂਜੀ ਪਾਰਟੀ ਦੇ ਵਿੱਚ ਜਦੋਂ ਬੰਦਾ ਹੈਗਾ ਲੀਡਰ ਉਹਦੇ ਕੇਸ ਚੱਲ ਰਿਹਾ, ਤੇ ਤੁਹਾਡੀ ਪਾਰਟੀ ਜਦੋਂ ਆ ਜਾਂਦਾ ਹੈ ਸਾਰੇ ਦਾਗ ਸਾਫ਼ ਹੋ ਜਾਂਦੇ ਆ, ਸਾਰਾ ਕੁਝ ਸਾਇਲੈਂਟ ਹੋ ਜਾਂਦਾ। ਫॉर ਐਗਜ਼ਾਮਪਲ, ਮੈਨੂੰ ਇਹ ਦੱਸਣ ਇਹਨਾਂ ਨੇ ਕਿਉਂ ਇੰਡਕਟ ਕੀਤਾ ਰਾਣੇ ਸਾਹਿਬ ਨੂੰ, ਕਿਉਂ ਇੰਡਕਟ ਕੀਤਾ ਰॉय ਸਾਹਿਬ ਨੂੰ, ਸੁਵੇਂਦੂ ਅਧਿਕਾਰੀ ਸਾਹਿਬ ਨੂੰ, ਕੈਪਟਨ ਅਮਰਿੰਦਰ ਸਿੰਘ ਸਾਹਿਬ ਨੂੰ। ਜੇ ਵਾਕਈ ਕਹਿੰਦੇ ਹੋ ਜ਼ੀਰੋ ਟੋਲਰੈਂਸ, ਫਿਰ ਇਹਨਾਂ ਨੂੰ ਪਾਰਟੀ ਦੇ ਵਿੱਚ ਕਿਉਂ ਇੰਡਕਟ ਕਰ ਰਹੇ ਹੋ? ਅਗਲੀ ਗੱਲ, ਲਾਸਟ ਪੁਆਇੰਟ ਸਿੱਧੂ ਸਾਹਿਬ ਮੇਰਾ ਇਹ ਹੈ ਕਿ ਬੀਜੇਪੀ ਦਾ ਇੱਕ ਵੀ ਲੀਡਰ ਨਹੀਂ ਹੈ ਜਿਹਦੇ ਖਿਲਾਫ ਈਡੀ ਜਾਂ ਸੀਬੀਆਈ ਦਾ ਇੱਕ ਵੀ ਕੇਸ ਪੈਂਡਿੰਗ ਹੋਵੇ। ਇਹ ਕਿਉਂ? ਪਰ ਅਕੋਰਡਿੰਗ ਟੂ ਐਸੋਸੀਏਸ਼ਨ ਆਫ ਡੈਮੋਕ੍ਰੈਟਿਕ ਰਿਫਾਰਮਸ, ਬੀਜੇਪੀ ਦੇ ਸਭ ਤੋਂ ਜ਼ਿਆਦਾ ਸਿਟਿੰਗ ਐਮਪੀਜ਼ ਹੈ ਜਿਨ੍ਹਾਂ ਖਿਲਾਫ ਸਭ ਤੋਂ ਜ਼ਿਆਦਾ ਕੇਸਿਸ ਪੈਂਡਿੰਗ ਨੇ। ਸੋ ਐਡਾ ਵੱਡਾ ਕੰਟਰਾਸਟ ਕਿਵੇਂ? ਸੋ ਮੇਰਾ ਇੱਕ ਸਵਾਲ ਪਹਿਲਾਂ ਜੋਸ਼ ਸਾਹਿਬ ਤੋਂ ਇੰਨਾ ਲੈ ਲਿਓ, ਜਿਹੜਾ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਇਸ਼ੂ ਕੀਤਾ ਹੋਇਆ ਸੀ ਮੇਹੁਲ ਚੌਕਸੀ ਦੇ ਖਿਲਾਫ, ਉਹ ਕਿਉਂ ਵਿਡਰਾ ਕੀਤਾ? ਜੋਸ਼ੀ ਸਾਹਿਬ ਤੁਹਾਡੀ ਸਰਕਾਰ ਨੇ, ਦਾ ਜਵਾਬ ਦਿਓ। ਜੀ ਜੀ ਸਰ, ਦਿਓਗੇ ਜਵਾਬ? ਬਿਲਕੁਲ ਦਵਾਂਗਾ ਜੀ। ਦੀ ਗੱਲ ਕੀਤੀ ਇਹਨੇ ਦੂਜੇ ਆਗੂਆਂ ਦੇ ਨਾਲ ਨਾ, ਪਹਿਲਾਂ ਚੌਕਸੀ ਸਾਹਿਬ ਦਾ, ਇੰਟਰਪੋਲ ਦਾ ਲੈ ਲਓ ਸਰ। ਜੀ, ਇੰਟਰਪੋਲ ਤੇ ਪਹਿਲਾਂ मैं एक शेर में शुरुआत करांगा कि लहजे में बदजुबानी चेहरे पे नकाब लिए फिरते हैं, जिनके खुद के बिगड़े हैं वही खाते वो हमारा हिसाब लिए फिरते हैं। ਇਹ ਸਾਡੇ ਤੋਂ ਗੱਲਾਂ ਕਰਦੇ ਪਏ ਨੇ। ਇਹਨਾਂ ਦੇ ਇੱਕ ਭੂਤਪੂਰਵ ਪ੍ਰਧਾਨ ਮੰਤਰੀ ਨੇ ਕਿਹਾ ਸੀ 1 ਰੁਪਏ 'ਚ 15 ਪੈਸੇ ਪਹੁੰਚਦੇ ਨੇ ਗਰੀਬਾਂ ਤੱਕ। ਇਹ ਪੁਰਾਣੇ ਹਿਸਾਬ ਤਾਂ ਯਾਦ ਰੱਖਣ ਕਿ ਇਹਨਾਂ ਦੇ ਆਪਣੇ ਹੀ ਪ੍ਰਾਈਮ ਮਿਨਿਸਟਰ ਕਿਸੇ ਨੇ ਗੱਲ ਕੀਤੀ ਸੀਗੀ। ਅੱਜ ਇਹਨਾਂ ਨੇ ਲੰਮੀਆਂ ਚੌੜੀਆਂ ਚਿੱਠੀਆਂ ਸੁਣਾਤੀਆਂ। ਇਹ ਕਹਿੰਦੇ ਨੇ ਕਿ ਬੀਜੇਪੀ ਦੇ ਬੰਦਿਆਂ, ਮਤਲਬ ਜੇ ਤੁਸੀਂ ਕਰਪਟ ਸੀਗੇ ਤਾਂ ਮਤਲਬ ਇਹ ਥੋੜੀ ਕਿ ਬੀਜੇਪੀ ਕਰਪਟ ਹੋਵੇ। ਇਹਨਾਂ ਦਾ ਮਤਲਬ ਕਹਿਣ ਦਾ ਇਹੋ ਹੀ ਹੈ ਨਾ ਵੀ ਬੀਜੇਪੀ ਦੇ ਕਿਸੇ ਬੰਦੇ ਦੇ ਉੱਤੇ ਕਾਰਵਾਈ ਨਹੀਂ ਇਦਾਂ ਦੀ ਹੁੰਦੀ ਵੀ ਬੀਜੇਪੀ ਦੇ ਬੰਦੇ ਜੇ ਪੁੱਠਾ ਕੰਮ ਕਰਨਗੇ ਤੇ ਕਾਰਵਾਈ ਹੋਊਗੀ। ਹੁਣ ਜੇ ਐਡੇ ਖੂਬਸੂਰਤ ਘਟਾਲੇ ਨੇ ਤੁਹਾਡੇ ਨੋਟਿਸ, ਵੇਖੋ ਕਿੱਡੀ ਵਧੀਆ ਘਟਾਲੇ ਨੇ। ਅੱਛਾ ਮੰਨ ਲਿਆ, ਚਲੋ ਮੈਂ ਸੁਖਰਾਮ ਤੋਂ ਸ਼ੁਰੂ ਕਰ ਦੇਣਾ, ਜਿੱਥੇ ਇਹਨਾਂ ਦੀ ਸਰਕਾਰ ਆਈ ਕੱਲ ਹਿਮਾਚਲ ਦੇ ਵਿੱਚ, ਉਹਨਾਂ ਦੇ ਘਰਾਂ ਦੇ ਵਿੱਚੋਂ ਕਿਹੜਾ ਪੈਸਾ ਨਿਕਲਿਆ ਸੀ? ਪਲੀਜ਼ ਇੱਕ ਸਵਾਲ ਦਾ ਜਵਾਬ ਲੈ ਲਓ, ਇੰਟਰਪੋਲ ਨੇ ਨੋਟਿਸ ਕਿਉਂ ਵਿਡਰਾ ਕੀਤਾ? ਮੈਂ ਕਹਿੰਦਾ ਪਿਆ ਸਰਕਾਰ ਦੀਆਂ ਆਪਣੀਆਂ ਨੀਤੀਆਂ ਨੇ। ਸਰਕਾਰ ਨੇ ਜੋ ਕੰਮ ਕਰਨਾ ਵਾ ਉਹਨਾਂ ਨੇ ਆਪਣੀ ਕੈਬਨਿਟ ਤੇ ਕੈਬਨਿਟ ਸੈਕਟਰੀ ਤੇ ਕੈਬਨਿਟ ਸੈਕਟਰੀ ਦੇ ਨਾਲ ਸੰਬੰਧਿਤ ਵਿਭਾਗ, ਉਹਨਾਂ ਸਾਰੇ ਵਿਭਾਗ ਦੇ ਸਿਸਟਮ ਨੂੰ ਦਾਇਰੇ ਵਿੱਚ ਲੈ ਕੇ ਕੰਮ ਕਰਨਾ ਵਾ। ਕੱਲੇ ਰੌਲਾ ਪਾਉਣ ਨਾਲ ਗੱਲ ਨਹੀਂ ਬਣਦੀ ਹੁੰਦੀ। ਅੱਜ ਬੜੇ ਵੱਡੇ ਰੌਲੇ ਪਾਉਂਦੇ, ਮੈਂ ਕਹਿੰਦਾ ਪਿਆ ਵਾਂ ਜੇ ਇਹਦੇ ਨਾਲ ਫਾਇਦਾ ਹੋਊਗਾ। ਨਹੀਂ ਫਾਇਦਾ ਦੇਖੋ ਨਾ, ਹੁਣ ਤੁਸੀਂ ਮੇਰੀ ਗੱਲ ਸੁਣੋ, ਮੈਂ ਉਹੀ ਤਾਂ ਗੱਲ ਵੀ ਤੁਸੀਂ ਸਾਡੇ ਵਹੀ ਖਾਤੇ ਸੁਣਾਉਂਦੇ ਜੇ, ਤੁਸੀਂ ਪਹਿਲਾਂ ਆਪਣਾ ਚਲੋ ਸੰਤ ਫਤਵਾ ਦੇ ਤਾਂ ਸਰ ਇਹ ਕੀਤਾ ਕਿ ਵਿਡਰਾ, ਇਹ ਦੱਸ ਦਿਓ ਇਹਦਾ ਕਾਰਨ ਕੀ ਹੈ? ਮੇਰੀ ਗੱਲ ਸੁਣੋ, ਹੁਣ ਤੁਸੀਂ ਕਹਿੰਦੇ ਵੀ ਅਸੀਂ ਮਾੜੇ ਆ ਤੇ ਤੁਸੀਂ ਵੀ ਮਾੜੇ ਕਿਉਂ ਨਹੀਂ ਹੈਗੇ? ਮੈਂ ਕਿਉਂ ਮਾੜੇ ਬਣੀਏ? ਅਸੀਂ ਮਾੜੇ ਤੁਸੀਂ ਕਹਿਤਾ, ਤੁਸੀਂ ਇਹ ਦੱਸ ਦਿਓ ਵਿਡਰਾ ਕਿਉਂ ਕੀਤਾ ਨੋਟਿਸ ਮੇਹੁਲ ਚੌਕਸੀ ਦੇ ਖਿਲਾਫ, ਜਿਹੜਾ ਇੰਨੇ ਹਜ਼ਾਰਾਂ ਕਰੋੜ ਲੈ ਕੇ ਗਿਆ? हर एक विरासत से नहीं होते सियासत के फैसले, ठीक है ना। ਇਹ ਤੁਹਾਡੀ ਵਿਰਾਸਤੀ ਪਾਰਟੀ ਆ, ਇੱਕੋ ਪਰਿਵਾਰ ਨੇ ਚਲਾਉਣਾ ਵਾ, ਇੱਕੋ ਪਰਿਵਾਰ ਦਾ ਜੋ ਤੁਹਾਨੂੰ ਉੱਤੋਂ ਹੁਕਮ ਆਉਣਾ ਵਾ ਤੁਸੀਂ ਉਦਾਂ ਦੇ ਸਵਾਲ ਕਰ ਦੇਣੇ ਆ। ये विरासत से नहीं होते सियासत के फैसले, ये तो उड़ान बताएगी कि आसमां किसका है। ये तो साढ़े काम दसणगे ना भी ਕਿਹੜੀਆਂ ਚੀਜ਼ਾਂ ਨੂੰ ਤੁਸੀਂ ਫੈਸਲਾ ਲਿਆ।
ਨਹੀਂ ਮੇਰੀ ਗੱਲ ਸੁਣੋ, ਫੈਸਲਾ ਲੈਣ ਵਾਲੀ ਗੱਲ ਨਹੀਂ ਹੁੰਦੀ ਖੜਿਆਲ ਸਾਹਿਬ। ਇਹਦਾ ਫਾਇਦਾ ਕੀ ਤੁਸੀਂ ਹੈ? ਵੀ 70 ਸਾਲ ਮੁਲਕ ਦਾ ਸਤਿਆਨਾਸ਼ ਕੀਤਾ, ਇਹਦਾ ਫਾਇਦਾ ਕੀ ਹੈ? ਸਰ ਤੁਸੀਂ ਗੱਲ ਸਿੱਧੂ ਸਾਹਿਬ ਸਪੈਸੀਫਿਕ ਕੁਐਸਚਨ ਹੈ, ਸਪੈਸੀਫਿਕ ਮੁੱਦੇ ਜਵਾਬ। ਤੋਂ ਗੱਲ ਕਰਦੇ ਆ। ਦੇਖੋ ਜਦੋਂ ਤੁਸੀਂ ਜੋ ਜਵਾਬ ਮੰਗਦੇ ਆ ਇਸ ਮੁੱਦੇ ਦੇਖੋ ਗੱਲ ਏਦਾਂ ਵਾ, ਕੁਛ ਸਪੈਸੀਫਿਕ ਕੁਐਸਚਨ ਕੋ ਬਾਕੀ ਮਹਿਮਾਨਾਂ ਤੋਂ ਵੀ ਮੈਂ ਜਿਹੜੇ ਦੇਖੋ ਜਿੰਨੇ ਮਰਜ਼ੀ ਸਵਾਲ ਕਰ ਲੈਣ, ਜਿੰਨੀਆਂ ਮਰਜ਼ੀ ਗੱਲਾਂ ਕਰ ਲੈਣ, ਮੌਕੇ ਦੀ ਗੱਲ ਇਹ ਹੁੰਦੀ ਆ ਸਰਕਾਰ ਦੀਆਂ ਆਪਣੀਆਂ ਨੀਤੀਆਂ ਹੁੰਦੀਆਂ ਨੇ। ਵਿਪਕਸ਼ ਬਹਿ ਕੇ ਤੁਹਾਡਾ ਅਧਿਕਾਰ, ਤੁਸੀਂ ਜਿੰਨਾ ਮਰਜ਼ੀ ਸਾਡੇ ਤੇ ਕ੍ਰਿਟਿਸਾਈਜ਼ ਕਰੋ, ਤੁਸੀਂ ਬਲੇਮ ਲਾਓ, ਲੇਕਿਨ ਕੰਮ ਉਦਾਂ ਹੀ ਹੋਣਾ ਵਾ ਜਿੱਦਾਂ ਸਰਕਾਰ ਦੇ ਸਿਸਟਮ ਨੇ ਇਹਨੂੰ ਅਡਾਪਟ ਕਰਕੇ ਚਲਾਉਣਾ। ਅਸੀਂ ਉਦਾਂ ਹੀ ਹੋਣਾ ਜਿੱਦਾਂ ਬੀਜੇਪੀ ਚਾਹੁੰਦੀ ਹੈ। ਨਾ ਤਾਂ ਬੀਜੇਪੀ ਦੀ ਸਰਕਾਰ ਹੈ, ਤਾਂ ਬੀਜੇਪੀ ਦੀ ਸਰਕਾਰ ਅੱਛਾ ਸਰਕਾਰ ਕਿਹਦੀ ਹੈ? ਬੀਜੇਪੀ ਦੀ ਹੈ ਨਾ। ਤੇ ਜੇ ਬੀਜੇਪੀ ਦੀ ਸਰਕਾਰ ਆ, ਬੀਜੇਪੀ ਇਹਦੇ ਨਾਲ ਕੀ ਵਿਪਕਸ਼ ਵਿੱਚ ਬੈਠੀ ਰੌਲਾ ਪਾਈ ਜਾਵੇ? ਸਰਕਾਰ ਬੀਜੇਪੀ ਦੀ ਬਣਾਈ ਆ ਤੇ ਸਰਕਾਰ ਨੇ ਜੋ ਕੰਮ ਲੈਣਾ ਅਸੀਂ ਚੁਣ ਕੇ ਆ ਗਏ ਬੀਜੇਪੀ ਦੇ ਨਿਸ਼ਾਨ ਤੇ, ਫੁੱਲ ਦੇ ਨਿਸ਼ਾਨ ਤੇ। ਹੁਣ ਸਰਕਾਰ ਬਣ ਗਈ ਆ, ਅਧਿਕਾਰੀ ਜਿਹੜੇ ਹੈਗੇ ਉਹ ਤੇ ਬੀਜੇਪੀ ਦੇ ਫੁੱਲ ਦੇ ਨਿਸ਼ਾਨ ਦੇ ਉੱਤੇ ਆਈਐਸਪੀਸੀਐਸ ਕਲੀਅਰ ਕੀਤਾ। ਦੋਨਾਂ ਦੇ ਵਿਊ ਪੁਆਇੰਟ ਆ ਕੇ ਫਿਰ ਮੈਂ ਇਹ ਸਰਕਾਰ ਦਾ ਕੰਮ ਆ, ਕਿੱਦਾਂ ਕਰਨਾ ਉਹਨਾਂ ਕਰਕੇ ਸਿੱਧਾ ਰੱਖ ਦੇਣਾ। ਚੇਤਨ ਜੋਸ਼ੀ ਬਿਲਕੁਲ ਫੇਰ ਮੈਂ ਆਵਾਂਗਾ ਇਹਨਾਂ ਕਿਉਂਕਿ ਮੈਂ ਅਜੇ ਤੱਕ ਘੁਟਾਲਿਆਂ ਦੀ ਤੇ ਮੈਂ ਲਾਈਨ ਤਾਂ ਨਹੀਂ ਬੋਲਦਾ ਪਿਆ ਵੀ ਮੈਂ ਕਿਹੜੇ ਘੁਟਾਲਿਆਂ ਦੀ ਗੱਲ ਕਰਾਂ ਇਹਨਾਂ ਦੀ। ਲੰਬੀ ਗੱਲ ਆ, ਕੋਈ ਗੱਲ ਨਹੀਂ, ਆਪਾਂ ਐਡੇ ਲੰਮੇ ਘਟਾਲੇ ਨੇ, ਪ੍ਰੋਗਰਾਮ ਮੁੱਕੇ ਨਾਲ ਘਟਾਲੇ ਨਹੀਂ ਮੁੱਕਣੇ। ਫੇਰ ਆਵਾਂਗੇ ਤੁਹਾਡੇ ਵੱਲ ਜਿਹੜਾ ਹੈਗਾ ਸਾਡੇ ਨਾਲ ਭੁੱਲਰ ਸਾਹਿਬ, ਬਰਾਗੀ ਸਾਹਿਬ ਵੀ ਬਣੇ ਹੋਏ। ਭੁੱਲਰ ਸਾਹਿਬ, ਇਸ ਮੁੱਦੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਖਾਸ ਤੌਰ ਤੇ ਜੋ ਦੇਸ਼ ਦੇ ਵਿੱਚ ਈਡੀ ਦੀ ਗੱਲ ਕਰਦੇ ਆਂ, ਆਪਾਂ ਸੀਬੀਆਈ ਦੀ ਗੱਲ ਕਰਦੇ ਆਂ, ਤੁਹਾਡੀਆਂ ਪਾਰਟੀਆਂ ਦੇ ਵੀ ਇਦਾਂ ਜਿਹੜਾ ਹੈਗਾ ਘਰਾਂ ਦੇ ਵਿੱਚ ਇਦਾਂ ਦੇ ਛਾਪੇ ਪਏ ਆ, ਪੁੱਛਗਿੱਛ ਹੋਈ ਹੈ ਕਈ ਥਾਵਾਂ ਦੇ ਉੱਤੇ, ਪੰਜਾਬ 'ਚ ਵੀ ਹੋਈ ਹੈ ਤੇ ਦੂਜੀਆਂ ਕੇਂਦਰ ਦੀਆਂ ਏਜੰਸੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ। ਫਿਰ ਇਹ ਕਿਹਾ ਜਾ ਰਿਹਾ ਕਿ ਵਿਰੋਧੀ ਤਰ੍ਹਾਂ ਬਦਲੇਖੋਰੀ ਦੀ ਭਾਵਨਾ ਨਾਲ ਦੇਖਦੀਆਂ ਜੋ ਕੁਝ ਏਜੰਸੀਆਂ ਕਰ ਰਹੀਆਂ। ਦੇਖੋ ਸਿੱਧੂ ਸਾਹਿਬ, ਇਹ ਤੇ ਉਸ ਤਰ੍ਹਾਂ ਹੀ ਹੋ ਗਿਆ ਕਿ ਚੋਰ ਮਚਾਏ ਸ਼ੋਰ, ਔਰ ਉੱਚੀ ਉੱਚੀ ਸ਼ੋਰ ਮਚਾਏ ਚੋਰ 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 ਚੋਰ। ਹਾਲਾਤ ਇਹ ਹੋ ਗਏ ਹੈ ਹਿੰਦੁਸਤਾਨ ਦੇ ਵਿੱਚ ਅੱਜ ਕਿ ਹੁਣੇ ਜੋਸ਼ੀ ਸਾਹਿਬ ਨੇ ਕਿਹਾ ਵੀ ਕਾਂਗਰਸ ਦੇ ਇੱਕ ਪੀਐਮ ਨੇ ਕਿਹਾ ਸੀਗਾ ਵੀ 1 ਰੁਪਈਆ ਸ਼ੁਰੂ ਹੁੰਦਾ ਹੈ ਤੇ 15 ਪੈਸੇ ਪਹੁੰਚਦੇ ਨੇ ਥੱਲੇ ਤੱਕ ਜੀ। ਚਲੋ ਉਹਨੇ ਤਾਂ ਸੱਚਾਈ ਨਸ਼ਰ ਕੀਤੀ ਬੀਇੰਗ ਏ ਪ੍ਰਾਈਮ ਮਿਨਿਸਟਰ। ਇੱਥੇ ਤੇ ਤੁਸੀਂ ਪ੍ਰਾਈਮ ਮਿਨਿਸਟਰ ਨੇ ਜਿਹੜਾ ਕਰੋਨਾ ਦੇ ਵਿੱਚ ਕਰੋੜਾਂ ਰੁਪਈਆ ਇਕੱਠਾ ਕੀਤਾ ਇੱਕ ਫੰਡ, ਪੀਐਮ ਫੰਡ ਦੇ ਨਾਂ ਦੇ ਉੱਤੇ, ਜਿਹੜਾ ਕਿ ਬਲਕਿ ਪੀਐਮ ਫੰਡ ਹੁੰਦਾ ਸੀ ਤੇ ਉਹ ਨਸ਼ਰ ਹੁੰਦਾ ਸੀ ਕਿੱਥੇ ਖਰਚਾ ਹੋਇਆ, ਉਹਦੇ ਬਾਰੇ ਤੁਸੀਂ ਸਵਾਲ ਵੀ ਨਹੀਂ ਕਰ ਸਕਦੇ। ਇਹੋ ਜਿਹੀ ਸਰਕਾਰ ਹੈ ਕਿ ਤੁਸੀਂ ਉਹਨਾਂ ਨੂੰ ਕਿਸੇ ਅਡਾਨੀ ਵਾਲੇ ਮਾਮਲੇ 'ਚ ਕੋਈ ਜਵਾਬਦੇਹੀ ਨਹੀਂ ਕਰ ਸਕਦੇ ਤੁਸੀਂ, ਠੀਕ ਹੈ। ਔਰ ਇਹ ਜਿਹੜੀ ਆ ਰਹੀ ਹੈ ਸੀਬੀਆਈ ਜਿਹੜੀ ਧਮਕੀ ਦਿੱਤੀ ਜਾ ਰਹੀ ਹੈ, ਕਿਉਂਕਿ 2024 ਦੀ ਇਲੈਕਸ਼ਨ ਆ ਰਹੀ ਹੈ, ਹੁਣ ਇਹ ਡਰਾਵਾ ਦਿੱਤਾ ਜਾ ਰਿਹਾ। ਇਸ ਤਰ੍ਹਾਂ ਡਰਾਵਾ ਦੇ ਕੇ ਪੰਜਾਬ ਦੇ ਵਿੱਚੋਂ ਦੀ ਕਾਂਗਰਸ ਦੇ ਕਈ ਦਿਗਜ ਜਿਹੜੇ ਸੀਗੇ ਜਿਨ੍ਹਾਂ ਦੇ ਉੱਤੇ ਕਰਪਸ਼ਨ ਦੇ ਚਾਰਜ ਲਾ ਕੇ ਤੇ ਇਹਨਾਂ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਹੋਰ ਜਿਹੜੇ ਸੀਗੇ ਕੁੜਤੇ ਪੜਾਉਂਦੇ ਫਿਰਦੇ ਸੀਗੇ ਉਦੋਂ ਸੀਐਮ ਦੇ ਘਰ ਦੇ ਬਾਹਰ ਜਾ ਕੇ, ਤੇ ਅੱਜ ਉਹਨਾਂ ਨਾਲ ਜੱਫੀਆਂ ਪਾਉਂਦੇ ਨੇ, ਉਹ ਸਟੇਜ ਤੇ ਬਹਿੰਦੇ ਆ ਤੇ ਇਹਨਾਂ ਦੀ ਲੀਡਰਸ਼ਿਪ ਜਿਹੜੀ ਆ ਥੱਲੇ ਬਹਿੰਦੀ ਜਿਹੜੀ ਪੁਰਾਣੀ ਸੀਗੀ। ਉਹ ਲੋਕ ਬੜੇ ਪਾਕ ਸਾਫ ਹੋ ਗਏ। ਸਭ ਤੋਂ ਪਹਿਲਾਂ ਆਪਣੇ ਘਰ ਤੋਂ ਸ਼ੁਰੂ ਕਰਨ। ਜਿਹੜਾ ਹੈਲਥ ਮਿਨਿਸਟਰ ਸੀਗਾ ਜਿਹਨੇ ਲੋਕਾਂ ਦੀ ਦਵਾਈਆਂ ਤੱਕ ਵੇਚ ਕੇ ਖਾ ਲਈਆਂ, ਇੰਜੈਕਸ਼ਨ ਤੱਕ ਵੇਚ ਕੇ ਖਾ ਲਏ ਸੀਗੇ ਔਰ ਰਾਤੋਂ ਰਾਤ ਵਾਪਸ ਲੈ ਕੇ ਆਉਣੇ ਪਏ ਸੀਗੇ, ਜਿਹਨੂੰ ਅੱਜ ਸਟੇਜ ਤੇ ਬਿਠਾ ਕੇ ਸਨਮਾਨਿਤ ਕਰਦੇ ਨੇ, ਸਰੋਪੇ ਪਾਉਂਦੇ ਆ, ਉਹ ਤੋਂ ਸ਼ੁਰੂਆਤ ਕਰਨਾ ਆਪਣੇ ਘਰ ਤੋਂ, ਪੰਜਾਬ ਤੋਂ ਕਰਨ ਸ਼ੁਰੂਆਤ। ਕੈਪਟਨ ਸਾਹਿਬ ਦੇ ਜਿਹੜੇ ਮੁੰਡੇ ਦੇ ਅਗੇਂਸਟ ਈਡੀ ਚੱਲ ਰਹੀ ਸੀਗੀ, ਅੱਜ ਉਹ ਈਡੀ ਕਿੱਥੇ ਗਈ, ਉਹ ਕਿੱਥੇ ਚਲਾ ਗਿਆ ਸਾਰਾ ਕੁਝ, ਉਹਨਾਂ ਦੀ ਸ਼ੁਰੂਆਤ ਕਰਨਾ। ਫਿਰ ਤੇ ਲੱਗੇ ਪਤਾ ਵੀ ਹਾਂ ਕੋਈ ਇਹ ਜੈਨੂਅਨ ਤਰੀਕੇ ਨਾਲ ਕੁਝ ਕਰ ਰਹੇ ਆ। ਇਹ ਸਿਰਫ ਧਮਕੀਆਂ ਦਿੱਤੀਆਂ ਜਾ ਰਹੀਆਂ 2024 ਦੀ ਇਲੈਕਸ਼ਨ ਵਾਸਤੇ ਕਿ ਜਿਹੜਾ ਕੋਈ ਛੱਡ ਛੁੱਟ ਕੇ ਆਉਣਾ ਚਾਹੁੰਦਾ, ਜਿਹੜਾ ਮਾੜਾ ਮੋਟਾ ਕਿਸੇ ਨੇ ਕੁਝ ਕੀਤਾ ਉਹ ਆ ਜਾਓ, ਸਾਡਾ ਕਨਵਾ ਪੂਰਾ ਕਰ ਦਿਓ, ਬਾਕੀਆਂ ਦਾ ਘਰ ਉਜਾੜ ਦਿਓ ਜੋ ਵੀ ਕਰਨਾ ਹੈ। ਜੇ ਇਸ ਤਰੀਕੇ ਨਾਲ ਮਹਾਰਾਸ਼ਟਰ ਦੇ ਵਿੱਚ ਇੱਕ ਦਿਨ ਪਹਿਲਾਂ ਬੰਦੇ ਨੂੰ ਚੱਕਿਆ ਜਾਂਦਾ, ਈਡੀ ਚੱਕਦੀ ਹੈ ਤੇ ਦੂਜੇ ਦਿਨ ਉਹਨੂੰ ਨਾਲ ਡਿਪਟੀ ਸੀਐਮ ਬਣਾ ਦਿੰਦੇ ਆ ਕਿਉਂਕਿ ਸਮਝੌਤਾ ਹੋ ਗਿਆ। ਇਹ ਸਿਰਫ ਡਰਾਵੇ ਦੀ ਰਾਜਨੀਤੀ ਕਰਨਾ ਜਾਣਦੇ ਨੇ ਔਰ ਹਰ ਕਿਸੇ ਨੂੰ ਡਰਾ ਧਮਕਾ ਕੇ ਉਹ ਪਹਿਲਾਂ ਉੱਤੇ ਐਲੀਗੇਸ਼ਨ ਲਾਏ ਜਾਂਦੇ ਨੇ, ਉਸ ਤੋਂ ਬਾਅਦ ਆਪਣੇ ਨਾਲ ਮਿਲਾ ਲਿਆ ਜਾਂਦਾ, ਉਹ ਫਿਰ ਸਾਫ਼ ਸੁਥਰਾ ਹੋ ਜਾਂਦਾ, ਬਿਲਕੁਲ ਕਲੀਨ ਚਿੱਟ ਹੋ ਜਾਂਦਾ ਬਿਲਕੁਲ। ਅੱਜ ਕਰਪਸ਼ਨ ਤੇ ਸਭ ਤੋਂ ਵੱਡਾ ਹੁਣੇ ਆ ਥੋੜੇ ਦਿਨ ਪਹਿਲਾਂ ਇਹਨਾਂ ਦਾ ਬੰਦਾ ਫੜਿਆ ਗਿਆ ਜਿਹਦੀ ਲੱਖਾਂ ਰੁਪਈਆ ਗੱਡੀ 'ਚੋਂ ਫੜਿਆ ਗਿਆ ਸੀਗਾ ਔਰ ਉਸ ਤੋਂ ਬਾਅਦ ਘਰ 'ਚੋਂ ਪੈਸੇ ਨਿਕਲੇ ਨੇ। ਇਹਨਾਂ ਦੇ ਜਿਹੜੇ ਰੈਡੀ ਬ੍ਰਦਰਸ ਨੇ ਉਹਨਾਂ ਨਾਲ ਮਰਹੂਮ ਜਿਹੜੇ ਸੁਸ਼ਮਾ ਸਵਰਾਜ ਸੀਗੇ ਉਹਨਾਂ ਦੇ ਰਿਸ਼ਤੇ ਕਿਸੇ ਤੋਂ ਲੁਕੇ ਹੋਏ ਨਹੀਂ ਸੀਗੇ। ਜਿਹੜੇ ਪੈਸਾ ਲੈ ਕੇ ਆ ਜਿਨ੍ਹਾਂ ਦੀ ਹੁਣੇ ਨੀਰਜ ਮੋਦੀ ਦੇ ਹੋਣਾ ਦੀ ਗੱਲਾਂ ਕਰਦੇ ਸੀਗੇ, ਉਹਨਾਂ ਦੇ ਕੇਸ ਕੌਣ ਲੜਦਾ ਰਿਹਾ? ਉਹਨਾਂ ਦੇ ਕੇਸ ਜਿਹੜੇ ਸਾਡੇ ਮਰਹੂਮ ਜਿਹੜੇ ਜੇਤਲੀ ਸਾਹਿਬ ਸੀਗੇ ਜਾਂ ਸੁਸ਼ਮਾ ਸਵਰਾਜ ਸੀ, ਉਹਨਾਂ ਦੇ ਨਿਆਣੇ ਲੜਦੇ ਰਹੇ ਨੇ। ਮਤਲਬ ਤੁਸੀਂ ਤੇ ਭਗੌੜਿਆਂ ਦੇ ਜਿਹੜੇ ਪੈਸਾ ਲੁੱਟ ਕੇ ਗਏ ਨੇ ਉਹਨਾਂ ਦੇ ਕੇਸ ਵੀ ਲੜੋ। ਉਹ ਤੁਹਾਡੇ ਨਾਲ ਮੁਲਾਕਾਤ ਕਰਕੇ, ਮਾਲੀਆ ਵਰਗੇ ਤੁਹਾਡੇ ਨਾਲ ਮੁਲਾਕਾਤ ਕਰਕੇ ਉਹਨਾਂ ਨਾਲ ਸੌਦਾ ਕਰਕੇ ਭੱਜੋ, ਭਜਾ ਦਿਓ ਉਹਨਾਂ ਨੂੰ। ਫਿਰ ਤੁਸੀਂ ਸੌਦੇ ਕਰਕੇ ਰੈੱਡ ਕਾਰਨਰ ਜਿਹੜਾ ਨੋਟਿਸ ਦਿੱਤਾ ਹੋਇਆ ਉਹ ਵਾਪਸ ਵੀ ਲੈ ਲਓ। ਤੁਸੀਂ ਸਭ ਕੁਝ ਜਾਇਜ਼ ਕਰ ਰਹੇ ਹੋ। ਮੈਂ ਤਾਂ ਹੀ ਕਿਹਾ ਕਿ ਚੋਰ ਮਚਾਏ ਸ਼ੋਰ, ਚੋਰ ਚੋਰ ਚੋਰ। ਮਤਲਬ ਤੁਸੀਂ ਚੋਰੀ ਕਰਨ ਲੱਗੇ ਹੋਏ, ਡਾਕੇ ਮਾਰਨ ਲੱਗੇ ਹੋਏ ਹੋ, ਲੇਕਿਨ ਬਾਕੀ ਲੋਕਾਂ ਨੂੰ ਤੁਸੀਂ ਚੋਰ 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 ਕਹਿ ਕੇ ਇਸ ਤਰ੍ਹਾਂ ਸਾਫ਼ ਸੁਥਰੇ ਹੋ ਕੇ ਨਹੀਂ ਨਿਕਲੋਗੇ। 24 ਆ ਰਿਹਾ ਛੇਤੀ, ਉਹਦੇ ਤੁਹਾਨੂੰ ਲੋਕਾਂ ਨੇ ਦੱਸ ਦੇਣਾ ਜਿਹੜੇ ਤੁਸੀਂ ਦਾਅਵੇ ਕਰਦੇ ਹੋ ਵੀ ਕਾਂਗਰਸ ਦੇ ਟਾਈਮ ਤੇ ਆਹ ਹੋਇਆ ਸੀ, ਕਾਂਗਰਸ ਟਾਈਮ ਤੇ ਉਹ ਹੋਇਆ ਸੀ। ਤੁਹਾਨੂੰ 10 ਸਾਲ ਮਿਲ ਗਏ, ਤੁਸੀਂ ਸਜ਼ਾ ਕਿਹਨੂੰ ਦਵਾਈ?
ਪੈਸਾ ਕਿਹੜਾ ਰਿਕਵਰ ਕੀਤਾ? ਤੁਸੀਂ ਕੁਰਕੀ ਕਿਹੜੀ ਕੀਤੀ? Thank you, ਭੁੱਲਰ ਤੇ ਸਾਹਿਬ। ਪੈਸਾ ਤੇ ਕੋਈ ਲੈ ਕੇ ਨਹੀਂ ਆ ਸਕੇ, ਕੋਈ ਬੰਦਾ ਬਾਹਰੋਂ ਵਾਪਸ ਨਹੀਂ ਲੈ ਕੇ ਆ ਸਕੇ ਅੱਜ ਤੱਕ। ਬਫਰ ਦੇ ਹੋਰ ਜਿੰਨੇ ਵੀ ਤੁਸੀਂ ਦਾਅਵੇ ਕਰਦੇ ਸੀ, ਇੱਕ ਸਿੰਗਲ ਬੰਦੇ ਨੂੰ ਤੁਸੀਂ ਸਜ਼ਾ ਨਹੀਂ ਦਵਾ ਸਕੇ। ਮਿਹਰਬਾਨੀ ਥੈਂਕ ਯੂ, ਤੁਹਾਡਾ ਵਿਊ ਪੁਆਇੰਟ ਆ ਗਿਆ। ਚੇਤਨ ਜੋਸ਼ੀ ਜੀ, ਮਾਨਾ ਤੁਹਾਡੇ ਵੱਲ ਆਪਾਂ ਬਰਾਗੀ ਤੋਂ ਵੀ ਕਮੈਂਟ ਲੈ ਲਈਏ, ਇਕੱਠੇ ਤੌਰ ਤੇ ਤੁਹਾਨੂੰ ਜਵਾਬ ਦੇਣਾ ਤੁਹਾਡੇ ਲਈ ਵੀ ਸੌਖਾ ਰਹੇਗਾ। ਬਰਾਗੀ ਜੀ, ਇਸ ਮਾਮਲੇ ਤੇ ਆਪਾਂ ਗੱਲ ਕਰਦੇ, ਦੇਖੋ ਭ੍ਰਿਸ਼ਟਾਚਾਰ ਦਾ ਵੱਡਾ ਮੁੱਦਾ, ਪ੍ਰਧਾਨ ਮੰਤਰੀ ਦਾ ਕਹਿਣਾ ਕਿ ਭ੍ਰਿਸ਼ਟਾਚਾਰ ਮੁਕਤ ਭਾਰਤ ਦੀ ਗੱਲ ਹੈ, ਤੇ ਸਿੱਧੇ ਤੌਰ ਤੇ ਵਿਰੋਧੀ ਧਿਰਾਂ ਜਿਹੜੀਆਂ ਹੈਗੀਆਂ ਉਹਨਾਂ ਤੇ ਉਹ ਟਾਰਗੇਟ ਕਰਦੇ ਹੈ ਕਿ ਉਹਨਾਂ ਦਾ ਭ੍ਰਿਸ਼ਟਾਚਾਰ ਨੂੰ ਠੱਲ ਪਾਉਂਗੇ ਤੇ ਤੁਹਾਨੂੰ ਖੁੱਲ੍ਹ ਹੈ ਇਸ ਗੱਲ ਦੇ ਲਈ। ਮੋਦੀ ਸਾਹਿਬ ਬੀਇੰਗ ਏ ਪ੍ਰਾਈਮ ਮਿਨਿਸਟਰ, ਜਦੋਂ ਸੀਬੀਆਈ ਦਾ ਕੋਈ ਵੀ ਇਹ ਵਰ੍ਹੇਗੰਢ ਪ੍ਰੋਗਰਾਮ ਅਟੈਂਡ ਕਰਦੇ ਆ, ਜਦ ਤੱਕ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਆ, ਉਹਨੂੰ ਰੋਕਣ ਦੀ ਗੱਲ ਕਰਦੇ ਆ, ਬਿਲਕੁਲ ਵਾਜਬ ਆ ਤੇ ਕਰਨੀ ਵੀ ਚਾਹੀਦੀ ਹੈ, ਇਹਦੇ ਵਿੱਚ ਕੋਈ ਦੋ ਰਹਿ ਨਹੀਂ ਗੀ। ਜੀ, ਜਦੋਂ ਇਹ ਕਹਿੰਦੇ ਆ ਵੀ ਆਪੋਜ਼ਿਟ ਪੋਲੀਟੀਕਲ ਪਾਰਟੀਆਂ ਦੇ ਵਿੱਚ ਲਫ਼ਤ ਹੈਗੀਆਂ ਜਾਂ ਕੱਲੀਆਂ ਆਪੋਜ਼ਿਟ ਪਾਰਟੀਆਂ ਹੀ ਹੈਗੀਆਂ, ਤੇ ਉੱਥੇ ਨਾ ਕਿਤੇ ਉਹ ਪ੍ਰਾਈਮ ਮਿਨਿਸਟਰ ਵਾਲੀ ਆਪਦੀ ਸੀਟ ਤੋਂ ਪਿੱਛੇ ਹਟ ਕੇ ਇੱਕ ਪਾਰਟੀ ਦੇ ਕੰਪੇਨਰ ਬਣ ਜਾਂਦੇ ਆ 2024 ਦੇ ਲਈ। ਸੋ ਸਭ ਆਪਾਂ ਸਾਰੇ ਹੀ ਜਾਣਦੇ ਆ, ਡੈਮੋਕ੍ਰੈਟਿਕ ਇਲੈਕਟ੍ਰੋਨਿਕ ਪ੍ਰੋਸੈਸ ਜਿਹੜਾ ਹੈਗਾ, ਇਹਦੇ ਵਿੱਚ ਕਰਪਸ਼ਨ ਹੈ, ਬਹੁਤਾਤ ਵਿੱਚ ਹੈ। ਬਹੁਤ ਥੋੜੇ ਲੀਡਰ ਹੋਣਗੇ ਜਿਹੜੇ ਇਸ ਚੀਜ਼ ਤੋਂ ਲਿਪਤ ਹੋਣਗੇ ਜਾਂ ਬਚੇ ਰਹਿਣਗੇ। ਇਹ ਵੀ ਇੱਕ ਸੱਚ ਹੈਗਾ ਵਾ, ਚਾਹੇ ਉਹ ਏਜੰਸੀ ਸਟੇਟ ਦੀ ਹੋਵੇ, ਚਾਹੇ ਸੈਂਟਰ ਦੀ ਹੋਵੇ, ਚਾਹੇ ਸੀਬੀਆਈ ਹੋਵੇ, ਚਾਹੇ ਈਡੀ ਹੋਵੇ, ਚਾਹੇ ਵਿਜੀਲੈਂਸ ਬਿਊਰੋ ਹੋਵੇ, ਕਿਤੇ ਨਾ ਕਿਤੇ ਉਹਦਾ ਪੋਲੀਟੀਕਲੀ ਮਿਸਯੂਜ਼ ਹੁੰਦਾ ਐਜ਼ ਏ ਵੈਂਡੇਟਾ ਪੋਲਿਟਿਕਸ। ਮੈਂ ਇਹ ਵੱਧ ਕੇ ਕਹਿਣਾ ਚਾਹੁੰਦਾ, ਜੇ ਵੈਂਡੇਟਾ ਪੋਲਿਟਿਕਸ ਹੁੰਦੀ ਵੀ ਹੈ ਇਸ ਇਸ਼ੂ ਨੂੰ ਲੈ ਕੇ, ਕਰਪਸ਼ਨ ਨੂੰ, ਤਾਂ ਇਹਦੇ ਵਿੱਚ ਮਾੜੀ ਗੱਲ ਵੀ ਕੋਈ ਨਹੀਂ। ਇੱਕ ਸਵਾਲ ਜਿਹਦਾ ਤੁਸੀਂ ਗੱਲ ਕਰ ਰਹੇ, ਇੱਕ ਸਵਾਲ ਮੈਂ ਜ਼ਰੂਰ ਸੰਖੇਪ 'ਚ ਤੁਹਾਨੂੰ ਰੋਕ ਕੇ ਮੈਂ ਲੈਣਾ ਚਾਹੁੰਦਾ। ਹੁੰਦਾ ਕੀ ਹੈ ਕਿ ਕਈ ਵਾਰੀ ਜਦੋਂ ਆਪਾਂ ਸਟੇਟ ਦੀ, ਤੁਸੀਂ ਪੰਜਾਬ ਦੀ ਗੱਲ ਕਰਦੇ, ਜਿੱਥੇ ਵਿਜੀਲੈਂਸ ਜਿਹੜੀ ਹੈ ਕਾਂਗਰਸ ਤੇ ਕਾਰਵਾਈ ਕਰਦੀ ਹੈ, ਤਾਂ ਆਪ ਵੱਲੋਂ ਕਿਹਾ ਜਾਂਦਾ ਕਿ ਕਾਨੂੰਨ ਅਨੁਸਾਰ ਕਾਰਵਾਈ ਹੋ ਰਹੀ ਹੈ। ਜਦੋਂ ਉਹੀ ਆਪ ਵਾਲਿਆਂ ਦੇ ਖਿਲਾਫ ਦਿੱਲੀ 'ਚ ਜਾ ਕੇ ਕਾਰਵਾਈ ਹੁੰਦੀ ਹੈ ਤਾਂ ਉਹ ਕਹਿੰਦੇ ਕਿ ਬਦਲੇ ਦੀ ਰਾਜਨੀਤੀ। ਕੀ ਲੱਗਦਾ, ਚਾਹੇ ਸਟੇਟ ਏਜੰਸੀ ਹੈ ਚਾਹੇ ਕੇਂਦਰ ਦੀ ਏਜੰਸੀ ਹੈ, ਦੋਨੇ ਤਰ੍ਹਾਂ ਚਾਹੇ ਕੇਂਦਰ 'ਚ ਚਾਹੇ ਸੂਬਿਆਂ 'ਚ ਬੈਠੀਆਂ, ਉਹ ਆਪਣੇ ਹਿਸਾਬ ਨਾਲ ਜਿਹੜਾ ਏਜੰਸੀਆਂ ਨੂੰ ਇਸਤੇਮਾਲ ਕਰਦੀਆਂ ਔਰ ਆਪਣੇ ਹਿਸਾਬ ਨਾਲ ਹੀ ਉਹਨਾਂ ਦੇ ਹੱਕ 'ਚ ਫਤਵੇ ਜਾਂ ਸਰਟੀਫਿਕੇਟ ਜਾਰੀ ਕਰਦੀਆਂ ਕਿ ਕੌਣ ਕਰਪਟ ਹੈ ਤੇ ਕੌਣ ਕਰਪਟ ਨਹੀਂ ਹੈ। ਕਰਪਸ਼ਨ ਨੂੰ ਐਰੈਡੀਕੇਟ ਕਰਨ ਦੇ ਨਾਮ ਤੇ ਇਹਨਾਂ ਏਜੰਸੀਆਂ ਦੀ ਆਮ ਟਵਿਸਟਿੰਗ ਹੁੰਦੀ ਹੈਗੀ ਆ, ਪੋਲੀਟੀਕਲ ਮਿਸਯੂਜ਼ ਹੁੰਦਾ ਵਾ। ਅੱਗੇ ਪੋਲੀਟੀਕਲ ਲੀਡਰਸ ਵੀ ਕਿਤੇ ਨਾ ਕਿਤੇ ਇਸ ਦਾਇਰੇ ਦੇ ਵਿੱਚ ਆ ਜਾਂਦੇ ਆ। ਪਰ ਦੇਖਣ ਦੀ ਗੱਲ, ਇੱਕ ਤਾਂ ਇਹਦੇ 'ਚ ਪੋਜ਼ਿਟਿਵ ਐਸਪੈਕਟ ਸਾਹਮਣੇ ਆਉਂਦਾ ਨਾ, ਵੀ ਵੋਟਰਸ ਅਵੇਅਰ ਹੁੰਦੇ ਨੇ। ਹੁਣ ਸਿੱਧ ਸਾਹਿਬ, ਜੇ ਆਪਾਂ ਦੇਖੀਏ, ਜੇ ਆਪਾਂ ਪੰਜਾਬ ਨੂੰ ਹੀ ਦੇਖ ਲਈਏ ਹੁਣ, ਤੇ ਇਹਨਾਂ ਦੇ ਐਫੀਡੇਵਿਟ ਦੇਖ ਲਓ ਪੋਲੀਟੀਕਲ ਪਾਰਟੀਆਂ ਦੇ ਲੀਡਰ ਦੇ, ਉੱਥੇ ਕੁਝ ਹੋਰ ਲਿਖਿਆ ਹੁੰਦਾ ਤੇ ਐਕਚੁਅਲ ਦੇ ਵਿੱਚ ਕੁਝ ਹੋਰ ਹੁੰਦਾ ਵਾ। ਜਿਹੜੀ ਉਹ ਪ੍ਰਾਪਰਟੀ ਇਕੱਠੀ ਹੋਈ ਹੁੰਦੀ ਆ, ਉਹ ਇੱਕ ਭ੍ਰਿਸ਼ਟਾਚਾਰ ਮਾਧਿਅਮ ਦੇ ਰਾਹੀਂ ਹੀ ਇਕੱਠੀ ਹੋਈ ਹੁੰਦੀ ਆ। ਤੇ ਜੇ ਮੈਂ ਗੱਲ ਕਰਾਂ ਵੀ ਇਹ ਭ੍ਰਿਸ਼ਟਾਚਾਰ ਦੀ ਬਿਮਾਰੀ ਤਾਂ ਭਾਰਤ ਦੀ ਡੈਮੋਕ੍ਰੇਸੀ ਦੇ ਵਿੱਚ ਹੈਗੀ ਆ। ਪੀਐਮ ਸਾਹਿਬ ਜੇ ਇਸ ਨੂੰ ਲੈ ਕੇ ਕੁਝ ਕਰਨਾ ਚਾਹੁੰਦੇ ਆ ਤੇ ਉਹ ਚੰਗੀ ਗੱਲ ਹੈਗੀ ਆ। ਤੇ ਸੀਬੀਆਈ ਦਾ ਜੇ ਉਹਨਾਂ ਨੇ ਇਹ ਗੱਲ ਕਹੀ ਆ, ਤੇ ਵੱਡੀ ਗੱਲ ਦੇਖਣ ਦੀ ਇਹ ਹੈਗੀ ਆ ਵੀ ਜਿਹੜੇ ਲੋਕੀ, ਜਿਵੇਂ ਖੜਿਆਲ ਸਾਹਿਬ ਨੇ ਵੀ ਇਹ ਤੇ ਸਬਮਿਟ ਕੀਤਾ ਵੀ ਕਨਵਿਕਸ਼ਨ ਰੇਟ ਬਹੁਤ ਘੱਟ ਆ, ਕਿ ਜਿਹੜੇ ਲੋਕੀ ਬਰੀ ਹੋ ਜਾਂਦੇ ਆ ਉਦੋਂ ਬਾਅਦ ਉਹ ਡੈਫਾਮੇਸ਼ਨਰੀ ਪ੍ਰੋਸੀਡਿੰਗ 'ਚ ਜਾਂਦੇ ਆ, ਕਿਉਂਕਿ ਉਹ ਪਬਲਿਕ ਲਾਈਫ ਜਿਉ ਰਹੇ ਹੁੰਦੇ ਆ। ਕਿਤੇ ਨਾ ਕਿਤੇ ਇੱਕ ਵੱਡਾ ਡੈਂਟ ਉਹਨਾਂ ਦੀ ਪਬਲਿਕ ਲਾਈਫ ਦੇ ਵਿੱਚ ਪੈਂਦਾ, ਪਰ ਕੋਈ ਨਹੀਂ ਜਾਂਦਾ। ਕੋਈ ਵੀ ਕੇਸ ਇਹੋ ਜਿਹਾ ਨਹੀਂ ਸਾਹਮਣੇ ਆਇਆ ਉਹ ਜਿਹੜੇ ਵਰੀ ਹੋਏ ਆ ਉਹਨਾਂ ਨੇ ਕਿਹਾ ਹੋਵੇ ਸਾਡੇ ਤੇ ਝੂਠਾ ਕਰਤਾ ਸੀ, ਹਾਲਾਂਕਿ ਉਹ ਆਪਣੇ ਖੰਭ ਨਿਚੋੜ ਕੇ ਖੁੱਡੇ ਦੇ ਵਿੱਚ ਵਾਪਸ ਲੁੱਕ ਕੇ ਬਹਿ ਜਾਂਦੇ ਆ। ਤੇ ਮੈਂ ਪੰਜਾਬ ਦੀ ਗੱਲ ਕਰਾਂ ਚਾਹੇ ਹਿੰਦੁਸਤਾਨ ਦੀ ਗੱਲ ਕਰਾਂ, ਬਿਮਾਰੀ ਹੈ ਤੇ ਇਸ ਨੂੰ ਬਹੁਤ ਸੰਜੀਦਗੀ ਤੇ ਜਿਵੇਂ ਕਹਿੰਦੇ ਹੁੰਦੇ ਕਠੋਰਤਾ ਨਾਲ ਨਜਿੱਠਣ ਦੀ ਲੋੜ ਹੈ। ਜੀ, ਥੈਂਕ ਯੂ। ਚੇਤਨ ਜੋਸ਼ੀ, ਇਸ ਮਾਮਲੇ ਸਰ ਮੇਰਾ ਇੱਕ ਸਵਾਲ ਹੈ ਜੋਸ਼ੀ ਸਾਹਿਬ ਨੂੰ। ਇਹਨਾਂ ਨੇ 68,607 ਕਰੋੜ ਰੁਪਇਆ ਡਿਫਾਲਟਰਸ ਦਾ, ਲੋਨ ਡਿਫਾਲਟਰਸ ਦਾ ਵੇਵ ਆਫ ਕੀਤਾ। ਉਹਦੇ ਵਿੱਚ ਵਿਜੇ ਮਾਲਿਆ ਵੀ ਸੀ, ਨੀਰਵ ਮੋਦੀ ਵੀ ਸੀ ਤੇ ਮੇਹੁਲ ਚੋਕਸੀ ਵੀ ਸੀ। ਉਹ ਕਿਉਂ ਕੀਤਾ? ਜੋਸ਼ੀ ਦੇਵੋਗੇ ਜਵਾਬ? ਬਿਲਕੁਲ ਦਵਾਂਗੇ ਜੀ। ਜੋਸ਼ੀ, ਇਸ ਮਾਮਲੇ ਤੁਸੀਂ ਇਹ ਜਵਾਬ ਤਾਂ ਦਿਓ, ਪਰ ਨਾਲ ਜਿਹੜਾ ਜਿਸ ਤਰੀਕੇ ਨਾਲ ਭੁੱਲਰ ਸਾਹਿਬ ਨੇ ਵੀ ਕਿਹਾ, ਬਰਾਗੀ ਨੇ ਵੀ ਗੱਲ ਕਹੀ ਹੈ ਕਿ ਕੀ ਇਹ ਸਾਰਾ ਕੁਝ ਹੈ, ਜਦੋਂ ਸੀਬੀਆਈ ਦੀ ਗੱਲ ਕੀਤੀ ਗਈ ਹੈ ਕਿ ਹੁਣ ਖੁੱਲ੍ਹ ਕੇ ਤੁਸੀਂ ਕੰਮ ਕਰੋ, ਉਹਨਾਂ ਦਾ ਕਹਿਣਾ ਕਿ 24 ਦੀਆਂ ਇਲੈਕਸ਼ਨ ਦੇ ਮੱਦੇਨਜ਼ਰ ਜਿਹੜਾ ਹੈਗਾ ਕੀਤਾ ਜਾ ਰਿਹਾ ਤਾਂ ਕਿ ਪਤਾ ਲੱਗ ਜੇ, ਜਿੱਦਾਂ ਕਹਿੰਦੇ ਫੈਸਲਾ ਜੇ ਕਿਸੇ ਨੇ ਜਾਣਾ ਜਾਓ, ਰਹਿਣਾ ਰਹੋ, ਤੇ ਨਹੀਂ ਤਾਂ ਫਿਰ ਸੀਬੀਆਈ ਤਾਂ ਹੈ। ਤੇ ਸਿੱਧੂ ਸਾਹਿਬ ਬੇਨਤੀ ਹੈ ਵੀ ਸਪਸ਼ਟ ਜਵਾਬ ਹੋਵੇ, ਜਿਵੇਂ ਤੁਸੀਂ ਸਪਸ਼ਟ ਸਵਾਲ ਪੁੱਛਿਆ। ਸਪਸ਼ਟ ਜਵਾਬ ਇਹ ਆ ਕਿ ਸਰਕਾਰ ਦੀਆਂ ਆਪਣੀਆਂ ਨੀਤੀਆਂ ਨੇ, ਉਸ ਨੀਤੀਆਂ ਦੇ ਵਿੱਚ ਜੇ ਉਹਨਾਂ ਨੇ ਵੇਵ ਆਫ ਕੀਤਾ ਜਾਂ ਨਹੀਂ ਕੀਤਾ, ਉਹ ਸਰਕਾਰ ਨੇ ਇੱਕ ਸਿਸਟਮ ਦੇ ਵਿੱਚ ਲਿਆ ਕੇ ਕਾਰਵਾਈ ਕੀਤੀ ਹੈ ਜੀ। ਕਾਂਗਰਸ ਦੇ ਵੀਰ, ਕਿਹੜਾ ਸਿਸਟਮ? ਨਹੀਂ, ਇਹ ਸਿਸਟਮ ਦੇਖੋ। ਚਲੋ ਮੈਂ ਜੋਸ਼ੀ ਸਾਹਿਬ ਪਲੀਜ਼, ਮੈਂ ਇੱਥੇ ਕਲੀਅਰ ਕਰ ਦੇਣਾ ਚਾਹੁੰਦਾ, ਖੰਡਿਆਲ ਸਾਹਿਬ ਜਿਹੜੀ ਚੀਜ਼ ਜਾਣਨਾ ਚਾਹੁੰਦੇ ਆ। ਖੰਡਿਆਲ ਸਾਹਿਬ, ਫੁਜਟਿਵ ਇਕਨੋਮਿਕ ਅਫੈਂਡਰ ਐਕਟ ਦੇ ਤਹਿਤ
ਇਹਨਾਂ ਦੀ ਜਿੰਨੀ ਵੀ ਪ੍ਰਾਪਰਟੀ ਜਿਹੜੇ ਲੋਕੀ ਵਿਦੇਸ਼ ਛੱਡ ਕੇ ਚਲੇ ਗਏ ਆ ਇਹ ਜਿਹੇ ਘੁਟਾਲੇ ਕਰਕੇ ਉਹ ਕਨਫਿਸਕੇਟ ਹੋ ਗਈ ਆ, ਹੋਈ ਆ, ਮੈਂ ਉਹਦੇ ਗਵਰਨਮੈਂਟ ਨੇ ਉਹ ਜ਼ਬਤ ਕਰ ਲਈ ਆ। ਤੇ ਜੇ ਆਪਾਂ ਤੁਸੀਂ 1 to 1 ਕਰਨੀ ਹੈ ਤਾਂ ਵੱਖਰੀ ਗੱਲ ਆ, ਅਦਰਵਾਈਜ਼ ਕਿਤੇ ਨਾ ਕਿਤੇ ਬਿਮਾਰੀ ਹੈ। ਪੀਨਟਸ ਨੇ ਗਲਤ ਤੁਸੀਂ 15000 ਕਰੋੜ ਰੁਪਇਆ ਲੈ ਜਾਓ ਚੌਕਸੀ ਦੀ ਨਹੀਂ ਤੇ ਚੌਕਸੀ ਬਹੁਤ ਵੱਡਾ 100-200 ਕਰੋੜ ਦੀ ਪ੍ਰਾਪਰਟੀ ਦੇ ਜਾਓ, ਇਸ ਤੋਂ ਵਧੀਆ ਹੋਰ ਕੀ ਹੋ ਸਕਦਾ? ਹਜ਼ਾਰਾਂ ਕਰੋੜ ਰੁਪਇਆ ਐਟ ਸਟੇਕ ਹੈ ਟੈਕਸ ਪੇਅਰ ਦਾ, ਤੇ ਅਸੀਂ ਸਵਾਲ ਵੀ ਨਾ ਕਰੀਏ। ਬੈਰਾਗੀ ਸਾਹਿਬ ਮਤਲਬ ਤੁਸੀਂ ਪੀਨਟਸ ਦੀ ਗੱਲ ਕਰੋ ਤੁਸੀਂ। ਵਾਹ ਵਾਹ ਕੀ ਬਾਤ ਇਹਦਾ ਜਵਾਬ ਮਿਲਣਾ ਚਾਹੀਦਾ ਸਿੱਧੂ ਸਾਹਿਬ। ਜਵਾਬ ਮੇਰੀ ਗੱਲ ਸੁਣੋ, ਜੋ ਇਹਨਾਂ ਸਵਾਲ ਪੁੱਛਿਆ ਜਵਾਬ ਨਹੀਂ, ਵੇਵ ਆਫ ਬਿਲਕੁਲ ਟੂ ਦੀ ਪੁਆਇੰਟ ਗੱਲ ਕਰਦਾ ਪਿਆ ਵਾਂ ਇਹਦੇ ਤੇ ਵਿੱਚ। ਨਾਲੇ ਇੱਕ ਸੌਰੀ please. ਮੈਂ ਬੈਰਾਗੀ ਸਾਹਿਬ ਦੀ ਗੱਲ ਦਾ ਵੀ ਜਵਾਬ ਦੇਦਾ। ਫਿਊਜੀਟਿਵ ਇਕਨੋਮਿਕ ਆਫੈਂਡਰ ਜਿਹੜਾ ਐਕਟ ਹੈਗਾ ਉਹਦੇ ਵਿੱਚ ਕਨਫਿਸਕੇਸ਼ਨ ਤਾਂ ਹੁੰਦੀ ਹੈ, ਬਟ ਵਾਟ ਡਸ ਦੈਟ ਹੈਵ ਟੂ ਡੂ ਵਿਦ ਦ ਵੇਵਰ ਆਫ ਇਟ? ਵੇਵ ਲੋਨ ਕਰਨ ਦੀ ਜ਼ਰੂਰਤ ਕੀ ਹੈ? ਇਨ ਆਰਡਰ ਟੂ ਡੂ ਕਨਫਿਸਕੇਸ਼ਨ ਹੈਜ਼ ਨੋ ਕਨੈਕਸ਼ਨ ਵਿਦ ਇਟ। ਸੋ ਸਾਡਾ ਸਵਾਲ ਉਹੀ ਹੈ, ਮੇਹੁਲ ਚੋਕਸੀ, ਵਿਜੇ ਮਾਲਿਆ, ਨੀਰਵ ਮੋਦੀ ਦਾ ਲੋਨ ਕਿਉਂ ਵੇਵ ਆਫ ਹੋਇਆ? ਪਹਿਲੀ ਗੱਲ ਤੇ ਇਹ ਹੈ ਵੀ ਕਾਂਗਰਸ ਨੂੰ ਬਹੁਤ ਤਜਰਬਾ ਵਾ। ਕਾਂਗਰਸ ਨੂੰ ਇੰਨਾ ਕਿ ਜ਼ਿਆਦਾ ਤਜਰਬਾ ਕਰਪਸ਼ਨ ਦਾ, ਇੰਨਾ ਕਿ ਜ਼ਿਆਦਾ ਕਰਪਸ਼ਨ ਕਰਨ ਦਾ ਤਜਰਬਾ ਵਾ, ਉਹਦਾ ਨਤੀਜਾ ਕਾਂਗਰਸ ਨੇ ਵੇਖ ਲਿਆ ਕਿ ਸਿੱਧੂ ਸਾਹਿਬ ਇਹ ਕੋਈ ਡਿਬੇਟ ਨਹੀਂ ਹੈ ਇਸ ਤਰ੍ਹਾਂ ਕਿ ਤੁਸੀਂ ਗੱਲ ਕਿਹੜੀ ਪੁੱਛੀ ਜਾ ਰਹੀ ਹੈ। ਕਾਂਗਰਸ ਫਿਰ ਕਾਂਗਰਸ ਨੇ 10 ਸਾਲ ਤੋਂ ਬਾਹਰ ਕਰਤਾ। ਬਿਲਕੁਲ ਦੇਖੋ ਆ ਜਵਾਬ ਦਿਓ ਤੁਸੀਂ, ਜਿਹੜਾ ਤੁਹਾਨੂੰ ਪੁੱਛਿਆ ਜਾ ਰਿਹਾ ਹੈ, ਜਿਹੜਾ ਤੁਸੀਂ ਚੋਰ ਦਾ ਸ਼ੋਰ ਮਚਾ ਰਹੇ ਹੋ ਉਹਦਾ ਜਵਾਬ ਦਿਓ ਤੁਸੀਂ। ਦੇਖੋ ਚੋਰ ਕੌਣ ਹੈ ਐਕਚੁਅਲ ਦੇ ਵਿੱਚ? ਚੋਰ ਉਹ ਲੀਡਰ ਨੇ ਜਿਨ੍ਹਾਂ ਨੇ ਇਲੈਕਸ਼ਨ ਲੜਨ ਤੋਂ ਪਹਿਲਾਂ ਅਡਾਨੀ ਚੋਰ ਹੈ ਕਿ ਨਹੀਂ ਹੈ? ਬਿਲਕੁਲ ਨਹੀਂ ਹੈਗਾ ਚੋਰ। ਅਸੀਂ ਕੌਣ ਕਹਿਣ ਵਾਲੇ? ਕਮਾਲ ਹੋ ਗਿਆ। ਇੱਕ ਬੰਦਾ ਕਾਰੋਬਾਰ ਕਰਨ ਦਾ ਜਿਹਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਚੋਰ ਸਾਬਤ ਕਰ ਦਿੱਤਾ ਗਿਆ ਹੋਵੇ ਉਹ ਚੋਰ ਨਹੀਂ ਹੈ। ਮੈਂ ਕਹਿੰਦਾ ਜਿਹੜਾ ਲੱਖਾਂ ਕਰੋੜ ਰੁਪਈਆ ਜਿਹੜਾ ਹੈਗਾ ਤੁਹਾਡਾ ਖਾ ਗਿਆ ਹੋਵੇ ਟੈਕਸ ਪੇਅਰਸ ਦਾ, ਐਲਆਈਸੀ ਖਾ ਗਿਆ ਹੋਵੇ ਸਾਰੀ, ਠੀਕ ਹੈ, ਉਹ ਚੋਰ ਨਹੀਂ ਹੈ। ਤੇ ਤੁਸੀਂ ਉਹ ਚੋਰ ਕਹਿੰਦੇ ਕਿਉਂ ਕਰੇਜ ਕਰਦੇ ਤੁਸੀਂ ਦੱਸੋ ਨਾ। ਦੇਖੋ ਪੁਲਿਸ ਸਾਹਿਬ ਹਿੱਸੇਦਾਰੀ ਹੈ। ਨਹੀਂ ਪੁੱਲਰ ਸਾਹਿਬ ਮੇਰੀ ਗੱਲ ਸੁਣੋ। ਨਹੀਂ ਕੋਈ ਬੀਜੇਪੀ ਦੀ ਹਿੱਸੇਦਾਰੀ ਹੈ। ਤੁਸੀਂ ਵੀ ਸਾਡੇ ਨਾਲ ਸੱਤਾ 'ਚ ਰਹੇ ਜੇ। ਮੈਂ ਜਸਟ ਇਹ ਗੱਲ ਕਰਦਾ ਪਿਆ, ਪ੍ਰਧਾਨ ਮੰਤਰੀ ਨੇ ਕਿੱਥੋਂ ਗੱਲ ਕੀਤੀ? ਮੈਂ ਪ੍ਰਧਾਨ ਮੰਤਰੀ ਮੈਂ ਕਹਿੰਦਾ ਕਾਂਗਰਸ ਚੋਰ ਸੀ, ਐਂ ਕਹਿੰਦੇ ਆ। ਤੁਸੀਂ ਵੀ ਰੌਲਾ ਪਾਉਂਦੇ ਰਹੇ, ਸਾਰੇ ਪਾਉਂਦੇ ਰਹੇ, ਅਸੀਂ ਵੀ ਪਾਉਂਦੇ ਰਹੇ। ਅੱਜ ਉਹ 10 ਸਾਲ ਤੋਂ ਬਾਹਰ ਨੇ, ਲੇਕਿਨ ਅੱਜ ਦੇ ਚੋਰ ਕੌਣ ਨੇ? ਮੈਂ ਚੋਰ ਦੱਸਣ ਲੱਗਾ। ਮੈਂ 10 ਸਾਲ ਤੋਂ ਰਾਜ ਹੋ ਰਿਹਾ। ਚੋਰ ਉਹ ਲੀਡਰ ਨੇ ਇਹ ਸੱਤਾ ਤੋਂ ਬਾਹਰ ਨੇ। ਜੇ ਨਾ ਇਹ ਸੱਤਾ ਤੋਂ ਬਾਹਰ ਨੇ, ਲੇਕਿਨ ਅੱਜ ਦੇ ਚੋਰ ਕੌਣ ਨੇ? ਸੱਤਾ 'ਚ ਕੌਣ ਨੇ? ਪੁੱਲਰ ਸਾਹਿਬ ਚੋਰੀ ਤਾਂ ਉਹੀ ਕਰੂਗਾ ਸੱਤਾ 'ਚ। ਮੈਂ ਤੁਹਾਨੂੰ ਉਹ ਜਵਾਬ ਦੇਣ ਲੱਗਾ ਵੀ ਜਿਨ੍ਹਾਂ ਲੋਕਾਂ ਕੋਲ 2-2 ਇੱਕ ਮਿੰਟ ਸਿੱਧੂ ਸਾਹਿਬ, ਜਿਨ੍ਹਾਂ ਲੋਕਾਂ ਦੇ ਕੋਲ 2-2 4-4 ਕਿੱਲੇ ਪੈਲੀ ਸੀਗੀ, ਕਿਹੜੀਆਂ ਪਾਰਟੀਆਂ ਦੇ ਮੈਂ ਨਾਮ ਗਿਣਾਵਾਂ, ਅੱਜ ਉਹਨਾਂ ਦੇ ਮਹਿਲ ਪਏ ਹੋਏ ਨੇ। ਅੱਜ ਉਹਨਾਂ ਦੇ ਕੋਲ ਮੈਂ ਗਿਣਤੀ ਗਿਣਾ ਦਿੰਦਾ। ਮੈਂ ਅਕਾਲੀ ਦਲ ਦੇ ਲੀਡਰਾਂ ਦੀ ਗਿਣਤੀ ਗਿਣਾ ਦਿੰਦਾ। 10 ਸਾਲਾਂ ਤੋਂ ਰਾਜ ਕੌਣ ਕਰ ਰਿਹਾ? ਮੈਂ ਅਕਾਲੀ ਦਲ ਦੇ ਲੀਡਰਾਂ ਦੀ ਗਿਣਤੀ ਗਿਣਾ ਦਿੰਦਾ। ਮੈਂ ਕਾਂਗਰਸ 10 ਸਾਲਾਂ ਤੋਂ ਇਹਦੇ ਮੁੰਡੇ ਦੀ ਜਿਹੜੀ ਜਾਇਦਾਦ 60,000 ਤੋਂ ਸਮਝਦੇ 60,000 ਕਰੋੜ ਹੋ ਗਈ ਹੈ। ਪੁੱਲਰ ਸਾਹਿਬ, ਜਦੋਂ ਅਸੀਂ ਸਫਾਈ ਕਰਨੀ ਕੀ ਤੁਸੀਂ ਆਪਣੇ ਹੋਮ ਮਿਨਿਸਟਰ ਦੇ ਖਾਤੇ ਵੀ ਖੰਗਾਲੋਗੇ? ਪੁੱਲਰ ਸਾਹਿਬ ਮੈਂ ਗੱਲ ਕਰਨ ਦਾ ਡਿਆ ਨਾ ਵੀ ਭ੍ਰਸ਼ਟਾਚਾਰ ਦੀ ਗੱਲ ਕਿੱਥੋਂ ਤੁਰੀ ਆ? ਜਿਹੜੇ ਪਾਰਟੀਆਂ ਦੇ ਲੀਡਰਾਂ ਦੀ 2-2 4-4 ਕਿੱਲੇ ਪੈਲੀ ਸੀ, ਮੈਂ ਖੁਦ ਵੇਖੀ 30 ਸਾਲ ਪਹਿਲਾਂ। ਅੱਜ ਉਹਨਾਂ ਦੀ ਜਾਇਦਾਦ ਵੇਖੋ ਉਹ ਕਿੱਥੋਂ ਆ ਗਈ? ਜਿੰਨੀ ਕਿ ਤਨਖਾਹ ਐਮਐਲਏ ਦੀ ਹੁੰਦੀ ਆ। ਮੈਂ ਨਾ ਘਟਾਦਾ ਅੱਜ ਗੱਲ ਕਰ ਰਹੇ ਆ। ਮੈਂ ਨਾ ਘਟਾਦਾ 10 ਸਾਲਾਂ ਤੋਂ ਉਹਨਾਂ ਨੇ ਰਾਜ ਦੇ ਵਿੱਚੋਂ ਮੈਂ ਕਹਿੰਦਾ ਪੁੱਲਰ ਸਾਹਿਬ ਜੋ ਮਰਜ਼ੀ ਕਹੋ ਤੁਸੀਂ ਸੱਤਾ ਉਹਨਾਂ ਨੇ ਸੱਤਾ ਦੇ ਆਈ ਗੱਲ ਕੀਤੀ ਹੈ। ਸੱਤਾ ਦੇ ਉਹੀ ਚੋਰੀ ਮੈਂ ਕਹਿੰਦਾ ਨਾ ਜਿਹੜੀ ਪ੍ਰਧਾਨ ਮੰਤਰੀ ਜੀ ਨੇ ਗੱਲ ਕੀਤੀ ਗਈ 6 ਸਾਲਾਂ ਤੋਂ ਅਸੀਂ ਬਾਹਰ, 10 ਸਾਲਾਂ ਤੋਂ ਇਹ ਬਾਹਰ ਨੇ। ਸੱਤਾ ਦੇ ਤੁਸੀਂ ਹੋ। ਜਿਤਨ ਜੋਸ਼ੀ ਦੇਖੋ ਸਵਾਲ ਤਾਂ ਬਣਦਾ ਨਾ। ਇੱਕ ਸਵਾਲ ਬਣਦਾ, ਮੈਂ ਜਿਹੜੀ ਗੱਲ ਕਰਦਾ ਮੇਰੀ ਗੱਲ ਜਵਾਬ ਹੀ ਲੈਣ ਜਿਹੜੇ ਪਿਛਲੇ 5 ਸਾਲਾਂ ਸੱਤਾ ਸੀਗੇ ਉਹ ਤੁਹਾਡੇ ਨਾਲ ਹੈ। ਬਾਈ ਤੁਸੀਂ ਰੌਲਾ ਪਾਉਂਦੇ ਜਿਨ੍ਹਾਂ ਨੂੰ ਤੁਸੀਂ ਚੋਰ ਕਹਿੰਦੇ ਸੀ, ਜਿਨ੍ਹਾਂ ਨੂੰ ਚੋਰ ਕਹਿੰਦੇ ਸੀ ਉਹਨਾਂ ਦੀ ਸਟੇਜ ਤੇ ਬੈਠੇ। ਕਹਿ ਕਰੋ ਸਵਾਲ ਹੋਰ ਪੁੱਛ ਲੈਣਾ। ਪੀਐਮ ਕੇਅਰਸ ਦੇ ਵਿੱਚ ਜਦੋਂ ਪੈਸਾ ਟੈਕਸ ਪੇਅਰ ਦਾ, ਫਿਰ ਇਹਨੂੰ ਤੁਸੀਂ ਆਰਟੀਆਈ ਚੋਂ ਬਾਹਰ ਕਿਉਂ ਕਰਤਾ? ਕਿਉਂ ਇੱਕ ਬੰਦਾ ਜਾਣਕਾਰੀ ਨਹੀਂ ਗੱਲ ਦੱਸੋ ਵੀ ਤੁਹਾਨੂੰ ਜਦੋਂ ਤੁਸੀਂ ਸੱਤਾ 'ਚ ਸੀਗੇ ਐਡੇ ਤਗੜੇ ਘਟਾਲੇ ਨਿਕਲੇ ਤੁਹਾਡੇ, ਐਡੇ ਜ਼ਬਰਦਸਤ ਘਟਾਲੇ ਬਰੀ ਨਹੀਂ ਜੋਸ਼ੀ ਸਾਹਿਬ ਜਿਹੜੀ ਗੱਲ ਕਰਦਾ ਜੋਸ਼ੀ ਸਾਹਿਬ ਸਾਰੇ ਦਰਸ਼ਕ ਵੇਖਦੇ ਜਿਹੜੇ ਜ਼ਿਮੀਂਦਾਰਾਂ ਦੀ 5 ਵੈਰੀ ਸੌਰੀ ਟੂ ਸੇ ਪਿਛਲੇ 5 ਸਾਲ ਇਹਨਾਂ ਦੇ ਪ੍ਰਾਪਰਟੀਆਂ ਵੇਖੋ। ਇਹ ਲੋਕ ਜਾ ਕੇ ਟੱਪ ਕੇ ਵੇਖੋ ਚੰਡੀਗੜ੍ਹ ਜਾ ਕੇ ਕਦੀ ਗਵਰਨਰ ਨੂੰ ਜਾ ਕੇ ਪਤਾ ਦਿੰਦੇ ਸੀ, ਕਦੀ ਕਿਸੇ ਨੂੰ ਦਿੰਦੇ ਸੀਗੇ ਵੀ ਅਸੀਂ ਚੋਰ ਆ ਜੀ, ਫਲਾਣਾ ਚੋਰ ਆ ਜੀ, ਕੈਪਟਨ ਚੋਰ ਹੈ। ਕਿਉਂਕਿ ਪਬਲਿਕ ਨੂੰ ਇਸ ਗੱਲ ਦਾ ਪਤਾ ਵਾ ਕਿ ਜਦੋਂ ਇਹ ਲੋਕ ਸੱਤਾ ਜਾਏ, ਇਹਨਾਂ ਦੇ ਲੀਡਰਾਂ ਦੇ ਕੋਲ ਸੀ ਕੀ ਉਸ ਟਾਈਮ ਉਹਨਾਂ ਦੇ ਖਾਤੇ ਕੋਲ
ਅੱਜ ਕੀ ਬਣੇ ਨੇ? ਮੈਂ ਕਿਹੜੇ ਲੀਡਰ ਦੀ ਗੱਲ ਸੁਣਾਵਾਂ? ਤੁਸੀਂ ਜਨਤਾ ਜਾਣਦੀ ਆ। 5-7 ਲੈ ਕੇ ਗਏ ਉਹਨਾਂ ਦੀ ਗੱਲ ਸੁਣਾ ਦਿਓ। ਆਉਣਾ ਜਿਹੜੇ ਜਾਣਾ 5-7 ਲੈ ਕੇ ਗਏ ਉਹਨਾਂ ਦੀ ਗੱਲ ਸੁਣਾ ਦਿਓ। ਆਉਣਾ ਜਾਣਾ ਉਹ ਕਿਸਾਨ ਪਾਰਟੀਆਂ ਧੁੱਪ ਗਏ। ਲੱਗਾ ਉਹ ਕਿਸਾਨ ਧੁੱਪ ਗਏ। ਆਉਣਾ ਜਾਣਾ ਅੱਜ ਤੁਹਾਡਾ ਪੁਰਾਣਾ ਹੈਲਥ ਮਿਨਿਸਟਰ ਕਿਦਾਂ ਧੁੱਪ ਗਿਆ। ਓਹੋ ਤੁਸੀਂ ਜਿਹੜਾ ਤੁਹਾਡਾ ਭੁੱਲਰ ਸਾਹਿਬ ਜਿਹੜਾ ਤੁਹਾਡੇ ਫਾਈਨੈਂਸ ਮਿਨਿਸਟਰ ਲੈ ਗਏ ਉਹ ਮਨਦੀਪ ਬਾਦਲ ਜਿਹਦੇ ਖਿਲਾਫ ਤੁਸੀਂ ਜਾ ਕੇ ਸਕਦੇ ਸੀਗੇ ਮੈਨੂੰ ਉਹ ਇਹ ਧੁੱਪ ਦੱਸ ਗਿਆ। ਦਿਓ ਜਾਣੇ 5 ਸਟਾਰ ਹੋਇਆ ਦੱਸ ਦਿਓ ਜਿਹੜਾ ਪਹਿਲਾਂ ਜਿਹੜਾ ਦਾ ਧੋਤਾ ਕਿੱਥੋਂ ਹੋ ਗਿਆ। ਇਹਦੇ ਖਿਲਾਫ ਧਰਨੇ ਦਿੰਦੇ ਸੀਗੇ। ਵਕੀਲ ਸਿੱਧੂ ਦਾ ਧੋਤਾ ਹੋ ਗਿਆ। ਇਹਦੇ ਖਿਲਾਫ ਧਰਨੇ ਦਿੰਦੇ ਸੀਗੇ। ਕੈਪਟਨ ਦਾ ਧੋਤਾ ਹੋ ਗਿਆ। ਜਿਹਦੇ ਖਿਲਾਫ ਧਰਨੇ ਦਿੰਦੇ ਸੀਗੇ। ਜਿਹੜਾ ਰੌਲਾ ਪਾਉਂਦੇ ਸੀਗੇ। ਦੱਸੋ ਜਰਾ ਉਹ ਦੁੱਧ ਦੇ ਧੋਤੇ ਕਿੱਥੋਂ ਹੋ ਗਏ? ਕਿੱਥੋਂ ਆਇਆ ਪੈਸਾ ਧੋਤੇ ਹੋ ਗਏ। ਪ੍ਰਧਾਨ ਮੰਤਰੀ ਜੀ ਚੋਰ ਮਚਾਏ ਸ਼ੋਰ ਕੀਤੀ ਆ। ਚੋਰ ਮਚਾਏ ਸ਼ੋਰ। ਚੋਰ ਵੀ ਨਹੀਂ ਮਚਾਇਆ। ਚੋਰ ਚੋਰ ਮਚਾਏ ਸ਼ੋਰ। ਮੈਂ ਕਹਿੰਦਾ ਮੈਂ ਤੁਹਾਡਾ ਸਵਾਗਤ ਹੈ, ਤੁਸੀਂ ਜੋ ਮਰਜ਼ੀ ਕਹੋ, ਪਰ ਇੱਕ ਮਿੰਟ ਸਿੱਧੂ ਸਾਹਿਬ ਜੋਸ਼ੀ ਦੇਖੋ, ਗੱਲ ਇਹ ਹੈਗੀ ਆ। ਮੇਰੇ ਸਿੱਧੂ ਸਾਹਿਬ ਗੱਲ ਸੁਣੋ। ਅੱਜ ਸਿੱਧੂ ਸਾਹਿਬ ਗੱਲ ਸੁਣੋ। ਅੱਜ ਬੀਜੇਪੀ ਪੰਜਾਬ ਉਹਨਾਂ ਠੱਗਾਂ ਦੀ ਪਾਰਟੀ ਬਣ ਗਿਆ ਜਿਨ੍ਹਾਂ ਦੇ ਖਿਲਾਫ ਜਾ ਕੇ ਧਰਨੇ ਦਿੰਦੇ ਸੀਗੇ। ਦੇਖੋ ਜਿਹਨਾਂ ਨੂੰ ਚੋਰ ਕਹਿੰਦੇ ਸੀਗੇ। ਠੱਗਾਂ ਦੀ ਪਾਰਟੀ ਕਿਆ? ਠੱਗਾਂ ਦੀ ਪਾਰਟੀ ਬਹੁਤ ਵੱਡੀ ਗੱਲ। ਚੇਤਨ ਜੋਸ਼ੀ ਜੀ ਅੱਜ ਉਹਨਾਂ ਪਾਰਟੀਆਂ ਪੁਲਿਸ ਸਾਹਿਬ ਜਵਾਬ ਲੈਣੇ। ਚੇਤਨ ਜੋਸ਼ੀ ਦੇਖੋ ਵੱਡਾ ਹੀ ਗੱਲ ਕੀਤੀ ਇਹਨਾਂ ਨੇ ਕਿ ਭਾਜਪਾ ਅੱਜ ਕੱਲ੍ਹ ਠੱਗਾਂ ਦੀ ਪਾਰਟੀ ਬਣ ਗਈ ਹੈ ਜਿਨ੍ਹਾਂ ਤੇ ਐਲੀਗੇਸ਼ਨ ਇਹਨਾਂ ਦਾ ਪਿਛਲੇ 5 ਸਾਲਾਂ ਚ ਹਨੀਮੂਨ ਪਲੇਸ ਹੈ। ਮੈਂ ਕਹਿੰਦਾ ਪਿਆ ਮੈਂ ਉਹਨਾਂ ਕਹਿੰਦਾ ਲੋਕਾਂ ਨੂੰ ਰਾਈਟ ਠੱਗੀਆਂ ਜਾਂਦੀਆਂ ਨੇ। ਉਹਨਾਂ ਨੂੰ ਉਹਨਾਂ ਨੂੰ ਜਿਹੜਾ ਜ਼ਿਮੀਂਦਾਰਾਂ 5 ਕਿੱਲੇ ਪੈਲੀ ਸੀ ਦਿਖਾਇਆ ਜਾਂਦਾ ਹੈ। ਉਹ ਕਿਹੜੀਆਂ ਪਾਰਟੀਆਂ ਨਾਲ ਸੰਬੰਧ ਰੱਖਦੇ ਦੱਸਾਂ ਮੈਂ ਇੱਥੇ। ਅੱਜ ਉਹਨਾਂ ਦੇ ਕੋਲ ਕੀ ਹੈ? ਐਸੇ ਲੋਕ ਕਿਸੇ ਦੀ ਏਜੰਸੀ ਆ ਉਹਨਾਂ ਦੇ ਖਿਲਾਫ ਕੌਣ ਖੁੱਲੇ ਨੇ ਜਿਹਨਾਂ ਦੇ ਖਿਲਾਫ 5 ਕਿੱਲੇ ਲਾ ਕੇ ਬੰਦੇ ਸੀਗੇ। ਇੱਕ ਤੇ 2.5 ਕਿੱਲੇ ਵਾਲਾ ਜ਼ਿਮੀਂਦਾਰ ਸੀ। ਜਿਨ੍ਹਾਂ ਦੇ ਖਿਲਾਫ 2.5 ਕਿੱਲੇ ਵਾਲਾ ਜ਼ਿਮੀਂਦਾਰ ਧਰਨੇ ਦਿੰਦੇ ਸੀ। ਕਰੋੜਾਂ ਰੁਪਏ ਦੀ ਪ੍ਰਾਪਰਟੀ ਪ੍ਰਧਾਨ ਉਸ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਵਾਸਤੇ ਅੱਜ ਉਹਨਾਂ ਨੇ ਸ਼ਲਾਘਾ ਕੀਤੀ ਸੀਬੀਆਈ ਦੀ। ਸ਼ਰਮ ਕਰੋ ਉਹਨਾਂ ਲੋਕਾਂ ਨੂੰ ਲਾਈਨ ਤੇ ਲਿਆਉਣ ਵਾਸਤੇ। ਉਹ ਕਾਂਗਰਸ ਵਾਲੇ ਮੈਂ ਕਿਹੜੇ ਘੁਟਾਲਿਆਂ ਦੀ ਗੱਲ ਕਰਾਂ? ਓਕੇ ਆਪਾਂ ਕਾਂਗਰਸ ਮੈਂ ਕਹਿੰਦਾ 11 ਕਰੋੜ ਰੁਪਏ ਕਰੰਸੀ ਮਿਲ ਭ੍ਰਿਸ਼ਟਾਚਾਰ ਨਹੀਂ ਵਿਊ ਬਣਾ ਗਿਆ। ਨਾ ਇਹ ਜੋ ਮਰਜ਼ੀ ਕਰੀ ਜਾਓ। ਤੁਹਾਡਾ ਵਿਊ ਬਣਾ ਗਿਆ। ਇਹ ਹੈਗੀ ਆ ਇਹਨਾਂ ਨੂੰ ਆਪਣਾ ਪਾਲਾ। ਓਕੇ ਇਹਨਾਂ ਨੂੰ ਆਪਣਾ ਪਾਲਾ ਪੈ ਗਿਆ। ਪਾਲਾ ਗੱਲ ਸੁਣੋ। ਗੱਲ ਕਹਿ ਕੇ ਇੱਕ ਮਿੰਟ ਸਿੱਧੂ ਸਾਹਿਬ ਇੰਨੀ ਗੱਲ ਕਹਿ ਕੇ ਕਦੀ ਵੀ ਪਾਲਾ ਨਹੀਂ ਭ੍ਰਿਸ਼ਟਾਚਾਰ ਤੋਂ ਛਡਾ ਸਕਦੇ ਕਿ ਅਸੀਂ 6 ਸਾਲ ਤੋਂ ਬਾਹਰ ਆਏ ਉਹ 10 ਸਾਲ ਤੋਂ ਬਾਹਰ ਆ। ਚਲੋ ਆਪਾਂ ਜਵਾਬ ਲੈ ਲਈਏ। ਚੇਤਨ ਜੋਸ਼ੀ ਆ ਰਿਹਾ। ਚੇਤਨ ਜੋਸ਼ੀ ਆ ਰਿਹਾ। ਚੇਤਨ ਜੋਸ਼ੀ ਜਵਾਬ ਲੈ ਲਈਏ ਨਾ। ਜਵਾਬ ਦੇ ਦਿਓ। ਅਕਾਲੀ ਦਲ ਨੂੰ ਮੈਂ ਤਾਂ ਨਹੀਂ ਕਹਿ ਸਕਦਾ ਕਿਸੇ ਟਾਈਮ ਅਸੀਂ ਇਹਨਾਂ ਨੇ ਸਰਕਾਰ ਚਲਾਈ ਆ। ਉਹਨਾਂ ਜ਼ਿਆਦਾ ਗੱਲਾਂ ਤਾਂ ਨਹੀਂ ਕਰਦੇ। ਰਲ ਕੇ ਕਰਦੇ ਰਹੇ ਇਹ ਗੱਲ। ਇਹਨਾਂ ਨੇ ਸਰਕਾਰ ਚੇਤਨ ਚਲਾਈ ਆ। ਜੋਸ਼ੀ ਇਹਨਾਂ ਨੂੰ ਮੈਂ ਕੀ ਕਹਾਂ? ਚੇਤਨ ਜੋਸ਼ੀ ਸਰਕਾਰ ਚਲਾਈ ਹੈ। ਚੇਤਨ ਜੋਸ਼ੀ ਮੇਰਾ ਸਵਾਲ ਲਓ। ਮੇਰਾ ਸਵਾਲ ਚੇਤਨ ਜੋਸ਼ੀ ਮੇਰਾ ਸਵਾਲ ਲਓ। ਜੇ ਅਕਾਲੀ ਦਲ ਦੇ ਨਾਲ ਰਹੇ ਹੋ, ਜੇ ਅਕਾਲੀ ਦਲ ਦੇ ਨਾਲ ਰਹੇ ਹੋ ਫਿਰ ਰਲ ਕੇ ਕਰਦੇ ਰਹੇ ਹੋ ਭ੍ਰਿਸ਼ਟਾਚਾਰ। ਏਜੰਸੀਆਂ ਆ ਗਈਆਂ। ਸਿੱਧੂ ਸਾਹਿਬ ਵੱਡੇ ਵੱਡੇ ਖੜੇ ਹੋ ਗਏ। ਅਕਾਲੀ ਦਲ ਬੜੀ ਵੱਡੀ ਬੀਜੇਪੀ ਗੱਲ ਹੈ। ਸਰਕਾਰ ਦੇ ਵਿੱਚ ਵੀ ਤੁਸੀਂ 30 ਇਹਨਾਂ ਦਾ ਮੰਤਰੀ ਫੜਿਆ ਗਿਆ ਸੀਗਾ। ਪ੍ਰਾਪਰਟੀਆਂ ਵੇਖੋ। ਇਹਨਾਂ ਦੇ ਪ੍ਰਾਪਰਟੀਆਂ ਵੇਖੋ। ਕਹਿੰਦੇ ਪ੍ਰਾਪਰਟੀਆਂ ਵੇਖੋ ਉਹਨਾਂ ਬਾਹਰ ਰਸਤਾ ਦਿਖਾਇਆ ਗਿਆ ਸੀਗਾ। ਜਨਤਾ ਨੂੰ ਪਤਾ ਜਿਨ੍ਹਾਂ ਨੇ 5-5 ਕਿੱਲੇ ਵਾਲੇ ਜ਼ਿਮੀਂਦਾਰ ਤੋਂ ਬਣੇ ਐਮਐਲਏ ਉਹ ਜਨਤਾ ਨੂੰ ਪਤਾ ਉਹਨਾਂ ਕੋਲ ਚੇਤਨ ਜੀ ਥੋੜਾ ਆਪਣੀ ਗੱਲ ਨੂੰ ਵਿਰਾਮ ਦਿਓ। ਤੁਹਾਡੀ ਵਿਊ ਪੁਆਇੰਟ ਆ ਗਿਆ। ਪੁਲਿਸ ਸਾਹਿਬ ਤੁਹਾਡਾ ਵਿਊ ਪੁਆਇੰਟ ਵੀ ਆ ਗਿਆ। ਫੇਰ ਆਉਣਾ ਬਾਕੀ ਮਹਿਮਾਨਾਂ ਦੀ ਗੱਲ ਲੈ ਲਈਏ। ਬਾਕੀ ਮਹਿਮਾਨਾਂ ਦੀ ਸਿੱਧੂ ਸਾਹਿਬ ਪਾਸੇ ਇੱਕ ਛੋਟੀ ਜੀ ਗੱਲ ਜੀ। ਸਿੱਧੂ ਸਾਹਿਬ ਮੈਂ ਤਾਂ ਸਿਰਫ ਇੰਨਾ ਜਾਣਨਾ ਚਾਹੁੰਦਾ ਮੈਂ ਕੋਈ ਹੋਰਨਾਂ ਸਟੇਟਾਂ ਦੀ ਗੱਲ ਛੱਡ ਦਿਓ ਤੁਸੀਂ। ਆਹ ਤੇ ਤਾਜੀ ਜੀ ਭੁਗਤੀ ਹੋਈ ਗੱਲ ਹੈ ਜਿਨ੍ਹਾਂ ਦੇ ਖਿਲਾਫ ਇਹਨਾਂ ਦੇ ਪ੍ਰਧਾਨ ਕੁੜਤਾ ਲਾ ਕੇ ਨੰਗੇ ਢਿੱਡੀ ਜਾ ਕੇ ਧਰਨੇ ਦਿੰਦੇ ਸੀਗੇ। ਜਿਨ੍ਹਾਂ ਦੇ ਖਿਲਾਫ ਜਾ ਕੇ ਗਵਰਨਰ ਨੂੰ ਜਾ ਕੇ ਮਤੇ ਪਾਏ ਜਾਂਦੇ ਸੀਗੇ। ਜਿਹੜੇ ਕਰਪਟ ਲੋਕ ਨੇ ਅੱਜ ਖੁੱਦੇ ਧੋਤੇ ਕਿਸ ਤਰ੍ਹਾਂ ਆ ਸਾਨੂੰ ਇਹ ਦੱਸੋ। ਜਵਾਬ ਲੈਣੇ ਚੇਤਨ ਜੀ ਦੱਸੋ। ਹਾਂਜੀ ਚੇਤਨ ਜੀ ਦੱਸੋ। ਇਹ ਕਹਿੰਦੇ ਵੀ ਜਿਨ੍ਹਾਂ ਦੇ ਨੰਗੇ ਪਿੰਡੇ ਜਾ ਕੇ ਆਪਾਂ ਢਿੱਡ ਵਜਾ ਕੇ ਰੌਲਾ ਪਾਉਂਦੇ ਸੀ। ਲੋਕਾਂ ਦਾ ਲੱਗਾ ਰਹਿੰਦਾ ਵਾ। ਮੈਂ ਕਹਿੰਦਾ ਭੁੱਲਰ ਸਾਹਿਬ ਵੀ ਵਾਪਸ ਆਏ ਸਾਡੀ ਪਾਰਟੀ 'ਚ। ਨਹੀਂ ਮੈਂ ਚੋਰਾਂ ਦੀ ਗੱਲ ਕਰ ਰਿਹਾ। ਚੋਰਾਂ ਦੀ ਮੈਂ ਉਹ ਤੇ ਕਹਿਣ ਡਿਆ ਨਾ ਉਹਨਾਂ ਚੋਰਾਂ ਦਾ ਚੋਰ ਕਹਿੰਦੇ ਸੀਗੇ। 2-2 ਕਿੱਲੇ ਪੈਲੀ ਚੋਰ ਕਹਿੰਦੇ ਸੀ। ਚੋਰ ਹੋਟਲ ਪੈ ਗਏ ਆ। ਤੁਹਾਡਾ ਪ੍ਰਧਾਨ ਤੁਹਾਡੀ ਸਾਰੀ ਟੀਮ ਚੋਰ ਕਹਿ ਕੇ ਬੋਲਦੇ ਸੀ। ਤੁਹਾਡਾ ਰਾਈਟ ਦਾ ਬੋਲਣਾ ਸਵਾਗਤ ਆ ਤੁਹਾਡੇ। ਅਸੀਂ ਤੁਹਾਡੇ ਸਵਾਗਤ ਕਰਾਂਗੇ। ਅੱਜ ਪੁਰਾਣੀ ਪਾਰਟੀ ਜਿਹੜੀ ਹੈ ਪੁਰਾਣੀ ਸਰਕਾਰ ਦਾ ਫਾਈਨੈਂਸ ਮਿਨਿਸਟਰ ਪੁਰਾਣੀ ਫਾਈਨੈਂਸ ਦਾ ਹੈਲਥ ਮਿਨਿਸਟਰ ਪੁਰਾਣੇ ਬਾਕੀ ਸਾਰੇ ਮਿਨਿਸਟਰ ਜਿਹੜੇ ਤੁਸੀਂ ਲੈ ਲਏ ਇਵਨ ਕੈਪਟਨ ਸਾਰਾ ਸੀਐਮ ਸੀ ਉਹ ਕਿਸ ਤਰ੍ਹਾਂ ਦੁੱਧ ਦੇ ਉੱਤੇ ਹੋ ਗਏ ਜਿਨ੍ਹਾਂ ਦੇ ਈਡੀ ਵੀ ਚੱਲ ਰਹੀ ਸੀ। ਤੁਸੀਂ ਜਵਾਬ ਤਾਂ ਦਿਓ ਨਾ। ਤੁਸੀਂ ਦੁੱਧ ਬੋਲੀ ਜਾਂਦੇ ਤੁਸੀਂ ਕਰਪਸ਼ਨ ਦੇ ਬਲੇਮ ਲਾਉਂਦੇ। ਪੁਲਿਸ ਆਪਾਂ ਜਵਾਬ ਲੈ ਲਈਏ। ਮੈਂ ਸਿੱਧੀ ਗੱਲ ਅੱਜ ਕਿੱਥੋਂ ਮੰਗ ਕਰੋ। ਸਭ ਤੋਂ ਪਹਿਲਾਂ ਸਾਡੇ ਪੰਜਾਬ ਬੀਜੇਪੀ ਦੇ ਮਰਜ਼ੀ ਕਹੀ ਜਾਓ ਭੁੱਲਰ ਸਾਹਿਬ ਤੁਹਾਡੀ ਲਾਈਨ ਤੇ ਫਸ ਗਈ।
ਕਿਉਂਕਿ ਮੈਂ ਗੱਲ ਹੀ ਕਰਤੀ ਜਿਨ੍ਹਾਂ ਕੋ 2-2 3-3 ਕਿੱਲੇ ਪੈਲੀ ਸੀਗੀ ਉਹਨਾਂ ਦੀ ਕਰੋੜਾਂ ਦੀ ਪ੍ਰਾਪਰਟੀ ਕਿੱਦਾਂ ਬਣ ਗਈਆਂ। ਚਲੋ ਤੁਹਾਡੀ ਕੋਈ ਗੱਲ ਆ ਗਈ ਜੋਸ਼ੀ ਵਿਊ ਪੁਆਇੰਟ ਆ ਗਿਆ ਜਿਹੜਾ ਗਲਤ ਛਾਨਣੀ ਆਪਣੇ ਘਰੇ ਲਾ ਲਓ ਨਾ। ਪਾਓ ਇਨਕੁਆਇਰੀ ਛਾਨਣੀ ਆਪਣੇ ਘਰੇ ਲਾਓ। ਤੁਹਾਡਾ ਰਾਈਟ ਆ ਕਹਿਣਾ, ਅਸੀਂ ਤੁਹਾਡਾ ਹੱਕ ਨਹੀਂ ਮਾਰ ਸਕਦੇ। ਚੇਤਨ ਇਹੋ ਜੀ, ਬਿਊਟੀ ਹੈ ਸਾਡੀ ਪਾਰਟੀ ਦੀ। ਇਹ ਹੁਣ ਆਪਾਂ ਤੁਹਾਡਾ ਦੋਨਾਂ ਦਾ ਵਿਊ ਪੁਆਇੰਟ ਆ ਗਿਆ। ਚੇਤਨ ਜੀ ਤੁਹਾਡੀ ਗੱਲ ਵੀ ਆ ਗਈ। ਪੁਲਿਸ ਸਾਹਿਬ ਦੇਖੋ ਤੁਹਾਨੂੰ ਦੁਬਾਰਾ ਮੌਕਾ ਦਿੱਤਾ, ਬਾਕੀ ਮਹਿਮਾਨਾਂ ਦੀ ਆਪਾਂ ਲੈ ਲਈਏ। ਧੰਨਵਾਦ ਜੀ ਜੀ ਬਹੁਤ ਜਵਾਬ ਮਿਹਰਬਾਨੀ, ਨਹੀਂ ਲਿਆ ਬਸ ਬਹੁਤ ਮਿਹਰਬਾਨੀ ਤੁਸੀਂ ਇਸ ਮੁੱਦੇ ਤੇ ਗੱਲ ਕਰ ਰਹੇ ਹੋ। ਜਿਸ ਮਾਮਲੇ ਦੇ ਐਸਪੀ ਖਡਿਆਲ ਸਿੱਧੀ ਗੱਲ ਆ ਜਿਹੜੀ ਚੇਤਨ ਜੋਸ਼ੀ ਇਹ ਕਹਿ ਰਿਹਾ ਕਿ ਗੱਲ ਤੇ ਕਹਿੰਦੇ ਅਸੀਂ ਕਰਾਂਗੇ ਨਾ, ਜਿਨ੍ਹਾਂ ਨੇ ਇੰਨੇ ਸਾਲ ਲੰਬਾ ਸਮਾਂ ਕਰਪਸ਼ਨ ਕੀਤੀ, ਘਟਾਲੇ ਕੀਤੇ, ਕਿੰਨੇ ਨੇਤਾ ਉਹਨਾਂ ਦੇ ਅੰਦਰ ਗਏ ਆ, ਕਿੰਨੇ ਤੇ ਕੇਸ ਚੱਲ ਰਿਹਾ, ਕਹਿੰਦੇ ਇਸ ਕਰਕੇ ਗੱਲ ਬਣਦੀ ਆ ਗੱਲ ਕਿਉਂਕਿ ਉਹਨਾਂ ਨੇ ਕੁਝ ਕੀਤਾ ਆਪਣੇ ਸਮੇਂ ਦੇ ਦੌਰਾਨ, ਆਪਣੀਆਂ ਸਰਕਾਰਾਂ ਦੇ ਦੌਰਾਨ, ਇਸ ਕਰਕੇ ਸਵਾਲ ਉੱਠ ਰਿਹਾ ਹੈ। ਸਿੱਧੂ ਸਾਹਿਬ ਇਹ ਗੱਲ ਦਾ ਮੈਂ ਜਵਾਬ ਆਲਰੇਡੀ ਦੇ ਚੁੱਕਿਆ ਹਾਂ ਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਸਾਡੇ ਲੀਡਰਸ ਇਕਵਿਟ ਹੋਏ, ਸਾਲੋ ਸਾਲ ਕੇਸ ਚੱਲੇ, ਸਾਲੋ ਸਾਲ ਐਲੀਗੇਸ਼ਨ ਲਾਏ, ਐਕੂਜ਼ੇਸ਼ਨਸ ਲਾਏ, ਤੌਹਮਤਾਂ ਲਾਈਆਂ ਤੇ ਬਾਅਦ ਚ ਪਤਾ ਕੀ ਲੱਗਿਆ ਵੀ ਕੇਸ ਸੀਗਾ ਕੁਝ ਨਹੀਂ, ਬਾਇਜ਼ਤ ਬਰੀ ਹੋਏ। ਦੂਜੀ ਗੱਲ ਆਪਰੇਸ਼ਨ ਲੋਟਸ ਕਾਈਂਡਲੀ ਜੋ ਸਰ ਕਾਈਂਡਲੀ ਦੇਖੋ ਕਾਈਂਡਲੀ ਜਵਾਬ ਦੇ ਰਹੇ ਪਬਲਿਕ ਨੇ ਵੋਟ ਪਾਈ ਹੈ ਤਾਂ ਹੀ ਕਰਕੇ ਹਿਮਾਚਲ ਜਿੱਤੇ ਹੈ, ਪਬਲਿਕ ਨੇ ਵੋਟ ਪਾਈ ਹੈ ਤਾਂ ਹੀ ਕਰਕੇ ਸਾਈ ਹੁਣ ਜਵਾਬ ਲਓ ਨਾ। ਅਰੁਣਜੀਤ ਨੂੰ ਕਿਉਂ ਨਹੀਂ ਵੋਟ ਪਾਈ ਸੀ ਉਦੋਂ? ਉਹਦਾ ਕੀ ਬਣਿਆ ਸੀਗਾ? ਨਹੀਂ ਚਲੋ ਇਹ ਤਾਂ ਹਾਂ ਲੱਗੀ ਰਹਿੰਦੀ ਹੈ। ਅਰੁਣਜੀਤ ਨੂੰ ਕਿਉਂ ਉਹ ਜੱਟਾਂ ਲੱਗੀ ਰਹਿੰਦੀ ਹੈ। ਤੁਸੀਂ ਅੰਮ੍ਰਿਤਸਰ ਵੱਲੋਂ ਹੀ ਹੋ। ਆਪਣੇ ਤੁਸੀਂ ਤਾਂ ਆਪਰੇਸ਼ਨ ਲੋਟਸ ਕਰ ਰਹੇ ਹੋ। ਗੋਆ, ਕਰਨਾਟਕਾ, ਮਹਾਰਾਸ਼ਟਰ, ਅਸਾਮ, ਜੋਸ਼ੀ ਸਾਹਿਬ ਸੁਣਨ ਦਾ ਮਾਤਾ ਸਿੱਧੂ ਸਾਹਿਬ ਕਾਈਂਡਲੀ ਕਰੋ। ਮੈਂ ਕਹਿੰਦਾ ਜੋ ਮੇਰਾ ਜਵਾਬ ਸੁਣ ਲਿਓ। ਗੋਆ, ਕਰਨਾਟਕਾ, ਮਹਾਰਾਸ਼ਟਰ, ਅਸਾਮ, ਮੱਧ ਪ੍ਰਦੇਸ਼, ਤੇਲੰਗਾਨਾ, ਪੰਜਾਬ, ਆਪਰੇਸ਼ਨ ਲੋਟਸ ਕਿੱਥੇ ਕਿੱਥੇ ਕੀਤਾ ਬੀਜੇਪੀ ਦੀ ਸਰਕਾਰ ਨੇ, ਇਹ ਪੂਰਾ ਦੇਸ਼ ਜਾਣਦਾ ਹੈ। ਤੇ ਮੈਨੂੰ ਬੀਜੇਪੀ ਦੀ ਸਰਕਾਰ ਇੱਕ ਗੱਲ ਦੱਸੇ ਵੀ ਜਿਹੜੇ ਆਪਰੇਸ਼ਨ ਲੋਟਸ ਹੋਏ ਹੈ ਉਹ ਕਿਵੇਂ ਹੋ ਸਕੇ। ਜਿਹੜਾ ਪੀਐਮ ਕੇਅਰਸ ਹੈ ਅੱਜ ਆਰਟੀਆਈ ਦੇ ਥੱਲੇ, ਸਿੱਧੂ ਸਾਹਿਬ ਹੈ ਕਿਸੇ ਦੀ ਆਵਾਜ਼ ਨਹੀਂ ਗੱਲ ਸਾਹਿਬ ਕਾਈਂਡਲੀ ਮੜਾ ਸ਼ਾਂਤ ਕਰੋ, ਕਾਈਂਡਲੀ ਮੜਾ ਸ਼ਾਂਤ ਕਰਿਓ ਇਹਨਾਂ ਅੱਜ ਇਹਨਾਂ ਨੂੰ ਕਾਈਂਡਲੀ ਥੋੜਾ ਸ਼ਾਂਤ ਕਰੋ, ਗਲੀਆਂ ਦੀ ਲੜਾਈ ਸ਼ਾਂਤ ਕਰੋ। ਮੈਂ ਸਿੱਧੀ ਗੱਲ ਜੋਸ਼ੀ ਸਾਹਿਬ ਪਾਣੀ ਪੀ ਲਓ। ਅੱਜ ਮੈਨੂੰ ਪਤਾ ਵੀ ਐਕਸਪੋਜ਼ ਹੋ ਗਈ ਬੀਜੇਪੀ ਤਾਂ ਕਰਕੇ ਰੌਲਾ ਪਾ ਰਹੇ ਹੋ। ਮੈਡੀਕਲ ਕਾਲਜ ਕਿੱਦਾਂ ਬਣ ਗਏ, ਹਸਪਤਾਲ ਕਿੱਦਾਂ ਬਣ ਗਏ, ਕਮਾਲ ਦੀ ਗੱਲ ਆ। ਤੁਹਾਡਾ ਵੀ ਬਣਾ ਗਿਆ ਜਦੋਂ ਤੁਸੀਂ ਬੋਲੀ ਜਾਓਗੇ ਤੇ ਮੇਰਾ ਜਵਾਬ ਲਓ ਸਿੱਧੂ ਸਾਹਿਬ, ਛੱਡੋ ਕੱਕਾ ਕਾਂਗਰਸ, ਮੇਰਾ ਜਵਾਬ ਲਓ। ਕੱਕਾ ਕਾਂਗਰਸ ਨਹੀਂ ਕਾਂਗਰਸ ਹੈ। ਚੇਤਨ ਜੋਸ਼ੀ ਤੁਹਾਡੀ ਗੱਲ ਆ ਮੇਰਾ ਜਵਾਬ ਤਾਂ ਲੈ ਲਓ। ਖੜਿਆਲ ਸਾਹਿਬ ਨੂੰ ਬੋਲਣ ਦੀ ਚੇਤਨ ਜੋਸ਼ੀ ਬੋਲੋ ਝੂਠ ਹੀ ਬੋਲਣਾ। ਓਕੇ ਓਕੇ ਥੋੜਾ ਵਿਰਾਮ ਦੇ ਲਓ, ਥੋੜਾ ਦਾਮ ਲੈ ਲਓ ਚੇਤਨ ਜੋਸ਼ੀ ਸਾਹਮਣੇ ਆਉਂਦੀਆਂ ਨੇ। ਧੰਨਵਾਦ ਥੈਂਕ ਯੂ। ਪਾਣੀ 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 ਪੀ ਲਓ ਜੋਸ਼ੀ ਸਾਹਿਬ ਸਿੱਧੂ ਸਾਹਿਬ ਇਹਨਾਂ ਨੂੰ ਸ਼ਾਂਤ ਲਾਈ ਜਾਓ। ਅੱਜ ਤਗੜੇ ਨੇ। ਪਤਾ ਕੀ ਹੈ ਸਿੱਧੂ ਸਾਹਿਬ, ਜੋਸ਼ੀ ਹੁਣ ਕਾਈਂਡਲੀ ਸੁਣ ਸਿੱਧੂ ਸਾਹਿਬ ਆਪਾਂ ਜਵਾਬ ਲੈ ਲਈਏ ਜੀ। ਥੈਂਕ ਯੂ। ਪਹਿਲੀ ਗੱਲ ਤਾਂ ਜੀ ਕਸੂਰ ਜੋਸ਼ੀ ਸਾਹਿਬ ਦਾ ਨਹੀਂ ਹੈ, ਮੈਂ ਵੀ ਇੱਕ ਸ਼ੇਰ ਬੋਲੂੰਗਾ। ਬੋਲੋ ਜੀ ਬੋਲੋ। ਸਾਰੀ ਉਮਰ ਮੇਰਾ ਦੋਸਤ ਇਹੀ ਗਲਤੀ ਕਰਦਾ ਰਿਹਾ, ਧੂਲ ਜਿਹੜੀ ਸੀਗੀ ਚਿਹਰੇ ਤੇ ਸੀ ਤੇ ਆਈਨਾ ਸਾਫ਼ ਕਰਦਾ ਰਿਹਾ। ਪ੍ਰੋਬਲਮ ਇਹ ਹੈ ਕਿ ਇਹਨਾਂ ਨੇ ਸਾਨੂੰ ਸਵਾਲ ਕਰ ਲਏ, ਸਰਕਾਰ ਥੋੜੀ ਹੈ ਨਾ, ਮੌਕੇ ਤੇ ਸਵਾਲ ਦੇ ਜਵਾਬ ਤੁਹਾਨੂੰ ਦੇਣੇ ਪੈਣਗੇ ਨਾ, ਲੋਕਤੰਤਰ ਹੈ ਨਾ। ਤੁਹਾਨੂੰ ਸਾਹਿਬ ਜੇ ਸਵਾਲ ਪੁੱਛ ਲਿਆ ਤਾਂ ਅਸੀਂ ਗੁਨਾਹ ਕਰਤਾ ਕੋਈ ਨਹੀਂ ਤੁਹਾਡਾ ਸਵਾਲ ਦਾ ਤੁਹਾਡੇ ਸਵਾਲ ਦਾ ਕਾਈਂਡਲੀ ਸਾਹਿਬ ਸੁਣੋ, ਕਾਈਂਡਲੀ ਜੋਸ਼ ਸਾਹਿਬ ਦੇਖੋ ਮੈਂ ਬੜਾ ਬਰੀਫ ਰੱਖਦਾ ਉਹਨਾਂ, ਸਵਾਲ ਕਰਦਾ ਉਹਨਾਂ, ਲਗਾਤਾਰ ਨਹੀਂ ਬੋਲਦਾ ਮੇਰੀ ਸਵਾਲ ਲੈ ਲਈਏ ਤਾਂ ਕਿ ਜਿਹੜੇ ਦਰਸ਼ਕ ਸੁਣ ਰਹੇ ਆ ਉਹ ਦੇਖ ਸਕਣ ਕਿ ਸਵਾਲ ਕੀ ਹੈ ਤੇ ਜਵਾਬ ਕੀ ਹੈ। ਜੇ ਮੈਂ ਇੰਟਰਪਟ ਵੀ ਕਰਦਾ ਨਾ ਬੜਾ ਬਰੀਫਲੀ ਸਵਾਲ ਪੁੱਛ ਕੇ ਚੁੱਪ ਕਰ ਜਾਣਾ ਉਹਨਾਂ ਤੋਂ। ਪਹਿਲਾ ਤਾਂ ਪੈਟਰਨ ਹੈ ਆਪਰੇਸ਼ਨ ਲੋਟਸ ਦਾ ਸਿੱਧੂ ਸਾਹਿਬ। ਗੋਆ, ਕਰਨਾਟਕਾ, ਮਹਾਰਾਸ਼ਟਰ, ਅਸਾਮ, ਮੱਧ ਪ੍ਰਦੇਸ਼, ਬਿਹਾਰ, ਪੰਜਾਬ, ਤੇਲੰਗਾਨਾ, ਅਰੁਣਾਚਲ, ਮਨੀਪੁਰ, ਮੇਘਾਲਿਆ, ਹੋਰ ਬਹੁਤ, ਇਹ ਪੈਸਾ ਅਲੈਜਡਲੀ ਜਿਹੜਾ ਆਪਰੇਸ਼ਨ ਲੋਟਸ ਤੇ ਯੂਜ਼ ਹੋਇਆ ਇਹ ਕਿੱਥੋਂ ਆਇਆ? ਕੋਈ ਕਾਰਵਾਈ ਕਿਉਂ ਨਹੀਂ ਹੋਈ? ਆਮ ਆਦਮੀ ਪਾਰਟੀ ਨੇ ਕਿਉਂਕਿ ਪਰਚਾ ਵੀ ਕੀਤਾ ਸੀਗਾ ਕਿ ਬੀਜੇਪੀ ਨੇ ਇੰਨਾ ਪੈਸਾ ਸਾਡੇ ਐਮਐਲਏਸ ਨੂੰ ਆਫਰ ਕੀਤਾ, ਲੇਕਿਨ ਉਹ ਤੋਂ ਬਾਅਦ ਕਾਰਵਾਈ ਕੋਈ ਨਹੀਂ ਹੋਈ। ਅਨਨੋਨ ਲੋਕਾਂ ਖਿਲਾਫ ਪਰਚਾ ਦੇਤਾ, ਉਹ ਵੀ ਡਰਦੇ ਬੀਜੇਪੀ ਦੀ ਸਰਕਾਰ ਤੋਂ, ਕੋਈ ਜੇ ਸਦਨ ਚ ਇਹਨਾਂ ਖਿਲਾਫ ਬੋਲੋਗੇ ਡਿਸਕੁਆਲੀਫਾਈ ਕਰਨਗੇ, ਸੜਕ ਤੇ ਬੋਲੋਗੇ ਤਾਂ ਕੇਸ ਦਰਜ ਕਰਨਗੇ। ਮਮਤਾ ਬੈਨਰਜੀ ਦੇ ਨੈਫਿਓ ਅਭਿਸ਼ੇਕ ਬੈਨਰਜੀ, MK ਸਟਾਲਿਨ ਸਾਹਿਬ ਦੀ ਬੇਟੀ, ਸ਼ਰਦ ਪਵਾਰ ਸਾਹਿਬ, ਚਰਨਜੀਤ ਚੰਨੀ ਸਾਹਿਬ, ਅਰਵਿੰਦ ਕੇਜਰੀਵਾਲ ਸਾਹਿਬ, ਐਸੀ ਕੋਈ ਆਪੋਜੀਸ਼ਨ ਪਾਰਟੀ ਦੇਸ਼ ਨਹੀਂ ਹੈ ਜਿਹਦੇ ਖਿਲਾਫ ਭਾਰਤੀ ਜਨਤਾ ਪਾਰਟੀ ਨੇ ਏਜੰਸੀਜ਼ ਦਾ ਦੁਰਉਪਯੋਗ ਨਹੀਂ ਕੀਤਾ, IT, ED, CBI, SEBI ਦਾ। ਦੂਜੀ ਗੱਲ ਇਹ ਹੈ, ਮੇਰਾ ਸਵਾਲ ਬੜਾ ਕ੍ਰਿਸਪ ਹੈ, ਬੜਾ ਸਿੰਪਲ ਹੈ।
ਪਹਿਲਾਂ ਤਾਂ ਇਹਨਾਂ ਨੇ ਜਵਾਬ ਨਹੀਂ ਦਿੱਤਾ ਵੀ ਨੋਟਿਸ ਜਿਹੜਾ ਸੀਗਾ ਰੈੱਡ ਕਾਰਨਰ ਮੇਹੁਲ ਚੋਕਸੀ ਦੇ ਚਲੋ, ਖਿਲਾਫ ਆਪਾਂ ਹੁਣ ਕਾਈਂਡਲੀ ਆਪਾਂ 10 ਸੈਕਿੰਡ ਲਵਾਂਗਾ ਅਗਲੇ- 10 ਸੈਕਿੰਡ ਸੰਧੂ ਸਾਹਿਬ ਮੈਂ ਜਵਾਬ ਦੇਣਾ ਇੱਕ ਜੀ ਇਹਨਾਂ ਦੀ ਗੱਲ second। ਦਾ। ਸੋ ਨੋਟਿਸ ਕਿਉਂ ਵਿਡਰਾ ਹੋਇਆ ਦਾ ਜਵਾਬ ਕੋਈ ਨਹੀਂ ਆਇਆ। ਦੂਜਾ ਤੁਸੀਂ ਪੀਐਮ ਕੇਅਰਸ ਫੰਡ ਜਿੱਥੇ ਲੱਖਾਂ ਕਰੋੜਾਂ ਜਿਹੜਾ ਰੁਪਇਆ ਸੀਗਾ ਉਹ ਤੁਹਾਡੇ ਦਰਸ਼ਕਾਂ ਦਾ ਪੈਸਾ ਹੈ ਜੋ ਬੀਜੇਪੀ ਨੇ ਪੀਐਮ ਕੇਅਰਸ ਦੇ ਵਿੱਚ ਬੇਨਤੀ ਕਰਕੇ ਪਵਾਇਆ। ਉਹ ਤੋਂ ਬਾਅਦ ਦਰਸ਼ਕਾਂ ਨੂੰ ਲੋਕਾਂ ਨੂੰ ਕਹਿੰਦੇ ਵੀ ਤੁਹਾਨੂੰ ਕੋਈ ਜਾਣਕਾਰੀ ਨਹੀਂ ਦੇਵਾਂਗੇ ਜੀ ਪੈਸਾ ਕਿੱਥੇ ਖਰਚ ਹੋ ਰਿਹਾ। ਆਰਟੀਆਈ ਦੇ ਥੱਲੇ ਉਹਨੂੰ ਕਿਉਂ ਨਹੀਂ ਰੱਖਿਆ, ਐਫੀਡੇਵਿਟ ਕਿਉਂ ਦਿੱਤਾ ਕੋਰਟ ਦੇ ਵਿੱਚ, ਆਪਾਂ ਹੁਣ ਜਵਾਬ ਲੈ ਲਈਏ। ਅਥਾਰਟੀ ਦੇ ਵਿੱਚ ਨਹੀਂ ਆਊਗਾ। ਲਾਸਟ ਚੀਜ਼ ਮੇਰਾ ਇੰਨਾ ਹੀ ਕਹਿਣਾ ਹੈ ਕਿ ਇਹਨਾਂ ਨੇ ਜਿਹੜਾ ਹਜ਼ਾਰਾਂ ਕਰੋੜ ਲੋਨ ਡਿਫਾਲਟਰਸ ਦਾ ਵੇਵ ਆਫ ਕੀਤਾ ਵਿਜੇ ਮਾਲਾ ਚੌਕਸੀ ਮੋਦੀ ਦਾ ਨੀਰਵ ਮੋਦੀ ਦਾ, ਉਹ ਕਿਉਂ ਕੀਤਾ, ਉਹਦੇ ਵਿੱਚ ਕਾਰਨ ਕੀ ਹੈ? ਇਹ ਦੋ ਚੀਜ਼ਾਂ ਪੀਐਮ ਕੇਅਰ ਆਪਾਂ ਤੇ ਜਵਾਬ ਆਹ ਲਈਏ ਜਵਾਬ। ਲਓ ਜੀ, ਹੁਣ ਜੀ, ਦੇ ਦੇਣਾ ਚੇਤਨ ਜੀ। ਜੋਸ਼ੀ ਬਿਲਕੁਲ ਸੰਖੇਪ ਇਹਨਾਂ ਦੇ ਨੇ ਵਿੱਚ ਜਿਹੜੀ operation ਸੰਖੇਪ ਦੇ ਵਿੱਚ ਮੈਂ ਬਰਾਗੀ ਸੰਖੇਪ ਸਾਹਿਬ ਤੋਂ ਚ ਵੀ ਦੱਸਦਾ ਕਮੈਂਟ ਜੀ। ਲੈਣੇ ਆ ਕਿਉਂਕਿ ਕਾਫੀ ਦੇਰ ਦੇ ਬੜੇ ਸੰਜਮ ਨਾਲ ਵੇਟ ਕਰ ਰਹੇ। ਦੇਖੋ ਜੀ ਆਪਰੇਸ਼ਨ ਲੋਟਸ ਦਾ ਕੀ ਸਬੂਤ ਹੈ ਇਹਨਾਂ ਕੋਲ? ਪਹਿਲੀ ਗੱਲ ਤੇ ਇਹ ਹੈ, ਪੰਜਾਬ 'ਚ ਪਰਚਾ ਉਹ ਹੋਇਆ। ਗੱਲ ਤਾਂ ਸੁਣ ਲਓ ਯਾਰ, ਗੱਲ ਸੁਣ ਲਓ ਹੁਣ ਹੌਸਲਾ ਰੱਖ। ਹੌਸਲਾ ਤਾਂ ਹੈਗਾ ਛੋਟੇ ਵੀਰ। ਨਹੀਂ ਨਹੀਂ ਹਾਂ ਮੈਂ ਸਵਾਲ ਪੁੱਛ ਰਿਹਾ। ਵੱਡੇ ਵੀਰ ਮੈਂ ਨਹੀਂ ਤੁਹਾਡਾ ਰਾਈਟ ਆ ਵੀ ਤੁਹਾਡੇ ਸਵਾਲ ਦਾ ਸਵਾਗਤ ਆ। ਜੀ ਜੀ ਹਮੇਸ਼ਾ ਵੈਲਕਮ ਕਰਦੇ ਹਾਂ। ਆਪਣੀ ਗੱਲ ਮੁਕੰਮਲ ਕਰ। ਪੰਜਾਬੀ 'ਚ ਕਹਾਵਤ ਹੈ ਕਿ ਘਰ ਆਪਣਾ ਸੰਭਾਲੀਏ ਮੰਦਾ ਕਿਸੇ ਨੂੰ ਨਾ ਆਖੀਏ। ਜੇ ਤੁਹਾਨੂੰ ਲੱਗਦਾ ਤੁਹਾਡੇ ਕੋਲ ਵਿਕਣ ਵਾਲੇ ਐਮਐਲਏ ਹੈਗੇ ਆ ਤੇ ਤੁਸੀਂ ਉਹਨਾਂ ਨੂੰ ਸੰਭਾਲ ਕੇ ਰੱਖੋ। ਅਸੀਂ ਤਾਂ ਖਰੀਦਦੇ ਨਹੀਂ ਕਿਸੇ ਨੂੰ। ਤੁਸੀਂ ਸ਼ੱਕ ਕਰਦੇ ਨਾ ਉਹਨਾਂ ਤੇ, ਇਹਦਾ ਮਤਲਬ ਤੁਸੀਂ ਕਮਜ਼ੋਰ ਬੰਦੇ ਹੋ। ਜੇ ਤੁਸੀਂ ਹਰ ਗੱਲ ਦਾ ਬੀਜੇਪੀ ਦੇ ਉੱਤੇ ਗੱਲ ਪਾਉਣਾ ਜੀ ਤੁਸੀਂ ਮਿਸ਼ਨ ਲੋਟਸ ਕਰਦੇ ਫਲਾਣਾ। ਇੱਕ ਵਾਰੀ ਲੋਕ ਸਭਾ ਦੇ ਵਿੱਚ ਸੰਸਦ ਖਰੀਦਣ ਦਾ ਘੁਟਾਲਾ ਚੱਲਿਆ ਸੀ, ਸ਼ਾਇਦ ਤੁਸੀਂ ਬਹੁਤ ਛੋਟੇ ਹੋਵੋਗੇ ਉਸ ਟਾਈਮ ਖੜਾਲ ਸਾਹਿਬ। ਕਾਂਗਰਸ ਨੇ ਇਹ ਰਵਾਇਤ ਸ਼ੁਰੂ ਕੀਤੀ ਸੀਗੀ, ਉਹ ਸੋਚਦੇ ਪਏ ਨੇ ਕਿ ਬਾਕੀ ਵੀ ਸਾਰੇ ਇਸ ਰਵਾਇਤ ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਸੀ ਤੁਸੀਂ ਸੀਗੇ ਉਦੋਂ? ਓਹੋ ਨਹੀਂ ਆ ਪਿੱਛੇ ਜੀ ਹੋਈ ਆ ਨਰਸਿਮਹਾ ਰਾਓ ਦੀ ਸਰਕਾਰ ਵੇਲੇ। ਉਦੋਂ ਮੈਂ ਪੜ੍ਹਦਾ ਹੁੰਦਾ ਸੀ, ਕਾਲਜ 'ਚ ਹੁੰਦਾ ਸੀਗਾ। ਅੱਛੀ ਗੱਲ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਆਪਣੇ ਘਰ ਦੇ ਵਿੱਚ ਇਦਾਂ ਦੇ ਕੰਮ ਚੱਲਦੇ ਹੋਣ ਤੇ ਫਿਰ ਲੱਗਦਾ ਕਿ ਜਿਹੜਾ ਦੂਜਾ ਬੰਦਾ ਨਾ ਉਹ ਵੀ ਉਹ ਕੰਮ ਕਰਦਾ ਹੋਊਗਾ। ਚਲੋ ਪੰਜਾਬ 'ਚ ਪਰਚਾ ਤਾਂ ਹੋਇਆ ਨਾ। ਓਹੋ ਗੱਲ ਨਹੀਂ ਸਮਝਦੇ ਪਏ ਤੁਸੀਂ। ਜੂਹੀ ਜੋ ਮਰਜ਼ੀ ਕਹਿੰਦੇ ਜਾਓ, ਆਪਰੇਸ਼ਨ ਲੋਟਸ ਦੇ ਵਿੱਚ ਮੈਨੂੰ ਤੁਸੀਂ ਇਹ ਦੱਸੋ ਵੀ ਤੁਹਾਡੇ ਕੋਲ ਕੋਈ ਅੱਜ ਤੱਕ ਬੀਜੇਪੀ ਦਾ ਬੰਦਾ ਹੈ? ਇੰਨੀ ਗੱਲ ਕਹਿਣ ਵਾਸਤੇ ਕੜਿਆਲ ਸਾਹਿਬ ਤੁਸੀਂ ਆ ਪਾਰਟੀ ਛੱਡ ਕੇ ਸਾਡੇ ਵੱਲ ਆਜੋ, ਇਦਾਂ ਨਹੀਂ ਹੁੰਦਾ। ਕਿਹੜੀ ਗੱਲ? ਨਹੀਂ, ਬੀਜੇਪੀ ਦੇ ਐਮਐਲਏ ਕਰਨਾਟਕਾ ਦੇ ਵਿੱਚ 2 ਫਾਰਮਰ ਐਮਐਲਏਜ਼, ਇੱਕ ਸਿਟਿੰਗ ਐਮਐਲਏ, ਇੱਕ ਫਾਰਮਰ ਮੇਅਰ ਹਾਲ ਹੀ ਦੇ ਵਿੱਚ ਸ਼ਾਮਿਲ ਹੋਏ ਆ। ਦੇਖੋ ਕਈ ਬੰਦੇ ਪਾਰਟੀਆਂ 'ਚ ਆਉਣ ਜਾਣ ਲੱਗਾ ਰਹਿੰਦਾ, ਇਹ ਉਹਨਾਂ ਦਾ ਰਾਈਟ ਆ। ਸਵਾਲ ਕਰਨਾ ਤੁਹਾਡਾ ਰਾਈਟ ਆ, ਜਵਾਬ ਦੇਣਾ ਸਾਡਾ ਰਾਈਟ ਆ। ਅਸੀਂ ਆਪਣੇ ਚੀਜ਼ ਤੋਂ ਨਹੀਂ ਭੱਜਦੇ, ਤੁਸੀਂ ਆਪਣਾ ਫਰਜ਼ ਨਿਭਾਉਂਦੇ ਪਏ। ਤੁਹਾਡਾ ਠੀਕ ਹੈ ਨਾ? ਪੀਐਮ ਕੇਅਰਸ ਦੀ ਗੱਲ ਕਰਦੇ ਪਏ। ਜਿਹੜੀ ਉਸ ਟਾਈਮ ਸਰਕਾਰ ਨੂੰ ਨੀਤੀ ਪਸੰਦ ਹੋਏਗੀ ਜਾਂ ਉਸ ਨੀਤੀ ਦੇ ਅਧੀਨ ਉਹਨੇ ਕੰਮ ਕਰਨਾ, ਤੁਹਾਨੂੰ ਜਵਾਬ ਦੇ ਦਿੱਤਾ ਉਹਨਾਂ ਨੇ। ਤੁਸੀਂ ਜਦੋਂ ਸਰਕਾਰ ਜਾਓਗੇ ਸੱਤਾ ਜਾਓਗੇ, ਉਹ ਯਾਰ ਸਰਕਾਰ ਸਾਡੀ ਹੈ ਨਾ। ਸਰਕਾਰ ਕਿਹਨਾਂ ਦੀ ਹੈ? ਸਰਕਾਰ ਨੂੰ ਗੁਨਾਹ ਨਹੀਂ ਕਰ ਰਹੇ ਆਪਾਂ ਕੋਈ। ਨਹੀਂ ਉਹ ਗੁਨਾਹ ਹੀ ਹੈ। ਕਿਹੜਾ ਗੁਨਾਹ ਕੀਤਾ? ਲੋਕਾਂ ਦਾ ਪੈਸਾ ਲੈ ਕੇ ਲੋਕਾਂ ਦਾ ਪੈਸਾ ਲੋਕਾਂ ਨੇ ਲੱਗਣਾ। ਪ੍ਰਧਾਨ ਮੰਤਰੀ ਟੈਚੀ 'ਚ ਪਾ ਕੇ ਜਾ ਕੇ ਸਰਕਾਰ ਨੇ ਟੈਚੀ 'ਚ ਪਾ ਕੇ ਤੇ ਲੈ ਜਾ ਕੇ ਬੈਂਕ ਦੇ ਵਿੱਚ ਪੈਸਾ ਆਉਂਦਾ ਵਾ, ਬੈਂਕ ਦੇ ਥਰੂ ਹੀ ਜਾਂਦਾ ਵਾ, ਚੈੱਕਾਂ ਥਰੂ ਜਾਂਦਾ। ਇੱਕ ਇੱਕ ਚੀਜ਼ ਦੀ ਡਿਟੇਲ ਹੁੰਦੀ ਉੱਥੇ। ਚਲੋ ਇਹ ਦੱਸੋ, ਪੁੱਛੋ ਪੈਸਾ ਟੈਕਸ ਪੇਅਰ ਦਾ ਕਿ ਬੀਜੇਪੀ ਪਾਰਟੀ ਦਾ? ਬੀਜੇਪੀ ਪਾਰਟੀ ਦਾ ਨਹੀਂ ਹੁੰਦਾ ਕਦੀ ਵੀ। ਟੈਕਸ ਪੇਅਰ ਦਾ ਨਾ? ਟੈਕਸ ਦਾ ਪੈਸਾ ਫਿਰ ਉਹਨਾਂ ਨੂੰ ਦੱਸੋਗੇ ਨਹੀਂ? ਮੇਰੀ ਗੱਲ ਸੁਣੋ, ਇਹ ਹਰ ਇੱਕ ਇਨਸਾਨ ਦਾ ਉਹ ਪੈਸਾ ਵਾ ਤੇ ਉਹ ਪ੍ਰਧਾਨ ਮੰਤਰੀ, ਉਹ ਬੀਜੇਪੀ ਦਾ ਪ੍ਰਧਾਨ ਮੰਤਰੀ ਨਹੀਂ, ਬੀਜੇਪੀ ਵੱਲੋਂ ਜਿੱਤੀ ਗਈ ਪਾਰਟੀ ਦਾ ਪ੍ਰਧਾਨ ਮੰਤਰੀ। ਫਿਰ ਦੱਸ ਦਿਓ ਲੋਕਾਂ ਨੂੰ। ਠੀਕ ਹੈ ਨਾ? ਆਲਰੇਡੀ ਪ੍ਰਾਈਵੇਟ ਟੌਪਿਕ ਤੋਂ ਬੜੀ ਦੂਰ ਹੈ ਅਸੀਂ। ਜੀ ਬਿਲਕੁਲ ਇਹ ਦੂਰ ਹੈਗੇ ਨੇ, ਕਿਉਂਕਿ ਕਾਰਨ ਪਤਾ ਕੀ ਹੈ? ਸਾਨੂੰ ਜਿਸ ਚੀਜ਼ ਦਾ ਜਵਾਬ ਚਾਹੀਦਾ ਉਹ ਜਵਾਬ ਮਿਲਣਾ। ਮੈਂ ਕਹਿੰਦਾ ਪਿਆ ਤੁਹਾਨੂੰ ਜਵਾਬ, ਤੁਸੀਂ ਤੇ ਜਵਾਬ ਮੰਨਣਾ ਹੀ ਨਹੀਂ। ਓਕੇ ਚੇਤਨ ਜੋਸ਼ੀ, ਦੇਖੋ ਤੁਹਾਡੀ ਆਪਣੀ ਗੱਲ ਦੇ ਮਸਲੇ ਨੂੰ ਕੌਣ ਜਗਾਵੇ? ਮੈਂ ਤਾਂ ਕਹਿੰਦਾ ਕਈ ਪਾਰਟੀਆਂ ਤੇ ਜ਼ਿਮੀਂਦਾਰਾਂ ਕੋਲ 2-4 ਕਿੱਲੇ ਪੈਲੀ ਸੀ, ਅੱਜ ਕਰੋੜਾਂ ਰੁਪਏ ਦੀ ਪ੍ਰਾਪਰਟੀਆਂ ਬਣਾ ਗਏ ਨੇ। ਅਕਸਰ ਉਹਨਾਂ ਲੋਕਾਂ ਨੇ ਮਾੜੇ ਕਰਮ ਕੀਤੇ ਤਾਂ ਹੀ ਤੇ ਪ੍ਰਧਾਨ ਮੰਤਰੀ ਨੇ ਬੋਲਿਆ ਨਾ ਵੀ ਅਸੀਂ ਕੰਮ ਕਰਦੇ ਪਏ ਆ ਔਰ ਵਕਤ ਲੱਗਾ ਸਾਡਾ, ਵਕਤ ਲਾ ਕੇ ਕੱਢਾਂਗੇ ਸਾਰੇ ਬੰਦੇ ਬਾਹਰ ਜਿੰਨੇ ਆਪਣੀ ਗੱਲ ਕਹਿ ਲਈ। ਮੈਂ ਬਰਾਗੀ ਜੀ ਤੋਂ, ਬਰਾਗੀ ਜੀ ਇਸ ਮੁੱਦੇ ਤੇ ਤੁਸੀਂ ਕਿਵੇਂ ਦੇਖਦੇ ਹੋ? ਪੋਲੀਟੀਕਲ ਸਿਸਟਮ 'ਚ ਸਾਰੀਆਂ ਰਾਸ਼ਟਰੀ ਪਾਰਟੀਆਂ ਦਾ ਆਪਣਾ ਕਮਸਾਨ ਹੈ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ। ਕੀ ਲੱਗਦਾ ਕਿ ਇੱਕ ਧਿਰ ਬਿਲਕੁਲ ਜਿੱਦਾਂ ਚੇਤਨ ਜੋਸ਼ੀ ਉਹਨੇ ਕਹਿ ਰਿਹਾ ਕਿ ਭਾਜਪਾ ਜੇ ਇਹੋ ਜਿਹੀ ਕੋਈ ਗੱਲ ਕਰੇਗੀ ਤਾਂ ਹੀ ਸਾਹਮਣੇ ਆਏਗੀ, ਦੂਜੀਆਂ ਧਿਰਾਂ ਜਿਹੜੀਆਂ ਲੰਬਾ ਸਮਾਂ ਸੱਤਾ ਜਰੀਆਂ ਇਸੇ ਕਰਕੇ ਕੇਸ ਹੋ ਰਿਹਾ ਕਿਉਂਕਿ ਸਕੈਂਡਲ ਭ੍ਰਿਸ਼ਟਾਚਾਰ ਉਹਨਾਂ ਨਾਲ ਹੀ ਜੁੜੇ ਹੋਏ ਹੈ? ਦੇਖੋ ਭ੍ਰਿਸ਼ਟਾਚਾਰ ਤਾਂ ਹੈ ਜੀ, ਦੋਨੇ ਮੇਰੇ ਸਤਿਕਾਰਯੋਗ ਜਿਹੜੇ ਪੈਨਲਿਸਟ ਹੈਗੇ ਇਹ ਇਸ ਚੀਜ਼ ਨੂੰ ਐਡਮਿਟ ਵੀ ਕਰਦੇ ਹੈਗੇ, ਚਾਹੇ ਉਹ ਕਿਸੇ ਵੀ ਪਾਰਟੀ ਨੂੰ ਹੋਣ, ਕਿਉਂਕਿ ਪੋਲੀਟੀਕਲ ਲਾਈਫ ਜਿਹੜੀ ਹਿੰਦੁਸਤਾਨ ਦੀ ਹੈਗੀ ਉਹ 'ਚ ਭ੍ਰਿਸ਼ਟਾਚਾਰ ਹੈਗਾ। ਜੋਸ਼ੀ ਸਾਹਿਬ ਜਿਵੇਂ ਗੱਲ ਕਰ ਰਹੇ ਸੀਗੇ ਝਾਰਖੰਡ ਮੁਕਤੀ ਮੋਰਚੇ ਦੀ, ਉਦੋਂ ਵੀ ਜਦੋਂ ਨਰਸਿਮਹਾ ਰਾਓ ਸਾਹਿਬ ਨੇ ਉਹ ਖਰੀਦੇ ਸੀਗੇ 5-7 ਜਾਣੇ, ਉਦੋਂ ਬਾਅਦ ਨਿਊਕਲੀਅਰ ਡੀਲ ਦੇ ਵਿੱਚ ਵੀ ਜਦੋਂ ਮਨਮੋਹਨ ਸਿੰਘ ਜੀ ਸੀਗੇ PM, ਉਦੋਂ ਵੀ ਇਸ ਚੀਜ਼ ਦਾ ਇੱਕ ਆਵਾਜ਼ ਉੱਠੀ ਸੀਗੀ, ਹੈ ਨਾ ਜੀ। ਇਹ ਤਾਂ ਹੈ, ਇਹ ਤਾਂ ਐਡਮਿਟ ਕਰਨਾ ਹੀ ਪੈਣਾ ਤੇ ਸੋ ਕੋ ਪੈਨਲਿਸਟ ਐਡਮਿਟ ਕਰ ਵੀ ਰਹੇ ਆ। ਸਰ ਸਾਹਿਬ ਜਿਹੜੀ ਖੂਬਸੂਰਤੀ ਗੱਲ ਹੈਗੀ ਉਹ ਇਹ ਆ ਵੀ ਤੁਹਾਨੂੰ ਬੜੀ ਵਧਾਈ ਜਾਂਦੀ ਆ ਮੀਡੀਆ ਨੂੰ ਇਸ ਚੀਜ਼ ਨੂੰ ਲੈ ਕੇ, ਕਿਉਂਕਿ ਜਦੋਂ ਇਹੋ ਜਿਹੀਆਂ ਡਿਬੇਟਸ ਪਬਲਿਕ ਪਲੇਟਫਾਰਮ ਤੇ ਹੁੰਦੀਆਂ ਤਾਂ ਵੋਟਰ ਬੜੇ ਅਵੇਅਰ ਹੁੰਦੇ ਆ, ਜਿਵੇਂ ਕਿ ਫੋਰ ਐਗਜ਼ਾਮਪਲ ਐਤਕੀ ਪੰਜਾਬ ਦੇ ਵਿੱਚ ਵੀ ਹੋਇਆ ਵਾ।
ਇਹ ਪੰਜਾਬ ਦੇ ਵਿੱਚ ਵੀ ਜਿਹੜਾ ਇਹ ਚੀਜ਼ ਹੋਈ ਆ, ਇਹ ਮੀਡੀਆ ਦੀ ਬਦੌਲਤ ਇੱਕ ਭ੍ਰਿਸ਼ਟਾਚਾਰ ਦੇ ਵਰਖਲਾਫ ਜਿਹੜੀ ਇੱਕ ਮੂਵਮੈਂਟ ਇਨੀਸ਼ੀਏਟ ਹੋ ਚੁੱਕੀ ਆ ਹਿੰਦੁਸਤਾਨ ਦੇ ਵਿੱਚ, ਚਾਹੇ ਉਹ CBI ਰਾਹੀਂ ਹੋਵੇ, ਚਾਹੇ ਉਹ ਪਬਲਿਕ ਅਵੇਅਰਨੈਸ ਰਾਹੀਂ ਹੋਵੇ। ਤਾਂ ਪੰਜਾਬ ਵਿੱਚ ਵੀ ਬਣਦੀ ਇੱਕ ਪਾਰਟੀ ਦੀ ਗਵਰਨਮੈਂਟ ਰੁਕ ਗਈ ਜਦੋਂ ਕਿਤੇ ਨਾ ਕਿਤੇ ਹਾਈ ਕਮਾਂਡ ਨੇ, ਮੈਂ ਕਹੂੰਗਾ, ਇੰਡੋਰਸ ਕਰਤਾ ਸੀਗਾ ਜਾਂ ਉਹੀ ਚਿਹਰੇ ਮੂਰੇ ਦਿੱਤੇ ਸੀ। ਹਾਂ, ਫਰਜ਼ ਇੱਥੇ ਇਹ ਬਣਦਾ ਵਾ ਵੀ ਪੋਲੀਟੀਕਲ ਪਾਰਟੀਆਂ ਨੂੰ ਆਪ ਹੀ ਇਸ ਚੀਜ਼ ਨੂੰ ਸਮਝਣਾ ਚਾਹੀਦਾ ਵਾ ਵੀ ਜਿਹੜੇ ਲੀਡਰਸ ਸਾਡੇ ਭ੍ਰਿਸ਼ਟਾਚਾਰ ਗ੍ਰਸਤ ਹੈਗੇ ਆ, ਕਿਉਂਕਿ ਇੱਕ ਸਮਾਂ ਇਹ ਸੀ, ਤੁਸੀਂ ਤਾਂ ਉਹ ਸਮਾਂ ਵੀ ਦੇਖਿਆ ਜਦੋਂ ਪੋਲੀਟੀਕਲ ਜੇਬ ਹੋਰ ਹੁੰਦੀ ਸੀਗੀ ਤੇ ਇੱਕ ਪਰਿਵਾਰਿਕ ਜੇਬ ਹੋਰ ਹੁੰਦੀ ਸੀਗੀ, ਤੇ ਅੱਜ ਜੇਬਾਂ ਹੀ ਇੱਕ ਹੋ ਗਈਆਂ ਵਾ। ਵੀ ਇਹ ਪੋਲੀਟੀਕਲ ਪਾਰਟੀਆਂ ਨੂੰ ਚਾਹੀਦੀਆਂ ਵੀ ਚੰਗੇ ਕਿਰਦਾਰ ਵਾਲੇ ਲੀਡਰ ਲੈ ਕੇ ਆਉਣ, ਕਰਪਟ ਨਾ ਲੈ ਕੇ ਆਉਣ। ਬਾਕੀ ਮੈਂ ਕਿਸੇ ਹੱਦ ਤੱਕ ਜੋਸ਼ੀ ਸਾਹਿਬ ਦੀ ਗੱਲ ਨਾਲ ਵੀ ਸਹਿਮਤ ਹਾਂ ਵੀ ਇਹਨਾਂ ਨੇ ਧਰਮਸੋਤ ਵਰਗੇ ਲੀਡਰਸ ਨਹੀਂ ਲਏ, ਹਾਲਾਂਕਿ ਉਹ ਵੀ ਕਈਆਂ ਨੇ ਅਪਰੋਚ ਕੀਤੀ ਸੀ ਡਰਦੇ ਮਾਰੇ, ਚਾਹੇ CBI ਤੋਂ ਡਰਦੇ ਹੀ ਮਾਰੇ ਆ, ਪਰ ਕਿਤੇ ਨਾ ਕਿਤੇ ਜੇ ਕਿਤੇ ਧੂਆਂ ਹੈ, ਅੱਗ ਹੈ ਤਾਂ ਧੂਆਂ ਹੈ, ਤੇ ਕਰਪਸ਼ਨ ਹੈ, ਇਹਨੂੰ ਜੇ ਰਿਮੂਵ ਕਰ ਸਕਦੀ ਹੈ, ਕਿਉਂਕਿ ਪੋਲੀਟੀਕਲ ਪਾਰਟੀ ਜਿਹੜੀ ਪਾਵਰ ਚ ਆਊ ਕਿਤੇ ਨਾ ਕਿਤੇ ਏਜੰਸੀਆਂ ਦਾ ਪੋਲੀਟੀਕਲ ਮੋਟਿਵ ਲਈ, ਫਾਇਦੇ ਲਈ ਮਿਸਯੂਜ਼ ਕਰੂਗੀ। ਇਹ ਪਬਲਿਕ ਅਵੇਅਰਨੈਸ ਹੋਵੇ ਤਾਂ ਕਾਫੀ ਇਸ ਵਿੱਚ ਸੁਧਾਰ ਆ ਸਕਦਾ। ਮਿਹਰਬਾਨੀ। ਚੇਤਨ ਜੀ, ਇੱਕ ਸਵਾਲ ਜਿਹੜਾ ਸੰਖੇਪ ਚ ਮੈਂ ਬਾਕੀ ਮਹਿਮਾਨਾਂ ਤੋਂ ਵੀ ਲਵਾਂਗਾ, ਇਸ ਕਰਕੇ ਕਹਿ ਰਿਹਾ ਕਿਉਂਕਿ ਸਮਾਂ ਬਹੁਤਾ ਇਜਾਜ਼ਤ ਨਹੀਂ ਦੇਗਾ ਆਪਾਂ ਨੂੰ, ਕਿ ਜੋ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ CBI ਨੂੰ ਲੈ ਕੇ, ਇਹ ਵਾਕਈ ਜਿਹੜੀਆਂ 24 ਦੀਆਂ ਜਿਹੜੀਆਂ ਆ ਰਹੀਆਂ ਪਾਰਲੀਮੈਂਟ ਦੀਆਂ ਚੋਣਾਂ, ਉਹਨਾਂ ਦੇ ਮੱਦੇਨਜ਼ਰ ਹੈ, ਚੇਤਾਵਨੀ ਹੈ ਜਾਂ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਹੈ? ਕਿਉਂਕਿ ਸਾਰੀਆਂ ਧਿਰਾਂ ਵੱਲੋਂ ਇਹੀ ਕਿਹਾ ਗਿਆ ਕਿ 24 ਦੀਆਂ ਚੋਣਾਂ ਦੇ ਮੱਦੇਨਜ਼ਰ ਇਹ ਦਿੱਤਾ ਗਿਆ ਬਿਆਨ। ਕਈ ਜਾਣ ਦੋ ਜੀ, ਇਹਨਾਂ ਦਾ ਰਾਈਟ ਆ, ਇਹਨਾਂ ਦਾ ਰਾਈਟ, ਅਸੀਂ ਇਹਨਾਂ ਦੀ ਜ਼ੁਬਾਨ ਥੋੜੀ ਖੋ ਸਕਦੇ ਹਾਂ। ਪਰ ਤੁਸੀਂ ਨਹੀਂ ਮੰਨਦੇ ਇਸ ਗੱਲ? ਇਹ ਦੇਖੋ, ਹੁਣ ਮੇਰੀ ਗੱਲ ਸੁਣੋ, ਹੁਣ ਜੇ ਗੱਲਾਂ ਕਰਦੇ ਪਏ ਪ੍ਰਧਾਨ ਮੰਤਰੀ ਜਿਹੜੀ ਗੱਲਾਂ ਕਹੀਆਂ 27 ਲੱਖ ਕਰੋੜ ਜਿਹੜਾ ਵਾ ਗਰੀਬਾਂ ਨੂੰ ਟ੍ਰਾਂਸਫਰ ਕੀਤਾ ਗਿਆ, ਉਹਨਾਂ ਨੇ ਗੱਲ ਬੋਲੀ ਉਹ ਡੈਡੇ ਤੇ ਗਲਤ ਨਹੀਂ ਹੋ ਸਕਦੇ। ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ 20,000 ਕਰੋੜ ਦੀ ਕੁਰਕੀ ਕਰਕੇ ਉਹ ਸਰਕਾਰੀ ਖਜ਼ਾਨੇ 'ਚ ਪੈਸੇ ਪੈ ਚੁੱਕੇ ਨੇ, ਕੋਈ ਗਲਤ ਨਹੀਂ ਕੀਤੀ, ਸ਼ੁਰੂਆਤ ਆ, ਚੱਲੀ ਜਾਣ ਡੇ ਆ। ਬਾਕੀ ਇਹਨਾਂ ਦੇ ਮੈਂ ਜਿਹੜੇ ਹੈਗੇ ਨੇ ਕਹਿੰਦੇ ਕਿ ਮੁਖਾਲਫਤ ਸੇ ਮੇਰੀ ਸ਼ਖਸੀਅਤ और संवरती है, दुश्मनों का बहुत एहतराम करता हूं। ਸਵਾਗਤ ਹੈ ਇਹਨਾਂ ਦੇ ਇੱਕ ਸਵਾਲ ਦਾ। ਔਰ ਇਹ ਸਾਰੀਆਂ ਗੱਲਾਂ ਮੈਂ ਆਪਣੀਆਂ ਗੱਲਾਂ ਨੇ ਰਿਟਨ ਰੂਪ ਦੇ ਵਿੱਚ ਕਿਸੇ ਨਾ ਕਿਸੇ ਥਰੂ ਉੱਪਰ ਪਹੁੰਚਾਵਾਂਗੇ ਵੀ ਸਵਾਲ ਇਹ ਹੈਗੇ ਨੇ, ਇਹਨਾਂ ਦੇ ਜਵਾਬ ਹੀ ਦਿੱਤੇ ਜਾਣ। ਇਹਨਾਂ ਦਾ ਜਵਾਬ ਹੈ ਨਹੀਂ ਹੈ, ਲੇਕਿਨ ਅਸੀਂ ਜ਼ਰੂਰ ਜਵਾਬ ਮੰਗਾਵਾਂਗੇ ਇਹਨਾਂ ਦੇ ਸਵਾਲਾਂ ਦਾ। ਥੈਂਕ ਯੂ ਵੈਰੀ ਮਚ। ਪੁਲਿਸ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਜਦੋਂ 24 ਦੀ ਇਲੈਕਸ਼ਨ ਦੀ ਗੱਲ ਕਰਦੇ ਆ, ਇੱਕ ਇਲੈਕਸ਼ਨ ਵਿੱਚ ਵਿਚਾਰ ਜੇ ਵੀ ਆਪਣੇ ਪੰਜਾਬ 'ਚ ਆ ਰਹੀ ਹੈ, ਜਲੰਧਰ ਦੀ ਇਲੈਕਸ਼ਨ, CBI ਦੀ ਗੱਲ, ਭ੍ਰਿਸ਼ਟਾਚਾਰ ਦੀ ਗੱਲ, ਕੀ ਲੱਗਦਾ ਜਲੰਧਰ ਦੀ ਇਲੈਕਸ਼ਨ 'ਚ ਵੀ ਮੁੱਦਾ ਬਣ ਸਕਦਾ ਹੈ ਭ੍ਰਿਸ਼ਟਾਚਾਰ ਮੁਕਤ ਭਾਰਤ ਦਾ? ਮੈਂ ਜੋਸ਼ੀ ਸਾਹਿਬ ਦੀ ਗੱਲ ਦਾ ਜਿਹੜਾ ਬਾਰ-ਬਾਰ ਇਸ਼ਾਰਾ ਕਰਦੇ ਆ, ਮੈਂ ਵੀ ਛੋਟੀ ਜੀ ਗੱਲ ਕਹਿ ਦਿੰਦਾ, ਕਹਿ ਦਿਓ ਕਿ ਕਿਸੇ ਦੀ ਪਿੱਠ ਤੇ ਬੋੜ ਉੱਗ ਗਿਆ ਤੇ ਉਹ ਕਹਿੰਦਾ ਕੋਈ ਨਹੀਂ ਸ਼ਾਮੇ ਬੈਠਾ ਕਰਾਂਗੇ, ਉਹ ਹਾਲ ਹੈ ਅੱਜ ਇਹਨਾਂ ਦਾ। ਠੀਕ ਹੈ, ਇਹਨਾਂ ਦੇ ਮੈਨੂੰ ਇਹ ਗੱਲ ਆਉਂਦੀ ਆ ਵੀ ਉਹਨਾਂ ਦੀ ਡੋਲਕੀ ਤਾਰ ਤੇ ਅਸੀਂ ਡੋਲ ਖਾਣੇ ਆ, ਇਹ ਕਦੀ ਕਹਿੰਦਾ ਹੁੰਦਾ। ਜੋ ਮਰਜ਼ੀ ਕਹੀ ਜਾਓ। ਇੱਕ ਮਿੰਟ, ਜਦੋਂ ਤੱਕ ਜਲੰਧਰ ਦੀ ਇਲੈਕਸ਼ਨ ਦੀ ਗੱਲ ਕਰਦੇ ਤੁਸੀਂ, ਇਹਨਾਂ ਦੇ ਜਿਹੜੇ ਪ੍ਰਭਾਰੀ ਆਏ ਸੀਗੇ ਉਹ ਤਾਂ ਪਹਿਲਾਂ ਹੀ ਹਾਰ ਮੰਨ ਗਏ। ਉਹ ਕਹਿੰਦੇ ਸਾਡੀ ਇੱਥੇ ਪਰਸੈਂਟੇਜ ਜਿਹੜੀ ਆ ਵਧੇਗੀ, ਉਹਨੇ ਜਿੱਤਣ ਦੀ ਤਾਂ ਗੱਲ ਹੀ ਨਹੀਂ ਕੀਤੀ, ਉਹਨੇ ਪਰਸੈਂਟੇਜ ਵਧਣ ਦੀ ਗੱਲ ਕੀਤੀ ਵੀ ਸਾਡੀ ਪਰਸੈਂਟੇਜ ਵਧੇਗੀ ਇੱਥੇ। ਇਹਦੇ ਪਹਿਲਾਂ ਹੀ ਹਾਰ ਮੰਨੀ ਬੈਠੇ ਆ। ਇਸ ਕਰਕੇ ਦੇਖੋ ਸਿੱਧੂ ਸਾਹਿਬ, ਜਿਹੜੀ ਗੱਲ ਤੇ ਆ ਡਿਬੇਟ ਸੱਦੀ ਗਈ ਸੀਗੀ, ਜਿਹੜੀ ਗੱਲ ਤੇ ਬੁਲਾਈ ਗਈ ਸੀਗੀ, ਉਹਦੇ 'ਚ ਇੱਕ ਵੀ ਸਵਾਲ ਦਾ ਜਵਾਬ ਜਿਹੜਾ ਜੋਸ਼ੀ ਸਾਹਿਬ ਵੱਲੋਂ ਸਾਨੂੰ ਨਹੀਂ ਮਿਲਿਆ। ਔਰ ਹਾਲਾਤ ਇਹ ਨੇ, ਮੈਂ ਪੰਜਾਬ ਦੀ ਗੱਲ ਪਹਿਲਾਂ ਹੀ ਕੀਤੀ ਹੈ, ਪੰਜਾਬ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਇਹ ਚਿਮਣੀ ਚੋਰ ਕਹਿੰਦੇ ਸੀਗੇ, ਇਹ ਦਵਾਈ ਚੋਰ ਕਹਿੰਦੇ ਸੀਗੇ, ਜਿਨ੍ਹਾਂ ਨੂੰ ਇਹ ਈਡੀ ਦੀਆਂ ਰੇਡਾਂ ਪਵਾਉਂਦੇ ਸੀਗੇ, ਅੱਜ ਉਹ ਸਾਰੇ ਇਹਨਾਂ ਦੇ ਭਾਈਵਾਲ ਬਣੇ ਸਟੇਜਾਂ ਦੇ ਉੱਤੇ ਸੱਜ ਕੇ ਉਹ ਬਹਿੰਦੇ ਆ ਮੂਰਤੀਆਂ ਵਾਂਗੂ। ਇਹ ਤਾਂ ਥੱਲੇ ਬਹਿੰਦੇ ਸਾਰੇ, ਇਹਨਾਂ ਦੇ ਸਾਬਕਾ ਮੰਤਰੀ ਸਾਰੇ ਥੱਲੇ ਬਹਿੰਦੇ ਆ ਦਰੀਆਂ ਦੇ ਉੱਤੇ, ਤੇ ਉਹ ਸਟੇਜ ਤੇ ਜੱਜੇ ਹੁੰਦੇ ਆ। ਉਹਨਾਂ ਨੂੰ ਹਾਰ ਪਾਏ ਜਾਂਦੇ ਆ, ਉਹਨਾਂ ਨੂੰ ਸਰੋਪੇ ਦਿੱਤੇ ਜਾਂਦੇ ਆ, ਉਹਨਾਂ ਨੂੰ ਵੈਲਕਮ ਕੀਤਾ ਜਾਂਦਾ ਹੈ। ਮਤਲਬ ਇਹ ਸਮਝ ਤੋਂ ਦੂਰ ਹੈ ਸਾਡੀ ਗੱਲ ਵੀ ਜਦੋਂ ਤੁਸੀਂ CBI ਦੀ ਗੱਲ ਕਰਦੇ ਹੋ, ਕਰਪਸ਼ਨ ਦੀ ਗੱਲ ਕਰਦੇ ਹੋ, ਤੇ ਆਪਣੇ ਘਰ ਤੋਂ ਕਿਉਂ ਨਹੀਂ ਝਾੜੂ ਲਾਉਣਾ ਸ਼ੁਰੂ ਕਰਦੇ? ਜਿਨ੍ਹਾਂ ਨੂੰ ਤੁਸੀਂ ਜੱਫੀਆਂ ਪਾਈਆਂ ਨੇ ਉਹਨਾਂ ਦੇ ਖਾਤੇ ਕਿਉਂ ਨਹੀਂ ਖੰਗਾਲਣੇ ਸ਼ੁਰੂ ਕਰਦੇ? ਉਹਨਾਂ ਦੇ ਖਾਤੇ ਕੋ ਬੰਦ ਕਰਤੇ ਆ। ਜਾਂ ਤੇ ਤੁਸੀਂ ਪਹਿਲਾਂ ਡਰਾਮਾ ਕਰ ਰਹੇ ਸੀਗੇ, ਝੂਠ ਬੋਲ ਰਹੇ ਸੀਗੇ ਉਹਨਾਂ ਦੇ ਖਿਲਾਫ, ਤੇ ਜਾਂ ਫਿਰ ਤੁਸੀਂ ਅੱਜ ਗੱਲ ਦੇ ਵਿੱਚ ਤੁਹਾਡੇ ਕੋੜ ਕਿਰਲੀ ਵਾਲਾ ਕੰਮ ਹੋ ਗਿਆ, ਜੇ ਬਾਹਰ ਕੱਢੋਗੇ ਤਾਂ ਵੀ ਮੌਤ ਹੈ, ਤੇ ਜੇ ਅੰਦਰ ਨਿਕਲੋਗੇ ਤੇ ਕੋੜ ਹੈ। ਇਸ ਕਰਕੇ ਤੁਸੀਂ ਚੁੱਪ ਹੋਣ, ਉਹਨਾਂ ਦੇ ਖਿਲਾਫ ਬੋਲੋ ਨਾ। ਆ ਇੱਕ ਥੋੜੇ ਦਿਨ ਪਹਿਲਾਂ ਹੀ ਤੁਹਾਡੇ ਨਾਲ ਰਲਿਆ ਜਿਹੜਾ ਚਿਮਨੀ ਚੋਰ ਕਹਿੰਦੇ ਸੀ ਤੁਸੀਂ, ਜਿਹਦੇ ਅਗੇਨ ਜਾ ਕੇ ਝੱਗਾ ਲਾ ਕੇ ਇਹਨਾਂ ਦੇ ਜਿਹੜਾ ਪ੍ਰਧਾਨ ਸੀਗਾ ਉਹਨੇ ਧਰਨਾ ਦਿੱਤਾ ਸੀਗਾ, ਤੇ ਅੱਜ ਉਹਨੂੰ ਜੱਫੀਆਂ ਪਾਉਂਦੇ ਫਿਰਦੇ ਆ। ਉਹਨੂੰ ਤਾਂ ਪਤਾ ਵੀ ਨਹੀਂ ਲੱਗਿਆ ਕਦੋਂ ਜੁਆਇਨ ਕਰਕੇ ਆ ਗਿਆ। ਇਸ ਕਰਕੇ ਦੋਗਲੀ ਦੀ ਧੀ ਨਾ ਚੱਲੇ ਜੀ। ਜੇ ਚਲਾਉਣੀ ਹੈ, ਜੇ ਇਮਾਨਦਾਰੀ ਹੈਗੀ ਹੈ, ਪ੍ਰਧਾਨ ਮੰਤਰੀ ਇਮਾਨਦਾਰ ਨੇ, ਸਾਰੇ ਇਮਾਨਦਾਰ ਨੇ, ਤੇ ਫਿਰ ਹੁੰਜਾ ਜਿਹੜਾ ਆਪਣੇ ਉੱਥੋਂ ਲਾਉਣਾ ਸ਼ੁਰੂ ਕਰਨ ਘਰ ਚੋਂ। ਮਿਹਰਬਾਨੀ। ਖੜਿਆਲ ਸਾਹਿਬ, ਕਿਵੇਂ ਦੇਖਦੇ ਹੋ ਇਸ ਮੁੱਦੇ ਤੇ? ਜਦੋਂ 24 ਦੀ ਇਲੈਕਸ਼ਨ ਦੀ ਗੱਲ ਕਰਦੇ ਆ, ਕੀ ਦਾ ਕੋਈ ਇੰਪੈਕਟ ਪਏਗਾ ਜੋ ਪ੍ਰਧਾਨ ਮੰਤਰੀ ਨੇ ਅੱਜ ਕਿਹਾ? ਸਿੱਧੂ ਸਾਹਿਬ, ਇਹਨਾਂ ਨੂੰ ਲੋਕ ਜਵਾਬ ਦੇਣਗੇ 2024 ਦੇ ਇਲੈਕਸ਼ਨਾਂ 'ਚ। ਜੋ ਭਾਰਤੀ ਜਨਤਾ ਪਾਰਟੀ ਨੇ ਮਿਸਮੈਨੇਜਮੈਂਟ ਕੀਤੀ, ਇਹਨਾਂ ਦਾ ਮਿਸ ਰੂਲ ਵਿਲ ਕਮ ਟੂ ਐਨ ਐਂਡ ਇਨ 2024। ਪਹਿਲਾਂ ਤਾਂ ਕਰਪਸ਼ਨ ਦਾ ਮੁੱਦਾ, ਮੈਂ ਕਰਪਸ਼ਨ ਤੇ ਹੀ ਰਹੂੰਗਾ। ਮੈਨੂੰ ਜੋਸ਼ੀ ਸਾਹਿਬ 3 ਚੀਜ਼ਾਂ ਦੱਸਿਓ।
ਪਹਿਲਾ ਸਵਾਲ ਤਾਂ ਇਹ ਹੈ ਕਿ ਜੇ ਕਹਿੰਦੇ ਹੋ ਜ਼ੀਰੋ ਟੋਲਰੈਂਸ ਹੈ, ਮਤਲਬ ਕਿ ਅਸੀਂ ਕਰਪਸ਼ਨ ਨੂੰ ਜਰਨਾ ਹੀ ਨਹੀਂ। ਅਸੀਂ ਜੇ ਸਾਡੇ ਮੂਹਰੇ ਕਰਪਸ਼ਨ ਹੋਊਗੀ ਤੇ ਅਸੀਂ ਆਪਦੇ ਲੀਡਰ ਨੂੰ ਵੀ ਕੱਢ ਦਾਂਗੇ। that is what zero tolerance means। ਸੋ ਜੇ ਇਹ ਸੱਚ ਹੈ, ਤੁਸੀਂ ਕਹਿ ਰਹੇ ਹੋ ਮੋਦੀ ਸਾਹਿਬ ਜੋ ਕਹਿੰਦੇ ਆ ਸੱਚ ਹੁੰਦਾ ਹੈ, ਫਿਰ ਸੁਵੇਂਦੂ ਅਧਿਕਾਰੀ ਜਿਹਦੇ ਖਿਲਾਫ ਕੇਸ ਚੱਲਦਾ ਸੀ ਦੂਜੀ ਪਾਰਟੀ 'ਚ, ਤੁਹਾਡੀ ਪਾਰਟੀ 'ਚ ਕਿਵੇਂ ਆ ਗਏ? ਤੁਸੀਂ ਕਿਉਂ ਲਿਆ? ਕਿਉਂਕਿ ਕੇਸ ਤਾਂ ਉਹਨਾਂ ਦੇ ਚੱਲ ਰਿਹਾ ਹੈ, FIR ਵੀ ਹੋਈ ਹੈ। ਮੁਕੁਲ ਰॉय, ਨਾਰਾਇਣ ਰਾਣੇ, ਬਿਸਵਾ ਸ਼ਰਮਾ, ਹੋਰ ਬਹੁਤ ਸਾਰੇ ਲੀਡਰਸ ਹੈ, ਕੈਪਟਨ ਅਮਰਿੰਦਰ ਸਿੰਘ ਸਾਹਿਬ, ਉਹਨਾਂ ਦੇ ਬੇਟੇ। ਸੋ ਉਹ ਪਾਰਟੀ ਦੇ ਵਿੱਚ ਥੋੜੀ ਚਾਹ ਕਿਵੇਂ ਸਕਦੇ ਜੇ ਵਾਕਈ ਜ਼ੀਰੋ ਟੋਲਰੈਂਸ ਹੈ? ਇੱਥੋਂ ਪਤਾ ਲੱਗਦਾ ਜ਼ੀਰੋ ਟੋਲਰੈਂਸ। ਮੈਂ ਦੋ ਪੁਆਇੰਟ ਹੈ ਬਰੀਫ ਰੱਖੂੰਗਾ। ਸੋ ਪਹਿਲਾ ਤਾਂ ਜ਼ੀਰੋ ਟੋਲਰੈਂਸ ਹੈ ਨਹੀਂ, ਇੱਥੋਂ ਪ੍ਰੂਵ ਹੋ ਜਾਂਦਾ ਹੈ। ਦੂਜਾ, ਇਹਨਾਂ ਨੇ ਡੀਮੋਨੇਟਾਈਜੇਸ਼ਨ ਕੀਤੀ ਸਿੱਧੂ ਸਾਹਿਬ। ਇਹਨਾਂ ਨੇ ਕਿਹਾ ਸਵਿਸ ਬੈਂਕ ਤੋਂ ਵੀ ਪੈਸਾ ਜੀ, ਇੱਥੇ ਹਵਾਲਾ ਮਨੀ ਹੋ ਰਹੀ ਹੈ ਜੀ, ਇੱਥੇ ਕਾਊਂਟਰਫੀਟ ਕਰੰਸੀ ਚੱਲ ਰਹੀ ਹੈ ਜੀ, ਬਲੈਕ ਮਨੀ ਹੈ ਜੀ। ਉਹ 99.3% ਡੀਮੋਨੇਟਾਈਜ਼ ਕਰੰਸੀ ਨੋਟਸ ਵਾਪਸ ਆ ਗਏ ਬੈਂਕ ਦੇ ਵਿੱਚ। ਸਾਰੀ ਐਕਸਰਸਾਈਜ਼ ਹੀ ਫਿਊਟਾਈਲ ਹੋ ਗਈ। ਤੇ ਲਾਸਟ ਚੀਜ਼, ਇਹਨਾਂ ਦਾ ਵਾਅਦਾ ਸਰ 15 ਲੱਖ ਰੁਪਏ ਦਵਾਂਗੇ ਤੁਹਾਨੂੰ, ਕੱਲੇ ਬੰਦੇ ਨੂੰ 15 ਲੱਖ ਦਵਾਂਗੇ। ਜਿਹੜਾ ਸਵਿਸ ਬੈਂਕ ਦਾ ਪੈਸਾ ਪਿਆ ਉਹ 15 ਰੁਪਏ ਤਾਂ ਤੁਹਾਡੇ ਤੋਂ ਦਿੱਤੇ ਨਹੀਂ ਗਏ। ਡੀਮੋਨੇਟਾਈਜੇਸ਼ਨ ਕਰਕੇ ਪੈਸੇ ਵੀ ਕੱਢ ਲਏ ਲੋਕਾਂ ਦੇ ਬੈਂਕਾਂ ਚੋਂ। ਇਹ ਕੀਤਾ ਬੀਜੇਪੀ ਨੇ। ਸੋ ਇਹਦਾ ਜਵਾਬ 2024 ਲੋਕ ਗੱਲ ਆ ਗਈ। ਪੁਲਿਸ ਸਾਹਿਬ ਇੱਕ ਲਾਈਨ ਦਾ, ਕਿਉਂਕਿ ਆਪਣੇ ਕੋਲ ਸਮਾਂ ਬਿਲਕੁਲ ਹੀ ਇਜਾਜ਼ਤ ਨਹੀਂ ਹੈ। ਦੇਖੋ, ਮੈਂ ਇਹੀ ਕਹੂੰਗਾ ਸਿੱਧੂ ਸਾਹਿਬ ਕਿ ਇਮਾਨਦਾਰੀ ਜਿਹੜੀ ਆਪਣੇ ਘਰ ਤੋਂ ਸ਼ੁਰੂ ਹੁੰਦੀ ਹੈ, ਇਹ ਦੂਸਰਿਆਂ ਨੂੰ ਡਰਾਵਾ ਦੇਣ ਵਾਸਤੇ ਨਹੀਂ ਸ਼ੁਰੂ ਹੁੰਦੀ। ਜਿਹੜੀ CBI ਦੇ ਜਾਂ ਈਡੀ ਦੇ ਜਾਂ ਹੋਰ ਡਰਾਵੇ ਦਿੰਦੇ ਆ, ਅੱਛਾ ਹੋਊਗਾ ਆਪਣੇ ਘਰ ਤੋਂ ਸ਼ੁਰੂ ਕਰਨ, ਇਹ ਡਰਾਵੇ ਦੇਣੇ ਬੰਦ ਕਰਨ। ਡਰਾਵੇ ਦੇ ਕੇ ਜਿਹੜੇ ਥੋੜੇ ਬਹੁਤ ਚੋਰ ਮੋਰੀਆਂ ਦੇ ਵਿੱਚ ਵੜੇ ਹੋਏ ਲੋਕ ਨੇ ਉਹਨਾਂ ਨੂੰ ਆਪਣੇ ਨਾਲ ਰਲਾਉਣਾ ਬੰਦ ਕਰਨ। ਬਹੁਤ ਮਿਹਰਬਾਨੀ ਚੇਤਨ ਜੀ। ਲਾਸਟ ਕਮੈਂਟ 2 ਲਾਈਨਾਂ ਦਾ, ਬਸ ਸਮਾਂ ਹੀ ਆਪਣੇ ਕੋਲ ਇੰਨਾ ਮੁਸ਼ਕਲ ਨਾ। ਮੈਂ ਜ਼ਿਆਦਾ ਨਹੀਂ ਕਹੂੰਗਾ ਇਸ ਲਾਈਨ ਦੇ ਉੱਤੇ। ਮੈਂ ਬਸ ਇੰਨਾ ਹੀ ਕਹਾਂਗਾ ਕਿ ਇਹ ਆਪਣੀਆਂ ਪਾਰਟੀਆਂ ਦੇ ਉਹਨਾਂ ਲੀਡਰਾਂ ਵੱਲ ਝਾਤੀ ਮਾਰਨ ਤੇ ਉਹਨਾਂ ਦੇ 40 ਸਾਲ ਜਾਂ 30 ਸਾਲ ਪੁਰਾਣੇ ਰਾਜਨੀਤਿਕ ਕਰੀਅਰ ਤੇ ਪਰਿਵਾਰਕ ਫਾਈਨੈਂਸ਼ੀਅਲ ਕਰੀਅਰ ਪਹਿਲਾਂ ਆ ਗਿਆ ਅੱਜ ਝਾਤੀ ਮਾਰਨ। ਫਿਰ ਇਹਨਾਂ ਸਵਾਲ ਦਾ ਜਵਾਬ ਵੀ ਮਿਲ ਜਾਏਗਾ, ਇਹਨਾਂ ਸਵਾਲ ਦਾ ਜਵਾਬ ਵੀ ਮਿਲ ਜਾਏਗਾ। ਬਹੁਤ ਮਿਹਰਬਾਨੀ। ਠੀਕ ਹੈ ਜੀ, ਅਸੀਂ ਬਹੁਤਾ ਨਹੀਂ ਕਵਾਂਗੇ ਔਰ ਅਸੀਂ ਹਮੇਸ਼ਾ ਕਰਪਸ਼ਨ ਨੂੰ ਦੂਰ ਕਰਾਂਗੇ, ਇਹਦੇ ਵਾਸਤੇ ਵਚਨਬੱਧ। ਓਕੇ, ਬਹੁਤ ਮਿਹਰਬਾਨੀ ਸਾਰੇ ਮਹਿਮਾਨਾਂ ਦਾ, ਬਹੁਤ ਧੰਨਵਾਦ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ CBI ਦੇ ਸਮਾਗਮ ਜਿਹੜਾ ਸੱਦਾ ਦਿੱਤਾ ਕਿ ਭ੍ਰਿਸ਼ਟਾਚਾਰ ਮੁਕਤ ਭਾਰਤ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ CBI ਤੇ ED ਵਿਰੋਧੀ ਧਿਰਾਂ ਨੂੰ ਦਬਾਉਣ ਲਈ ਵਰਤੀਆਂ ਜਾ ਰਹੀਆਂ ਹੈ। ਇਸ ਦਾ ਫੈਸਲਾ ਦੇਸ਼ ਦੇ ਲੋਕ ਕਰਨਗੇ, ਕੀ ਸਹੀ ਹੈ ਕੀ ਗਲਤ ਹੈ। ਪਰ ਇਹਨਾਂ ਮੁੱਦਿਆਂ ਤੇ ਆਉਣ ਦੀ ਤੁਹਾਡੇ ਸਾਰਿਆਂ ਵੱਲੋਂ ਆਪਣੇ ਮਹਿਮਾਨਾਂ ਦੇ ਜ਼ਰੂਰ ਧੰਨਵਾਦੀ ਹਾਂ। ਤੇ ਇਸ ਦੇ ਨਾਲ ਹੀ ਤੁਹਾਡੇ ਵੱਲੋਂ ਵੀ ਲੈ ਰਹੇ ਇਜਾਜ਼ਤ। ਸਤਿ ਸ੍ਰੀ ਅਕਾਲ।